दे दा हर एक पख नू उजागर करता है PTN 24 हक सच दी आवाज PTN 24 रेडियो ते टीवी बनो साडे प्रोग्रामां दा हिस्सा जुड़ो फेसबुक ते YouTube चैनल दे नाल PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 4167317710 416 731 7710 6 रे एवेन्यू ब्रैम्पटन। इमीग्रेशन ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, पर सोच समझ के लिया होया फैसला ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। कॉल नवजोत गिल 6478643719 647 864 3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। इत्थे मिशलिन, BF Goodrich, Bridgestone, Firestone, चाइनीज ब्रांड होर भी कई कंपनीज दे टायर घट रेट ते मिलदे ने। हुणे पहुंचो न्यू मिलेनियम टायर सेंटर 25 क्लार्क बुलेवार्ड ब्रैम्पटन। कॉल 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कलीनर यारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 514 887 0025 514 887 0025। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036।
ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, First mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with Mortgage Alliance। Broker license number 10530। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। PTN 24 ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 9 ਤੋਂ ਲੈ ਕੇ 11 ਵਜੇ ਤੱਕ, 11 ਤੋਂ 12 ਵਜੇ ਤੱਕ ਸੰਦੀਪ ਭੱਟੀ ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਤਹਿਲਕਾ ਲੈ ਕੇ ਆਉਂਦੇ ਨੇ ਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰੀਦਾ ਜੀ। ਤੇ ਬਾਹਰ ਟੈਂਪਰੇਚਰ ਅੱਜ ਬਹੁਤ ਹੀ ਵਧੀਆ ਹੈ ਕਿਉਂਕਿ 2-3 ਦਿਨ ਹੋ ਗਏ ਬਹੁਤ ਵਧੀਆ ਡਬਲ ਡਿਜਿਟ ਦੇ ਵਿੱਚ ਚੱਲ ਪਿਆ ਜੀ। ਗਰਮੀਆਂ ਵਰਗਾ ਮੌਸਮ ਜਿਹੜਾ ਹੋਣ ਲੱਗ ਪਿਆ ਤੇ ਪਰ ਫਿਰ ਵੀ ਤੁਸੀਂ ਜਦੋਂ ਕਿਤੇ ਬਾਹਰ ਨਿਕਲਦੇ ਹੋ ਤਾਂ ਸਾਵਧਾਨੀ ਜ਼ਰੂਰ ਵਰਤਿਆ ਕਰੋ। ਅੱਜ 23 ਮਾਰਚ ਆ, ਜਦੋਂ 23 ਮਾਰਚ ਆਉਂਦਾ ਜੀ ਤੇ ਸਾਡੇ ਜਿਹੜੇ ਸ਼ਹੀਦ ਆ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਨੂੰ ਯਾਦ ਕਰਨ ਦਾ ਵੇਲਾ ਆ ਜਾਂਦਾ ਤੇ ਅਸੀਂ PTN 24 ਦੀ ਟੀਮ ਵੱਲੋਂ, ਸਮੁੱਚੀ ਸਾਰੀ ਟੀਮ ਵੱਲੋਂ, ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸੁਣਦੇ ਆ ਸਾਰਿਆਂ ਦੇ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜੀ। ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਤੇ ਆਪਾਂ ਜੇ ਟੈਂਪਰੇਚਰ ਆਪਾਂ ਗੱਲ ਕੀਤੀ ਸੀ ਜੀ, ਤੇ ਹੁਣ ਤੇ ਇਸ ਟਾਈਮ 5 ਆ, ਪਰ ਦੁਪਹਿਰੇ ਜਿਹੜਾ ਇਹ ਟੈਂਪਰੇਚਰ 13-14 ਤੱਕ ਚੱਲ ਜਾਊਗਾ। ਪਰ ਕੱਲ ਤੇ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਕੱਲ ਹੁਣ 3 ਦਿਨ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ, ਪਰ ਟੈਂਪਰੇਚਰ ਵਧੀਆ ਰਹੂਗਾ ਜੀ। 14-15 ਫਿਰ 19 ਤੱਕ ਚੱਲ ਜਾਣਾ। ਸੂਰਜ 7:14 ਤੇ ਜਿਹੜਾ 7:35 ਤੇ ਛਿਪੇਗਾ। ਆਪਣੀ ਲਾਈਨ ਜਿਹੜੀ ਇਸ ਟਾਈਮ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ ਜੀ। ਅਰਸ਼ਦੀਪ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਅਰਸ਼ਦੀਪ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਸਭ ਤੋਂ ਪਹਿਲਾਂ ਅੱਜ 23 ਮਾਰਚ ਹੈ ਜੀ, ਤਾਂ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਪੂਰੇ ਭਾਰਤ ਦੇ ਵਿੱਚ, ਤੇ ਖਾਸ ਕਰਕੇ ਜਿਹੜੇ ਬਾਰਡਰ ਤੇ ਦਿੱਲੀ ਨੂੰ ਘੇਰਿਆ ਹੋਇਆ ਜੀ 4 ਚੁਫੇਰੇ, ਉਹਨਾਂ ਦੇ ਉੱਤੇ ਜਿਹੜਾ ਸ਼ਰਧਾਂਜਲੀ ਭੇਂਟ ਕੀਤੀ ਗਈ ਸ਼ਹੀਦਾਂ ਨੂੰ, ਤੇ ਨੌਜਵਾਨਾਂ ਨੇ ਜਿਹੜੀ ਸਟੇਜ ਦੇ ਉੱਤੋਂ ਵੱਖ-ਵੱਖ ਤਕਰੀਰਾਂ ਕੀਤੀਆਂ। ਦੇਖੋ ਜੀ, ਅੱਜ 23 ਮਾਰਚ ਹੈ। 23 ਮਾਰਚ 1931 ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਿਹੜੀ ਫਾਂਸੀ ਸੀਗੀ ਉਹ ਦਿੱਤੀ ਗਈ ਸੀ ਜੀ। ਤਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਹਰ ਸਾਲ ਹੀ ਮਨਾਇਆ ਜਾਂਦਾ ਗਾ। ਤੇ ਸਿਆਸਤਦਾਨ ਵੀ ਜਿਹੜੇ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਬਣਾਉਣ ਵੱਲ ਤਾਂ ਨਹੀਂ ਵੱਧਦੇ, ਪਰ ਨਾ ਹੀ ਸ਼ਹੀਦਾਂ ਦੇ ਪਿੰਡਾਂ ਦੀ ਡਿਵੈਲਪਮੈਂਟ ਉਸ ਹਿਸਾਬ ਦੇ ਨਾਲ ਹੁੰਦੀ ਹੈ, ਨਾ ਹੀ ਸ਼ਹੀਦਾਂ ਦੇ ਵਾਰਸਾਂ ਨੂੰ ਉਹ ਮਾਨ ਸਨਮਾਨ ਦਿੱਤਾ ਜਾਂਦਾ ਗਾ। ਪਰ ਇਹਦੇ ਬਾਵਜੂਦ ਵੀ ਉਹ ਵੀ ਸ਼ਰਧਾਂਜਲੀ ਦੇਣ ਦੇ ਲਈ ਜਿਹੜਾ ਜ਼ਰੂਰ ਪਹੁੰਚਦੇ ਨੇ ਤੇ ਉੱਥੇ ਇਹ ਗੱਲਾਂ ਬਾਤਾਂ ਕਰਦੇ ਨੇ ਕਿ ਜਿੰਨੇ ਫੰਡ ਕਹੋਗੇ ਉਹਨੇ ਭੇਜ ਦਿਆਂਗੇ। ਪਰ ਇਹ ਹਕੀਕਤ ਦੇ ਵਿੱਚ ਜਿਹੜਾ ਹੈ ਇਹ ਸਭ ਕੁਝ ਨਹੀਂ ਹੁੰਦਾ। ਪਰ ਇਸ ਸਮੇਂ ਕਿਸਾਨੀ ਅੰਦੋਲਨ ਚੱਲ ਰਿਹਾ ਗਾ ਤੇ ਕਿਸਾਨੀ ਮੋਰਚੇ ਜਿਹੜੇ ਦਿੱਲੀ ਦੇ ਵਿੱਚ ਲੱਗੇ ਹੋਏ ਨੇ, ਉੱਥੇ ਵੀ ਜਿਹੜਾ ਹੈ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉੱਥੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਜਿਹੜੀ ਹੈ ਪੰਜਾਬ ਦੇ ਜਿਹੜੇ ਮਹਾਨ ਇਤਿਹਾਸਕ ਸਥਾਨ ਨੇ, ਸ਼ਹੀਦੀ ਸਥਾਨ ਨੇ, ਬੇਸ਼ੱਕ ਉਹ ਸ਼ਹੀਦ ਊਧਮ ਸਿੰਘ ਦਾ ਸੁਨਾਮ ਹੋਵੇ, ਸ਼ਹੀਦ ਭਗਤ ਸਿੰਘ ਦਾ ਖਟਕੜ ਕਲਾਂ ਹੋਵੇ, ਜਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ, ਜਾਂ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ, ਜਲਿਆਂਵਾਲਾ ਬਾਗ ਤੇ ਹੁਸੈਨੀਵਾਲਾ ਦੀ ਮਿੱਟੀ ਜਿਹੜੀ ਹੈ ਉਹ ਸਿੰਘੂ ਤੇ ਟਿੱਕਰੀ ਬਾਰਡਰ ਤੇ ਪਹੁੰਚਾਈ ਗਈ ਹੈ ਅੱਜ, ਜਿੱਥੇ ਕਿ ਸਟੇਜਾਂ ਤੇ ਇਸ ਮਿੱਟੀ ਨੂੰ ਸੁਸ਼ੋਭਿਤ ਕੀਤਾ ਗਿਆ ਗਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸੇਧ ਲੈ ਕੇ ਜਿਹੜਾ ਹੈ ਕਿਸਾਨੀ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ। ਤੇ ਇੱਕ ਵਾਰ ਮੁੜ ਤੋਂ ਦੁਹਰਾਇਆ ਗਿਆ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਫਿਰ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਖਤਮ ਹੋਵੇਗਾ। ਇਸ ਤੋਂ ਇਲਾਵਾ ਬੰਗਾ ਦੇ ਵਿੱਚ ਵੀ ਅੱਜ ਇੱਕ ਵੱਡੀ ਰੈਲੀ ਜਿਹੜੀ ਉਹ ਕੀਤੀ ਗਈ, ਜਿੱਥੇ ਕਿ ਕਿਸਾਨ ਆਗੂ ਪਹੁੰਚੇ, ਨਾਲੋਂ ਨਾਲ ਅਮਿਤੋਜ ਮਾਨ, ਬੱਬੂ ਮਾਨ ਤੇ ਬਾਕੀ ਪੰਜਾਬੀ ਇੰਡਸਟਰੀ ਦੇ ਗਾਇਕ ਵੀ ਜਿਹੜੇ ਪਹੁੰਚੇ ਤੇ ਉਹਨਾਂ ਨੇ ਅਪੀਲ ਕੀਤੀ ਹੈ ਸਭ ਨੂੰ ਕਿ ਜਿੱਥੇ ਕਿਸਾਨੀ ਸੰਘਰਸ਼ ਆਪਾਂ ਜਾਰੀ ਰੱਖਣਾਗਾ 3 ਖੇਤੀ ਕਾਨੂੰਨ ਰੱਦ ਕਰਵਾਉਣ ਤੱਕ, ਉੱਥੇ ਹੀ ਨਾਲੋਂ ਨਾਲ ਜਿਹੜਾ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਗਾ, ਇਹਨੂੰ ਵੀ ਸਫਲ ਬਣਾਉਣਾਗਾ। ਤੇ ਨੌਜਵਾਨਾਂ ਨੂੰ ਕਿਹਾ ਗਿਆ ਕਿ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ, ਕਿਉਂਕਿ ਨੌਜਵਾਨਾਂ ਵੱਲੋਂ ਹੀ ਹੁਣ ਜਿਹੜਾ ਥੋੜੇ ਦਿਨ ਸੰਭਾਲੀ ਜਾਣੀ ਹੈਗੀ ਸਟੇਜ, ਤੇ ਇਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਜਿਹੜੇ ਨੇ ਇੱਥੇ ਪਹੁੰਚਣ ਮੋਰਚੇ 'ਚ ਤੇ ਸਟੇਜ ਜਿਹੜੀ ਉਹ ਸੰਭਾਲਣਾ। ਅੱਜ ਵੀ ਨੌਜਵਾਨਾਂ ਵੱਲੋਂ ਤਕਰੀਰਾਂ ਜਿਹੜੀਆਂ ਸਟੇਜ ਤੋਂ
ਕੀਤੀਆਂ ਗਈਆਂ ਨੇ। ਤੇ ਨਾਲੋਂ ਨਾਲ ਇਹ ਵੀ ਹੈ ਕਿ ਨੌਜਵਾਨਾਂ ਨੂੰ ਜਿਹੜੀ ਸ਼ਮੂਲੀਅਤ ਹੈ ਮੋਰਚੇ ਦੇ ਵਿੱਚ ਤੇ ਸਟੇਜ ਦੇ ਵਿੱਚ ਮਿਲਣੀ ਚਾਹੀਦੀ ਹੈ। ਅੱਜ ਸ਼ਹੀਦਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਗਈ ਹੈ, ਉੱਥੇ ਹੀ ਜਿਹੜੇ ਸ਼ਹੀਦਾਂ ਦਾ ਮੁਲਕ ਸੀਗਾ, ਜਿਹੜਾ ਉਹਨਾਂ ਦੇ ਨਜ਼ਰੀਏ ਦਾ ਮੁਲਕ ਸੀ, ਜਿੱਥੇ ਕਿ ਸਭ ਨੂੰ ਬਰਾਬਰਤਾ ਹੋਵੇ, ਅਮੀਰ ਹੋਰ ਅਮੀਰ ਨਾ ਹੋਵੇ ਤੇ ਗਰੀਬ ਹੋਰ ਗਰੀਬ ਨਾ ਹੋਵੇ, ਤੇ ਲੁੱਟ ਜਿਹੜੀ ਹੈ ਕਿਸਾਨਾਂ ਦੀ ਨਾ ਹੋਵੇ, ਉਸ ਦਾ ਸੰਕਲਪ ਲੈਂਦੇ ਹੋਏ 3 ਖੇਤੀ ਕਾਨੂੰਨ ਰੱਦ ਕਰਾਉਣ ਤੱਕ ਮੋਰਚਾ ਜਾਰੀ ਰੱਖਣ ਦਾ ਸੰਕਲਪ ਜਿਹੜਾ ਇੱਕ ਵਾਰ ਮੁੜ ਤੋਂ ਲਿਆ ਗਿਆ। ਹਾਂ ਬਿਲਕੁਲ ਜੀ। ਇੱਕ ਕੋਈ ਪੁਲਿਸ ਐਨਕਾਊਂਟਰ ਹੋਇਆ ਜੀ, ਉੱਥੇ ਨਿਹੰਗ ਸਿੰਘਾਂ ਦਾ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਆ ਜੀ। ਸ਼ਾਇਦ ਇੱਕ ਮੀਡੀਆ ਤੇ ਸੁਣਿਆ, ਆਪਾਂ ਨਾਂ ਤਾਂ ਨਹੀਂ ਲੈ ਸਕਦੇ ਜੀ। ਕਹਿੰਦੇ ਪਹਿਲਾਂ ਪੁਲਿਸ ਵਾਲਿਆਂ ਨੇ 3 ਲੜਕੀਆਂ ਦੇ ਨਾਲ ਬਲਾਤਕਾਰ ਕੀਤਾ, ਫਿਰ ਨਿਹੰਗਾਂ ਦੇ ਕੋਲ ਪੂਰੀ ਸਟੋਰੀ ਸੀਗੀ, ਫਿਰ ਉਹਨਾਂ ਨੂੰ ਐਨਕਾਊਂਟਰ ਕਰਕੇ ਮਾਰ ਦਿੱਤਾ। ਕੋਈ ਹੈ ਇਹਦੇ ਬਾਰੇ ਵੀ ਅਪਡੇਟ ਜੀ? ਦੇਖੋ ਜੀ, ਜਿਹੜਾ ਨਿਹੰਗ ਸਿੰਘਾਂ ਦਾ ਇਨਕਾਊਂਟਰ ਹੋਇਆਗਾ, ਜਦੋਂ ਇਨਕਾਊਂਟਰ ਪੁਲਿਸ ਕਰਦੀ ਹੈ ਕਿ ਉਹ ਮੁਲਕ ਦੇ ਕਿਸੇ ਵੀ ਹਿੱਸੇ ਦੀ ਹੋਵੇ, ਤਾਂ ਇਨਕਾਊਂਟਰ ਜਿਹੜਾ ਹੈ ਹਮੇਸ਼ਾ ਹੀ ਜਾਂਚ ਮੰਗਦਾ ਹੈਗਾ। ਕਿਉਂਕਿ ਜੇਕਰ ਕਿਸੇ ਨੇ ਵਰਦੀ ਪਾਈ ਹੋਈ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ, ਸਾਹਮਣੇ ਬੇਸ਼ੱਕ ਕੋਈ ਕ੍ਰਿਮੀਨਲ ਵੀ ਹੈ, ਪਰ ਉਹਨਾਂ ਨੂੰ ਸਜ਼ਾਵਾਂ ਦੇਣ ਦੇ ਲਈ ਅਦਾਲਤਾਂ ਦਾ ਪ੍ਰੋਵੀਜ਼ਨ ਜਿਹੜਾ ਹੈ, ਤੇ ਇਸ ਕਰਕੇ ਇਨਕਾਊਂਟਰ ਕਿਸੇ ਮਸਲੇ ਦਾ ਹੱਲ ਨਹੀਂ ਹੈ। ਤਾਂ ਇਸੇ ਤਰ੍ਹਾਂ ਜਿਹੜਾ ਪਿੰਡ ਸਿੰਘਪੁਰਾ ਗਾ ਭਿੱਖੀ ਪਿੰਡ ਦੇ ਇਲਾਕੇ ਦੇ ਵਿੱਚ, ਉੱਥੇ 2 ਨਿਹੰਗ ਸਿੰਘਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਸੀਗਾ, ਤੇ ਉਹ ਨਿਹੰਗ ਸਿੰਘ ਜਿਹੜੇ ਸੀ ਉਹ ਇੱਕ ਕਤਲ ਮਾਮਲੇ ਦੇ ਵਿੱਚ ਲੋੜੀਂਦੇ ਸੀਗੇ। ਜੇ ਉਹ ਕਤਲ ਕੇਸ ਦੇ ਵਿੱਚ ਲੋੜੀਂਦੇ ਸੀ ਤਾਂ ਉਹਨਾਂ ਦੀ ਸਜ਼ਾ ਦੇਣ ਦਾ ਅਧਿਕਾਰ ਜਿਹੜਾ ਉਹ ਅਦਾਲਤਾਂ ਨੂੰ ਹੀ ਹੈਗਾ। ਇਨਕਾਊਂਟਰ ਉਸ ਮਸਲੇ ਦਾ ਹੱਲ ਨਹੀਂ, ਪਰ ਜਿਹੜੀ ਜਾਂਚ ਸਾਹਮਣੇ ਆਈ ਉਹਦੇ 'ਚ ਇਹ ਹੈ ਕਿ ਇਹ ਨੰਦੇੜ ਸਾਹਿਬ ਤੋਂ ਜਿਹੜੇ ਸੀਗੇ ਇਹ ਭੱਜ ਕੇ ਆਏ ਹੋਏ ਸੀ ਨਿਹੰਗ। ਉੱਥੇ ਕਤਲ ਕੇਸ ਦਾ ਮਾਮਲਾ ਸੀ। ਜਦੋਂ ਪੁਲਿਸ ਗਈ ਤਾਂ ਇਹਨਾਂ ਨੇ 2 ਪੁਲਿਸ ਅਧਿਕਾਰੀਆਂ ਤੇ ਜਿਹੜਾ ਹਮਲਾ ਕੀਤਾ ਗਾ, ਉਹ 'ਚੋਂ ਹੱਥ ਵੀ ਜਿਹੜਾ ਕੱਟਿਆ ਗਿਆ ਗਾ, ਤੇ ਇਹਦੇ ਬਾਅਦ ਪੁਲਿਸ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ। ਤਾਂ ਹੁਣ ਫੋਰੈਂਸਿਕ ਸਾਇੰਸ ਜਿਹੜੀ ਲੈਬੋਰਟਰੀ ਹੈ ਚੰਡੀਗੜ੍ਹ, ਉਹਦੀ ਟੀਮ ਵੀ ਪਹੁੰਚੀ ਹੈਗੀ ਸਿੰਘਪੁਰਾ ਪਿੰਡ ਦੇ ਵਿੱਚ, ਜਿੱਥੇ ਕਿ ਸਾਰਾ ਪੋਸਟਮਾਰਟਮ ਵੀ ਬੋਡੀਆਂ ਦਾ ਕੀਤਾ ਜਾਊਗਾ। ਨਾਲੋਂ ਨਾਲ ਘਟਨਾ ਵਾਲੀ ਜਗ੍ਹਾ ਦੀ ਜਾਂਚ ਵੀ ਜਿਹੜੀ ਕੀਤੀ ਜਾ ਰਹੀ ਹੈ। ਪਰ ਨਾਲੋਂ ਨਾਲ ਜਿਹੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹੈਗੀ, ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈਗਾ, ਉਹਨਾਂ ਨੇ ਵੀ ਇਨਸਾਫ ਕਮੇਟੀ ਹੈ ਜਿਹੜੀ, ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮੁਕਾਬਲੇ ਜਿਹੜਾ ਨਿਹੰਗ ਸਿੰਘਾਂ ਨੂੰ ਇਨਕਾਊਂਟਰ ਕੀਤਾ ਗਿਆ, ਇਹਦੀ ਜਾਂਚ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜਾਂ ਤੋਂ ਹੋਣੀ ਚਾਹੀਦੀ ਹੈਗੀ। ਕਿਉਂਕਿ ਇਨਕਾਊਂਟਰ ਜਿਹੜਾ ਕਰਨਾ ਗਾ ਉਹ ਹਮੇਸ਼ਾ ਸ਼ੱਕੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੇ ਇਨਕਾਊਂਟਰ ਹੋਏ ਨੇ, ਝੂਠੇ ਪੁਲਿਸ ਮੁਕਾਬਲੇ ਦੇ ਹੋਏ ਨੇ, ਉਹ 'ਚ DGP ਰੈਂਕ ਤੱਕ ਦੇ ਅਧਿਕਾਰੀ ਸਮੇਤ ਸੈਣੀ ਵਰਗੇ ਜਿਹੜੇ ਨੇ ਉਹ ਅਦਾਲਤਾਂ 'ਚ ਨੇ। ਸਿੱਖ ਕੌਮ ਅਜੇ ਵੀ ਉਹਦਾ ਨਿਆਂ ਮੰਗ ਰਹੀ ਹੈ, ਨਿਆਂ ਨਹੀਂ ਮੰਗ ਰਹੇ ਮਿਲਿਆ। ਇਸ ਕਰਕੇ ਹਾਈ ਕੋਰਟ ਦੇ ਮੌਜੂਦਾ ਜੱਜਾਂ ਤੋਂ ਇਹਦੀ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਜੇ ਨਿਹੰਗ ਕਤਲ ਕੇਸ ਦੇ ਵਿੱਚ ਲੋੜੀਂਦੇ ਸੀਗੇ ਤਾਂ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਸੀ ਜੀ। ਬਿਲਕੁਲ ਵਾਕਿਆ ਗੱਲ ਸਹੀ ਹੈ ਜੀ। ਤੇ ਆਪਾਂ ਚੱਲਦੇ ਅਗਲੀ ਖਬਰ ਤੇ। 9 ਸੂਬਿਆਂ 'ਚ 25,000 ਖਰੀਦ ਕੇਂਦਰ ਘਟ ਗਏ ਜੀ। ਦੇਖੋ ਜੀ, ਆਪਾਂ ਕੇਂਦਰ ਸਰਕਾਰ ਹਮੇਸ਼ਾ ਦਾਅਵਾ ਕਰਦੀ ਹੈ ਕਿ ਸਰਕਾਰੀ ਖਰੀਦ ਜਿਹੜੀ ਹੈ ਉਹ ਬੰਦ ਨਹੀਂ ਹੋਊਗੀ, ਸਰਕਾਰੀ ਖਰੀਦ ਜਿਹੜੀ ਜਾਰੀ ਰਹੂਗੀ 3 ਖੇਤੀ ਕਾਨੂੰਨ ਆਉਣ ਤੋਂ ਬਾਅਦ। ਪਰ ਜਿਹੜੇ ਅੰਕੜੇ ਆ ਰਹੇ ਨੇ ਉਹ ਤਾਂ ਇਹੀ ਲੱਗ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਖਰੀਦ ਤੋਂ ਹੱਥ ਪਿੱਛੇ ਖਿੱਚ ਰਹੀ ਹੈ ਲਗਾਤਾਰ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ FCI ਦਾ ਨਵਾਂ ਫਰਮਾਨ ਆਇਆਗਾ ਕਿ ਤੁਸੀਂ ਡਾਟਾ ਅਪਲੋਡ ਕਰੋ, ਆਪਣੀ ਜ਼ਮੀਨ ਦਾ ਰਿਕਾਰਡ ਜਿਹੜਾ ਅਪਲੋਡ ਕਰੋ, ਉਸ ਆਧਾਰ ਤੇ ਰੇਸ਼ੋ ਕੱਢੀ ਜਾਊਗੀ, ਜਿੰਨਾ ਝਾੜ ਹੋਇਆ ਉਸ ਹਿਸਾਬ ਨਾਲ ਪੈਸੇ ਜਿਹੜੇ ਦਿੱਤੇ ਜਾਣਗੇ। ਤਾਂ ਜਿਹੜੇ ਸੂਬਿਆਂ 'ਚ MSP ਮਿਲਦੀ ਹੈ, ਖਰੀਦ ਗਰੰਟੀ ਦਾ ਕਾਨੂੰਨ ਆਗਾ, ਉੱਥੇ ਵੀ ਹੁਣ ਜਿਹੜਾ ਹੈ ਐਸੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਕਿ ਥੋੜੀ ਕਰਕੇ ਖਰੀਦ ਜਿਹੜੀ ਉਹ ਘਟਾਈ ਜਾਵੇ। ਤਾਂ ਭਾਰਤ ਦੇ ਵਿੱਚ ਜਿਹੜੀਆਂ ਪੱਕੀਆਂ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਨੇ ਉਹ 2017-18 ਦੇ ਵਿੱਚ 50,958 ਸੀ, ਤੇ 2019-20 ਦੇ ਵਿੱਚ ਜਿਹੜੀਆਂ ਉਹ 64,515 ਹੋਈਆਂ ਵੱਧ ਕੇ। ਪਰ 2020-21 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ 39,122 ਰਹਿ ਗਈ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1868 ਜਿਹੜੀਆਂ ਮੰਡੀਆਂ ਨੇ ਟੋਟਲ, ਪਰ ਇਸ ਵਾਰ ਕੋਵਿਡ ਕਰਕੇ ਜਿਹੜੀ ਅਸੀਂ ਇਹ ਮੰਡੀਆਂ ਝੋਨੇ ਦੀ ਖਰੀਦ ਮੌਕੇ 4035 ਕੀਤੀਆਂ ਗਈਆਂ। ਤੇ ਪੰਜਾਬ ਦੇ ਫੂਡ ਸਪਲਾਈ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕਣਕ ਸਮੇਂ ਵੀ ਇਹ ਮੰਡੀਆਂ ਜਿਹੜੀਆਂ 4035 ਵੀ ਰਹਿਣਗੀਆਂ, ਇਹ ਤੋਂ ਵਧਾਈਆਂ ਜਾ ਸਕਦੀਆਂ, ਘਟਾਈਆਂ ਨਹੀਂ। ਪਰ ਜਦੋਂ COVID-19 ਫੈਲਿਆ ਹੋਇਆਗਾ ਤਾਂ ਇਸ ਸਮੇਂ ਦੇ ਵਿੱਚ ਜਿਹੜੀਆਂ ਭਾਰਤ ਦੇ ਵਿੱਚ ਪੱਕੀਆਂ ਖਰੀਦ ਮੰਡੀਆਂ ਨੇ ਉਹਨਾਂ ਦੀ ਗਿਣਤੀ ਵਧਣੀ ਚਾਹੀਦੀ ਸੀ, ਪਰ ਵਧਣ ਦੀ ਥਾਂ ਤੇ 2020-21 'ਚ ਉਹਨਾਂ ਦੀ ਗਿਣਤੀ ਘਟ ਕੇ 39,122 ਤੇ ਆ ਗਈ 64,000 ਤੋਂ। ਯਾਨੀ ਕਿ ਖਰੀਦ ਕੇਂਦਰਾਂ ਦੀ ਗਿਣਤੀ ਜੇ ਘਟ ਰਹੀ ਹੈ ਤੇ ਇਹਦਾ ਮਤਲਬ ਕੇਂਦਰ ਸਰਕਾਰ ਜਿਹੜੀ ਆ ਉਹ ਖਰੀਦ ਤੋਂ ਹੱਥ ਪਿੱਛੇ ਖਿੱਚ ਰਹੀ ਹੈਗੀ। ਜੇ ਆਪਾਂ ਪ੍ਰਾਈਵੇਟ ਮੰਡੀਆਂ ਦੀ ਗੱਲ ਕਰੀਏ ਤਾਂ 2017-18 ਦਾ ਜਿਹੜਾ ਅੰਕੜਾ ਉਹਦੇ ਅਨੁਸਾਰ 463 ਪ੍ਰਾਈਵੇਟ ਮੰਡੀਆਂ ਸੀ, ਜਿਹਦੇ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਸੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਸੀ 216, ਝਾਰਖੰਡ ਦੇ ਵਿੱਚ 201 ਤੇ ਪੱਛਮੀ ਬੰਗਾਲ 'ਚ 46। ਤਾਂ ਇੱਥੋਂ ਸਾਫ਼ ਹੈ ਕਿ ਜਿੱਥੇ ਪ੍ਰਾਈਵੇਟ ਮੰਡੀਆਂ ਨੇ ਉੱਥੇ ਕਿਸਾਨਾਂ ਨੂੰ MSP ਤੇ ਜਿਹੜਾ ਹੈ ਖਰੀਦ ਮੁੱਲ ਨਹੀਂ ਮਿਲਦਾ ਆਪਣੀਆਂ ਫਸਲਾਂ ਦਾ, ਉੱਥੇ MSP ਤੇ ਖਰੀਦ ਨਹੀਂ ਹੁੰਦੀ।
ਤੇ ਜਿੱਥੇ ਪੱਕੀਆਂ ਖਰੀਦ ਮੰਡੀਆਂ ਨੇ ਉੱਥੇ ਖਰੀਦ ਲੇਟ ਸ਼ੁਰੂ ਕੀਤੀ ਜਾਂਦੀ ਹੈ, ਇਸ ਕਰਕੇ ਕਿਸਾਨ ਜਿਹੜੇ ਉਹ ਲੁੱਟੇ ਜਾਂਦੇ ਨੇ। ਕਿਉਂਕਿ ਜਿਵੇਂ ਭਾਰਤੀ ਕਪਾਹ ਨਿਗਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਨਰਮਾ ਕਪਾਹ ਖਰੀਦਿਆ ਜਾਂਦਾ ਹੈ, ਪਰ ਉਹ ਖਰੀਦ ਹੀ ਨਹੀਂ ਸ਼ੁਰੂ ਕੀਤੀ ਜਾਂਦੀ, ਇਸ ਕਰਕੇ MSP ਤੋਂ 500-700 ਰੁਪਇਆ 1000 ਰੁਪਏ ਤੱਕ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਜਿਹੜਾ ਘੱਟ ਮਿਲਦਾ ਗਾ। ਇਸ ਕਰਕੇ ਜੇ ਪੱਕੀ ਮੰਡੀਆਂ ਦੀ ਗਿਣਤੀ ਘਟ ਰਹੀ ਹੈ, ਖੇਤੀ ਕਾਨੂੰਨ ਹਾਲੇ ਤੱਕ ਲਾਗੂ ਨਹੀਂ ਹੋਏ, ਸੁਪਰੀਮ ਕੋਰਟ ਵੱਲੋਂ ਵੀ ਸਸਪੈਂਡ ਕੀਤੇ ਗਏ ਨੇ, ਕਿਸਾਨਾਂ ਦਾ ਮੋਰਚਾ ਰੱਦ ਕਰਾਉਣ ਲਈ ਚੱਲ ਰਿਹਾ ਹੈ, ਤੇ ਇਸੇ ਦੌਰਾਨ ਜੇ 25000 ਖਰੀਦ ਕੇਂਦਰ ਬੰਦ ਹੋ ਜਾਂਦੇ ਨੇ ਤੇ ਇੱਥੋਂ ਇਹੀ ਲੱਗਦਾ ਕਿ ਸਰਕਾਰ ਜਿਹੜਾ ਪ੍ਰਾਈਵੇਟਾਈਜੇਸ਼ਨ ਵੱਲ ਵੱਧ ਰਹੀ ਹੈ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ, ਤਾਂ ਹੀ ਤਾਂ ਕਿਸਾਨਾਂ ਦੇ ਵਿੱਚ ਖਦਸ਼ਾ ਆ। ਪਾਵਰਕਾਮ ਨੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਦਾ ਬਿਜਲੀ ਕਨੈਕਸ਼ਨ ਕੱਟਤਾ ਜੀ। ਦੇਖੋ ਜੀ, ਪਾਵਰਕਾਮ ਦੇ ਵੱਲੋਂ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਸੀ ਕਿਸਾਨ ਭੁਪਿੰਦਰ ਸਿੰਘ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ, ਬੋਲੀਨਾ ਪਿੰਡ ਆ ਉਹਦਾ, ਤਾਂ ਪਾਵਰਕਾਮ ਵੱਲੋਂ ਉਹਨਾਂ ਨੂੰ ਜਿਹੜਾ ਹੈਗਾ ਬਿੱਲ ਭੇਜਿਆ ਗਿਆ ਕਰੀਬ 3.5 ਲੱਖ ਰੁਪਏ ਦਾ। ਤਾਂ ਉਹ 3.5 ਲੱਖ ਰੁਪਏ ਦਾ ਬਿੱਲ ਜਦੋਂ ਤਾਰ ਨਹੀਂ ਸਕਿਆ ਪਰਿਵਾਰ, ਕਿਉਂਕਿ 1.5 ਏਕੜ ਜ਼ਮੀਨ ਆ ਪਰਿਵਾਰ ਕੋਲੇ, ਤੇ ਘਰ ਦੇ ਵਿੱਚ ਜਿਹੜਾ ਕਮਾਉਣ ਵਾਲਾ ਸੀ ਉਹ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦ ਹੋ ਗਿਆ। ਤੇ ਇਹਦੇ ਬਾਅਦ ਉਹਨਾਂ ਦਾ ਬਿਜਲੀ ਬਿੱਲ ਜਿਹੜਾ ਹੈ ਉਹ ਕੱਟ ਦਿੱਤਾ ਗਿਆ, ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ। ਤੇ ਇਹਦੇ ਬਾਅਦ ਹੁਣ ਇਹ ਮਸਲਾ ਜਿਹੜਾ ਸੁਰਖੀਆਂ 'ਚ ਆਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ 5 ਲੱਖ ਰੁਪਈਆ ਮੁਆਵਜ਼ਾ ਜਿਹੜਾ ਹੈ ਉਹ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਊਗਾ, ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਤਾਂ ਹੁਣ ਪਾਵਰਕਾਮ ਮਹਿਕਮਾ ਜਿਹੜਾ ਹੈ, ਪਾਵਰਕਾਮ ਮਹਿਕਮੇ ਵੱਲੋਂ ਉਸ ਪਰਿਵਾਰ ਦੀ ਬੱਤੀ ਜਿਹੜੀ ਗੁੱਲ ਕਰ ਦਿੱਤੀ ਗਈ ਹੈ। ਤੇ ਇੱਕ ਜਾਂਚ ਤਾਂ ਇਹ ਵੀ ਹੋਣੀ ਚਾਹੀਦੀ ਹੈ ਕਿ 3.5 ਲੱਖ ਬਿੱਲ ਬਣਦਾ ਕਾਹਦਾ, ਜੇ 1.5 ਏਕੜ ਵਾਲਾ ਕਿਸਾਨ ਹੈਗਾ ਤੇ ਜਿੰਨੀ ਕੀ ਜਾਣਕਾਰੀ ਹਾਸਲ ਹੋਈ ਹੈ ਕਿ ਉਹਨਾਂ ਦੇ ਘਰੇ AC ਵਗੈਰਾ ਵੀ ਕੋਈ ਨਹੀਂ ਹੈਗਾ, ਤਾਂ 3,50,282 ਰੁਪਏ ਦਾ ਜਿਹੜਾ ਬਿੱਲ ਹੈਗਾ ਉਹ 1.5 ਏਕੜ ਵਾਲਾ ਪਰਿਵਾਰ ਪਹਿਲਾਂ ਤਾਰ ਹੀ ਨਹੀਂ ਸਕਦਾ। ਤਾਂ ਇਸ ਕਰਕੇ ਮਹਿੰਗੀ ਬਿਜਲੀ ਦੀ ਇੱਕ ਮਸਲਾ ਗਈ, ਨਾਲੋਂ ਨਾਲ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜਾ ਇਹ ਬਿੱਲ ਹੈ 3.5 ਲੱਖ ਰੁਪਏ ਆਇਆ ਕਾਹਦਾ, ਤੇ ਕਿਸਾਨੀ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋਇਆ, ਕਿਸਾਨ ਅੰਦੋਲਨ ਚੱਲ ਰਿਹਾ ਹੈਗਾ, ਤੇ ਇਹਨਾਂ ਹਾਲਾਤਾਂ ਦੇ ਵਿੱਚ ਉਸ ਕਿਸਾਨ ਦੇ ਪਰਿਵਾਰ ਦੀ ਬੱਤੀ ਗੁੱਲ ਕਰ ਦਿੱਤੀ ਜਾਵੇ, ਬਿਜਲੀ ਗੁੱਲ ਕਰ ਦਿੱਤੀ ਜਾਵੇ ਤਾਂ ਬੇਹੱਦ ਮੰਦਭਾਗੀ ਹੈਗੀ। ਸੋ ਪੰਜਾਬ ਦੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਵੱਲੋਂ ਵੀ ਇਹ ਮਸਲਾ ਚੱਕਿਆ ਗਿਆ ਹੈਗਾ ਪਾਵਰਕਾਮ ਦੇ ਇੰਜੀਨੀਅਰਾਂ ਕੋਲੇ, ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਦਿੰਦੇ ਹਾਂ, ਕਿਉਂਕਿ ਇਹ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲੇ ਆ, ਤਾਂ ਮੁੱਖ ਮੰਤਰੀ ਸਾਹਿਬ ਇਹ ਤੇ ਕੀ ਫੈਸਲਾ ਕਰਦੇ ਉਹ ਦੇਖਿਆ ਜਾਊ। ਪਰ ਇੰਨਾ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਜਿਹੜੇ NRIs ਵੀਰ ਨੇ ਉਹਨਾਂ ਵੱਲੋਂ ਪਰਿਵਾਰ ਦੀ ਫਾਈਨੈਂਸ਼ੀਅਲੀ ਮਦਦ ਜਿਹੜੀ ਹੈ, ਵਿੱਤੀ ਸਹਾਇਤਾ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨਾਂ ਵੱਲੋਂ ਜਿਹੜੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਘਰਾਓ ਤੇ ਬੜਾ ਵਿਰੋਧ ਹੋ ਰਿਹਾ ਜੀ ਪੂਰੇ ਭਾਰਤ ਦੇ ਵਿੱਚ ਇਸ ਟਾਈਮ BJP ਦਾ। ਦੇਖੋ ਜੀ, ਭਾਜਪਾ ਦੇ ਵਿੱਚ ਜਿਹੜੀ ਇਸ ਸਮੇਂ ਦੋ ਚਿੱਤੀ ਵਾਲੀ ਸਥਿਤੀ ਹੈ ਜੀ। ਕੁਝ ਲੀਡਰ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੌਲੀ ਹੌਲੀ ਖੜਦੇ ਹੋਏ ਦਿਖਾਈ ਦੇ ਰਹੇ ਨੇ, ਜਿਹਦੇ ਚ ਕਿ ਸੁਬਰਾਮਨਿਅਮ ਸਵਾਮੀ ਵੀ ਹੈ, ਜਿਨ੍ਹਾਂ ਨੇ ਇੱਥੋਂ ਤੱਕ ਕਹਿਤਾ ਸੀ ਕਿ ਚੀਨ ਅੱਗੇ ਜੇ ਪ੍ਰਧਾਨ ਮੰਤਰੀ ਝੁਕ ਸਕਦੇ ਤਾਂ ਆਪ ਦੇ ਕਿਸਾਨਾਂ ਅੱਗੇ ਕਿਉਂ ਨਹੀਂ। ਸਤਿਆਪਾਲ ਮਲਿਕ ਨੇ ਵੀ ਲਗਾਤਾਰ ਕਿਹਾ, ਚੌਧਰੀ ਬਰਿੰਦਰ ਸਿੰਘ ਜਿਹੜੇ ਕਿ ਹਰਿਆਣਾ ਦੇ ਨਾਲ ਸੰਬੰਧਿਤ ਨੇ, ਮੰਤਰੀ ਰਹੇ ਨੇ ਕੇਂਦਰ ਸਰਕਾਰ ਦੇ ਵਿੱਚ, ਉਹਨਾਂ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਜਿਹੜੀ ਸੁਣਨੀ ਚਾਹੀਦੀ ਹੈ। ਹੁਣ ਇਸ ਤੋਂ ਬਾਅਦ ਰਾਮ ਇਕਬਾਲ ਸਿੰਘ ਹੈ, ਇੱਕ UP ਦਾ ਬਹੁਤ ਵੱਡਾ ਭਾਜਪਾ ਦਾ ਲੀਡਰ ਹੈ, ਵੈਸਟਰਨ UP ਦਾ, ਤਾਂ ਉਹਨੇ ਵੀ ਕਿਹਾ ਕਿ ਸਰਕਾਰ ਜਿਹੜੀ ਹੈ ਉਹ MSP ਤੇ ਕਾਨੂੰਨੀ ਗਰੰਟੀ ਦੇਵੇ, ਕਿਸਾਨਾਂ ਦਾ ਹੱਕ ਬਣਦਾ ਹੈ, ਸਰਕਾਰ ਨੂੰ ਦੇਣੀ ਚਾਹੀਦੀ ਹੈ ਜੀ। ਤਾਂ ਭਾਜਪਾ ਦੇ ਵਿੱਚ ਜਿੱਥੇ ਬਗਾਵਤੀ ਸੁਰਾਂ ਉੱਠਣ ਲੱਗੀਆਂ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਹੈ ਉਹ ਬੁਲੰਦ ਹੋਣ ਲੱਗੀ ਹੈਗੀ। ਬੇਸ਼ੱਕ ਭਾਜਪਾ ਦੀ ਪੰਜਾਬ ਕਾਰਜਕਾਰਨੀ ਮੀਟਿੰਗ ਦੇ ਵਿੱਚ ਅਨਿਲ ਜੋਸ਼ੀ ਕਹਿੰਦੇ ਨੇ ਕਿ ਕਿਸਾਨਾਂ ਦੀ ਗੱਲ ਸੁਣਵਾਉਣ ਦੇ ਲਈ ਸਾਨੂੰ ਕੇਂਦਰ ਕੋਲੇ ਜਾਣਾ ਚਾਹੀਦਾ, ਕਿਉਂਕਿ ਕਿਸਾਨਾਂ ਦੀ ਮੰਗ ਪੂਰੀ ਹੋਏ ਬਿਨਾਂ ਪੰਜਾਬ 'ਚ ਪ੍ਰਚਾਰ ਕਰਨਾ ਜਾਇਆ ਨਹੀਂ ਜਾਣਾ, ਤੇ ਜਿੱਤਣਾ ਤਾਂ ਜਿਹੜੀ ਦੂਰ ਦੀ ਗੱਲ ਹੈ। ਪਰ ਕੁਝ ਲੀਡਰ ਐਸੇ ਨੇ ਜਿਹੜੇ ਕਿ ਇਹ ਬਲੇਮ ਲਾ ਰਹੇ ਕਿ ਜੀ ਕਿਸਾਨੀ ਅੰਦੋਲਨ ਦੇ ਵਿੱਚ ਕਾਮਰੇਡ ਨੇ ਤਾਂ ਨਹੀਂ ਮਸਲਾ ਹੱਲ ਹੋ ਰਿਹਾ। ਭਾਜਪਾ ਦੇ ਲੀਡਰਾਂ ਦੀ ਇਹ ਬਿਆਨਬਾਜ਼ੀ ਹੈ। ਹਰਜੀਤ ਸਿੰਘ ਗਰੇਵਾਲ ਨੇ ਬਿਆਨ ਦਿੱਤਾ ਕਿ ਕਾਮਰੇਡ ਨੇ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਜਿਹੜਾ ਮਸਲਾ ਉਹ ਹੱਲ ਨਹੀਂ ਹੋ ਰਿਹਾ, ਨਹੀਂ ਕਿਸਾਨ ਤਾਂ ਜਿਹੜੇ ਹੈ ਸਰਕਾਰ ਦੀ ਗੱਲ ਦੇ ਨਾਲ ਸਹਿਮਤੀ ਪ੍ਰਗਟਾਈ ਬੈਠੇ ਹੈ ਕਿ ਸੋਧ ਹੋਣੀ ਚਾਹੀਦੀ ਹੈ। ਤਾਂ ਇਸੇ ਦੌਰਾਨ ਹਰਜੀਤ ਸਿੰਘ ਗਰੇਵਾਲ ਜਿਹੜੇ ਨੇ ਉਹ ਰਾਜਪੁਰਾ ਤੋਂ ਵਿਧਾਨ ਸਭਾ ਚੋਣ ਲੜਦੇ ਨੇ, ਤਾਂ ਉਹ ਬਨੂੜ 'ਚ ਵਾਰਡ ਨੰਬਰ 8 'ਚ ਆਏ ਸੀ ਕਿਸੇ ਵਿਅਕਤੀ ਦੇ ਘਰੇ ਸੋਗ ਪ੍ਰਗਟ ਕਰਨ। ਤਾਂ ਉੱਥੇ ਕਿਸਾਨ ਜਿਹੜੇ ਬਨੂੜ ਟੋਲ ਪਲਾਜ਼ੇ ਤੇ ਬੈਠੇ ਨੇ ਉਹ ਉੱਥੇ ਪਹੁੰਚ ਕੇ ਉਹਨਾਂ ਨੇ ਘਿਰਾਓ ਕੀਤਾ। ਇਹਦੇ ਬਾਅਦ ਗਰੇਵਾਲ ਸਾਹਿਬ ਨੇ ਇੱਕ ਵਾਰ ਤਾਂ ਜਿਹੜੀ ਸੀ ਉਹ ਬਹਿਸ ਕਰਨ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਨੇ, ਪਰ ਬਾਅਦ ਦੇ ਵਿੱਚ ਮੌਕਾ ਦੇਖ ਕੇ ਉਹਨਾਂ ਨੇ ਇਹ ਸਮਝਿਆ ਕਿ ਇੱਥੋਂ ਜਾਨ ਕੀ ਭਲਾਈ ਹੈ। ਤਾਂ ਉਹਦੇ ਬਾਅਦ ਹਰਜੀਤ ਗਰੇਵਾਲ ਜਿਹੜੇ ਉੱਥੋਂ ਚਲੇ ਗਏ, ਪਰ ਭਾਜਪਾ ਦੇ ਦੋ ਆਗੂ ਤੇ ਬਨੂੜ ਦੇ ਦੋ ਦੁਕਾਨਦਾਰ ਸੀਗੇ ਜਿਹੜੇ ਕਿ ਉਹਨਾਂ ਦੇ ਨਾਲ ਸੀ ਇਸ ਮੌਕੇ। ਤਾਂ ਕਿਸਾਨ ਉਹਨਾਂ ਦੀ ਦੁਕਾਨਾਂ ਤੇ ਜਾ ਕੇ ਚੇਤਾਵਨੀ ਦੇ ਕੇ ਆਏ ਕਿ ਇਸ ਵਾਰ ਤੁਹਾਨੂੰ ਕਰ ਦਿੱਤਾ ਜਾਂਦਾ ਮਾਫ, ਪਰ ਜੇ ਇਹਦੇ ਬਾਅਦ
ਹਰਜੀਤ ਸਿੰਘ ਗਰੇਵਾਲ ਦੇ ਨਾਲ ਜਾਂ ਕਿਸੇ ਭਾਜਪਾ ਆਗੂ ਦੇ ਨਾਲ ਤੁਹਾਨੂੰ ਦੇਖਿਆ ਗਿਆ ਤਾਂ ਤੁਹਾਡੀਆਂ ਦੁਕਾਨਾਂ ਦੇ ਮੂਹਰੇ ਜਿਹੜੇ ਨੇ ਉਹ ਪੱਕੇ ਮੋਰਚੇ ਲਾਏ ਜਾਣਗੇ। ਸੋ ਇਸ ਕਰਕੇ ਇੱਕ ਵਾਰ ਮੁੜ ਤੋਂ ਹਰਜੀਤ ਸਿੰਘ ਗਰੇਵਾਲ ਨੂੰ ਜਿਹੜਾ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਆਪਣੇ ਹਲਕੇ 'ਚੋਂ ਵਾਪਸ ਜਾਣਾ ਪਿਆ ਤੇ ਭਾਜਪਾ ਦੇ ਸਾਰੀ ਲੀਡਰਸ਼ਿਪ ਦੀ ਹਾਲਤ ਹੀ ਪੰਜਾਬ ਦੇ ਵਿੱਚ ਇਹ ਹੈ ਕਿ ਉਹ ਕਿਸੇ ਵੀ ਪਬਲਿਕ ਫੰਕਸ਼ਨ ਦੇ ਵਿੱਚ ਜਾਂ ਘਰ ਤੋਂ ਬਾਹਰ ਜਿਹੜਾ ਉਹ ਨਹੀਂ ਨਿਕਲ ਸਕਦੇ। ਜੇ ਕੋਈ ਸਰਗਰਮੀ ਕਰਦੇ ਦਿਖਾਈ ਦਿੰਦੇ ਨੇ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਘਿਰਾਓ ਜਿਹੜਾ ਉਹ ਕੀਤਾ ਜਾਂਦਾ। ਹਾਂ ਬਿਲਕੁਲ ਜੀ, ਜਿਹੜਾ ਕਰੋਨਾ ਦਾ ਕਹਿਰ ਆ ਉਹ ਪੂਰੀ ਦੁਨੀਆ ਦੇ ਵਿੱਚ ਦੁਬਾਰਾ ਫੇਰ ਜਿਹੜੀ ਥਰਡ ਵੇਵ ਸ਼ੁਰੂ ਹੋ ਗਈ ਆ। ਪੰਜਾਬ ਦੇ ਵਿੱਚ ਵੀ ਜਿਹੜੇ ਕੇਸ ਕਾਫੀ ਜ਼ਿਆਦਾ ਆਏ ਤੇ ਕਹਿੰਦੇ 81% ਜਿਹੜੇ ਉਹਦੇ ਵਿੱਚੋਂ ਯੂਕੇ ਵੇਰੀਐਂਟ ਤੇ ਪਾਏ ਗਏ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਤੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਜਿਹੜੀ ਕਰਨਾਟਕ ਆਉਣ ਵਾਲਿਆਂ ਦੀ ਕਹਿੰਦੇ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਆ ਜੀ। ਦੇਖੋ ਜੀ, ਕਰਨਾਟਕਾ ਦੇ ਵਿੱਚ ਯੇਦੀਯੂਰੱਪਾ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ ਤੇ ਉਹ ਸਰਕਾਰ ਕਿਸ ਤਰ੍ਹਾਂ ਜੋੜ ਤੋੜ ਕੇ ਬਣੀ ਹੈ ਸਭ ਨੂੰ ਪਤਾ ਹੈ। ਤਾਂ ਇਹਦੇ ਬਾਅਦ ਯੇਦੀਯੂਰੱਪਾ ਦੀ ਕੁਰਸੀ ਵੀ ਹੁਣ ਜਿਹੜੀ ਉਹ ਖਤਰੇ 'ਚ ਦਿਖਾਈ ਦੇ ਰਹੀ ਹੈ। ਕੁਝ ਲੀਡਰ ਇਹ ਮੰਗ ਕਰ ਰਹੇ ਨੇ ਕਿ ਯੇਦੀਯੂਰੱਪਾ ਸਾਹਿਬ ਜੰਮ ਕੇ ਜਿਹੜੀ ਹੈ ਕਰਪਸ਼ਨ ਕਰ ਰਹੇ ਨੇ, ਰੱਜ ਕੇ ਕਰਪਸ਼ਨ ਕਰ ਰਹੇ ਨੇ ਲਗਾਤਾਰ, ਕਿਉਂਕਿ ਉਹਨਾਂ ਦਾ ਕਰਪਸ਼ਨ ਦਾ ਇੱਕ ਪੁਰਾਣਾ ਇਤਿਹਾਸ ਹੈ। ਇੱਕ ਸਮੇਂ ਸੀ ਕਿ ਜਦੋਂ ਵਾਜਪਾਈ ਸਰਕਾਰ ਸੀ ਤਾਂ ਉਦੋਂ ਵੀ ਯੇਦੀਯੂਰੱਪਾ ਜਿਹੜੇ ਸੀ ਉਹ ਕਰਨਾਟਕਾ ਦੇ ਮੁੱਖ ਮੰਤਰੀ ਸੀ ਤੇ ਉਸ ਸਮੇਂ ਭਾਜਪਾ ਜਿਹੜੀ ਹੈ ਉਹ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰਦੀ ਹੁੰਦੀ ਸੀ। ਤਾਂ ਉਦੋਂ ਲੋਕਪਾਲ ਉਹਨਾਂ ਨੇ ਲਿਆਂਦਾ ਤੇ ਲੋਕਪਾਲ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਇਹ ਰਿਪੋਰਟ ਦਿੱਤੀ ਕਿ ਯੇਦੀਯੂਰੱਪਾ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹ ਵੱਡੇ ਪੱਧਰ ਤੇ ਕਰਪਸ਼ਨ ਕਰ ਰਹੇ ਨੇ। ਤਾਂ ਉਹਦੇ ਬਾਅਦ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਤਾਂ ਫਿਰ ਜਦੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਪ੍ਰੈਸ਼ਰਾਈਜ਼ ਕੀਤਾ ਉਹਨਾਂ ਨੇ ਅਸਤੀਫਾ ਦਿੱਤਾ। ਤਾਂ ਹੁਣ ਇੱਕ ਵਾਰ ਮੁੜ ਤੋਂ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਤੇ ਜਿਹਨੇ ਆਪਣਾ ਮੁੱਖ ਜਿਹੜਾ ਹੁਣ ਕਰਨਾਟਕਾ ਵੱਲ ਕੀਤਾ ਹੈਗਾ। ਬੰਗਲੁਰੂ ਦੇ ਵਿੱਚ ਇੱਕ ਵੱਡਾ ਮਾਰਚ ਜਿਹੜਾ ਉਹ ਕਿਸਾਨਾਂ ਵੱਲੋਂ ਕੱਢਿਆ ਗਿਆ ਹੈਗਾ, ਜਿੱਥੇ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਵੀ ਹੋਈ ਤੇ ਇੱਕ ਵੱਡਾ ਮਾਰਚ ਜਿਹੜਾ ਕਿਸਾਨਾਂ ਨੇ ਕੱਢਿਆ। ਤਾਂ ਇਹ ਮਾਰਚ ਕੱਢਣ ਤੋਂ ਬਾਅਦ ਇਹ ਸੀ ਕਿ ਕਿਸਾਨਾਂ ਵੱਲੋਂ ਲਗਾਤਾਰ ਸਰਗਰਮੀਆਂ ਜਿਹੜੀਆਂ ਉਹ ਕਰਨਾਟਕ ਦੇ ਵਿੱਚ ਕੀਤੀਆਂ ਜਾਣੀਆਂ ਸੀਗੀਆਂ। ਕਰਨਾਟਕ ਦੀ ਮੰਡੀਆਂ ਤੋਂ ਜਿਹੜਾ ਸੀ ਉਹ MSP ਦਬਾਓ ਮੁਹਿੰਮ ਵੀ ਜਿਹੜੀ ਕਿਸਾਨਾਂ ਨੇ ਸ਼ੁਰੂ ਕੀਤੀ ਕਿ ਕਿਸਾਨਾਂ ਨੂੰ MSP ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਹੈ ਤੇ ਰਹੂਗੀ ਵੀ। ਤੇ ਇਸ ਕਰਕੇ ਕਰਨਾਟਕਾ 'ਚ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਕਿਸਾਨਾਂ ਨੇ ਉੱਥੋਂ ਸ਼ੁਰੂ ਕੀਤਾ ਕਿ MSP ਤੇ ਫਸਲ ਜਿਹੜੀ ਉਹ ਇੱਥੇ ਵਿਕਵਾਓ। ਇੱਥੇ ਵੀ MSP ਤੇ ਫਸਲ ਜਿਹੜੀ ਉਹ ਨਹੀਂ ਵਿਕ ਰਹੀ, ਇਸ ਲਈ ਇੱਕ ਵੱਡਾ ਮਾਰਚ ਕੱਢਿਆ ਗਿਆ, ਜਿਹਦੇ ਬਾਅਦ ਯੇਦੀਯੂਰੱਪਾ ਸਰਕਾਰ ਨੇ ਇਹ ਫੈਸਲਾ ਲਿਆ ਗਿਆ ਕਿ ਪੰਜਾਬ, ਮਹਾਰਾਸ਼ਟਰ ਤੇ ਕੇਰਲਾ ਦੇ ਵਿੱਚ ਕਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਆ ਰਹੇ ਨੇ ਤੇ ਇਸ ਕਰਕੇ ਜਿਹੜੇ ਇਹਨਾਂ ਸੂਬਿਆਂ ਤੋਂ ਲੋਕ ਆਉਂਦੇ ਨੇ ਉਹਨਾਂ ਦੀ ਸਖਤੀ ਨਾਲ ਸਕਰੀਨਿੰਗ ਕੀਤੀ ਜਾਵੇ। ਜੇ ਕਿਸੇ ਕੋਲੇ ਨੈਗੇਟਿਵ ਰਿਪੋਰਟ ਨਹੀਂ ਹੈਗੀ ਤਾਂ ਉਹਦਾ ਟੈਸਟ ਕੀਤਾ ਜਾਵੇ। ਟੈਸਟ ਕਰਨ ਤੋਂ ਬਾਅਦ ਜੇ ਨੈਗੇਟਿਵ ਆ ਫਿਰ ਹੀ ਸੂਬੇ 'ਚ ਆਉਣ ਦੀ ਆਗਿਆ ਜਿਹੜੀ ਉਹ ਦਿੱਤੀ ਜਾਵੇ ਉਹਨਾਂ ਨੂੰ। ਇਸ ਕਰਕੇ ਪੰਜਾਬ ਦੇ ਕਿਸਾਨ ਵੀ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਨੇ, ਮਹਾਰਾਸ਼ਟਰ ਦੇ ਕਿਸਾਨ ਵੀ ਉਹਦਾ ਹਿੱਸਾ ਨੇ। ਤੇ ਇਹਦੇ ਬਾਅਦ ਕਿਸਾਨ ਆਗੂਆਂ ਨੇ ਇਹੀ ਕਿਹਾ ਕਿ ਸੂਬਾ ਸਰਕਾਰ ਜਿਹੜੀ ਹੈ ਉਹ 3 ਖੇਤੀ ਕਾਨੂੰਨਾਂ ਵਿਰੁੱਧ ਜਿਹੜਾ ਰੋਹ ਫੈਲ ਰਿਹਾ ਹੈਗਾ, ਕਿਸਾਨਾਂ ਵੱਲੋਂ ਵੱਡਾ ਮਾਰਚ ਕਰਨਾਟਕਾ ਦੇ ਵਿੱਚ ਕਰਕੇ ਦਿਖਾਇਆ ਗਿਆ ਹੈਗਾ। ਤਾਂ ਉਹਦੇ ਬਾਅਦ ਫੈਸਲੇ ਲੈ ਰਹੀ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਕਰਨਾਟਕਾ ਦੇ ਵਿੱਚ ਉੱਠਿਆ ਹੈਗਾ ਉਹਨੂੰ ਦਬਾਇਆ ਜਾਵੇ। ਇਸ ਲਈ ਕਰੋਨਾ ਦਾ ਬਹਾਨਾ ਜਿਹੜਾ ਉਹ ਲਗਾਇਆ ਜਾ ਰਿਹਾ ਹੈਗਾ ਸਰਕਾਰ ਵੱਲੋਂ, ਖਾਸ ਕਰਕੇ 3 ਸੂਬਿਆਂ ਤੇ ਧਿਆਨ ਜਿਹੜਾ ਕੇਂਦਰਿਤ ਕੀਤਾ ਗਿਆ। ਪਰ ਭਾਜਪਾ ਕਹਿਣਾ ਕਿ ਜਿਸ ਤਰ੍ਹਾਂ ਕਰੋਨਾ ਦੇ ਕੇਸ ਇਹਨਾਂ ਸੂਬਿਆਂ 'ਚ ਵੱਧ ਰਹੇ ਨੇ ਤੇ ਕਰਨਾਟਕਾ 'ਚ ਉਸ ਹਿਸਾਬ ਨਾਲ ਕੇਸ ਨਹੀਂ ਹੈਗੇ, ਤਾਂ ਇਸ ਕਰਕੇ ਕਰੋਨਾ ਨੈਗੇਟਿਵ ਰਿਪੋਰਟ ਜਿਹੜੀ ਆ ਬਾਹਰੋਂ ਆਉਣ ਵਾਲਿਆਂ ਲਈ ਲਾਜ਼ਮੀ ਕੀਤੀ ਗਈ ਹੈ। ਹਾਂ ਬਿਲਕੁਲ ਜੀ, ਤਖਤ ਸਾਹਿਬਾਨ ਦੇ ਜਿਹੜੇ ਮੌਜੂਦਾ ਤੇ ਸਾਬਕਾ ਜਥੇਦਾਰ ਆਪਸ ਵਿੱਚ ਫਿਰ ਉਲਝ ਗਏ ਜੀ। ਦੇਖੋ ਜੀ, ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਹਮੇਸ਼ਾ ਚਰਚਾ ਦੇ ਵਿੱਚ ਤੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ। ਪਹਿਲਾਂ ਗਿਆਨੀ ਇਕਬਾਲ ਸਿੰਘ ਸੀਗੇ ਜਿਨ੍ਹਾਂ ਤੇ ਕੀ ਬਹੁਤ ਪ੍ਰਕਾਰ ਦੇ ਦੋਸ਼ ਲੱਗੇ ਕਿ ਉਹਨਾਂ ਨੇ ਦੂਜਾ ਵਿਆਹ ਵੀ ਜਿਹੜਾ ਕਰਵਾਇਆ ਹੋਇਆਗਾ। ਤਾਂ ਹੁਣ ਜਿਹੜੇ ਮੌਜੂਦਾ ਜਥੇਦਾਰ ਨੇ ਰਣਜੀਤ ਸਿੰਘ, ਤਾਂ ਉਹਨਾਂ ਨੇ ਇੱਕ FIR ਜਿਹੜੀ ਹੈ ਉਹ ਗਿਆਨੀ ਇਕਬਾਲ ਸਿੰਘ ਵਿਰੁੱਧ ਦਰਜ ਕਰਾਈ ਹੈ। ਉਹਨਾਂ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਇੱਕ ਵਾਰੀ ਮੇਰੇ ਕੋਲੇ ਆਏ ਸਨ ਕਿ ਤਖਤ ਸਾਹਿਬ ਦੇ ਲਈ ਫੰਡ ਚਾਹੀਦੇ ਨੇ, ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਨੂੰ ਫੰਡ ਜਿਹੜੇ ਉਹ ਦਿੱਤੇ ਗਏ ਸੀ। ਤਾਂ ਜਦੋਂ ਉਹ ਰਿਕਾਰਡ ਚੈੱਕ ਕੀਤਾ ਉਹਨਾਂ ਨੇ ਹੁਣ ਜਥੇਦਾਰ ਬਣਨ ਤੋਂ ਬਾਅਦ, ਤਾਂ ਉਹ ਰਿਕਾਰਡ ਦੇ ਵਿੱਚ ਉਹ ਪੈਸੇ ਜਿਹੜੇ ਸੀ ਉਹ ਤਖਤ ਸਾਹਿਬ ਦੇ ਖਾਤੇ 'ਚ ਜਮ੍ਹਾਂ ਹੀ ਨਹੀਂ ਹੋਏ। ਉਹ ਪੁਰਾਣੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਉਹ ਨਿੱਜੀ ਤੌਰ ਤੇ ਜਿਹੜੇ ਉਹ ਵਰਤ ਲਏ, ਕਿਉਂਕਿ ਗਿਆਨੀ ਇਕਬਾਲ ਸਿੰਘ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਤੇ 2 ਵਿਆਹ ਕਰਾਉਣ ਦੇ ਵੀ ਦੋਸ਼ ਨੇ। ਇਸ ਤੋਂ ਇਲਾਵਾ ਇੱਕ ਵਾਰੀ ਇਹ ਵੀ ਖਬਰ ਸੁਰਖੀਆਂ 'ਚ ਆਈ ਸੀ ਕਿ ਉਹ ਵਿਦੇਸ਼ਾਂ ਦੇ ਵਿੱਚ ਗਏ ਸੀ, ਉੱਥੋਂ 80-85 ਲੱਖ ਰੁਪਇਆ ਉਹਨਾਂ ਨੂੰ ਸੰਗਤਾਂ ਨੇ ਜਿਹੜਾ ਦਸਵੰਧ ਦੇ ਰੂਪ 'ਚ ਦਿੱਤਾ ਤੇ ਉਹ ਪੈਸਾ ਵੀ ਤਖਤ ਸਾਹਿਬ ਦੇ ਖਾਤੇ 'ਚ ਜਿਹੜਾ ਉਹ ਜਮ੍ਹਾਂ ਨਹੀਂ ਹੋਇਆ। ਇੱਕ ਵਾਰੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸੀਗੇ, ਉਦੋਂ ਵੀ ਗਿਆਨੀ ਇਕਬਾਲ ਸਿੰਘ ਜੀ ਸਟੇਜ 'ਤੇ ਲੜ ਪਏ ਸੀ ਤੇ ਉਹਦੇ ਬਾਅਦ ਉਹ ਥਾਣੇ ਜਾ ਕੇ ਬੈਠ ਗਏ ਸੀ ਕਿ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਪਟਨਾ ਸਾਹਿਬ ਦੀ, ਉਹਦੇ ਵਿਰੁੱਧ FIR ਜਿਹੜੀ ਉਹ ਦਰਜ ਕੀਤੀ ਜਾਵੇ। ਤੇ ਇਸ ਕਰਕੇ ਤਖਤ ਸ੍ਰੀ ਪਟਨਾ ਸਾਹਿਬ ਬੜਾ ਪਵਿੱਤਰ ਤੇ ਅਹਿਮ ਤਖਤ ਹੈ ਸਿੱਖ ਕਮਿਊਨਿਟੀ ਦੇ ਲਈ, ਪਰ ਉਹਨਾਂ ਦੇ ਜਥੇਦਾਰਾਂ ਵੱਲੋਂ ਇਹ ਜੋ ਕੁਝ ਕੀਤਾ ਜਾਂਦਾ ਲਗਾਤਾਰ ਕਿ ਉਹ ਥਾਣਿਆਂ 'ਚ ਹੀ ਰਹਿੰਦੇ ਨੇ ਇੱਕ ਦੂਜੇ ਦੇ ਵਿਰੁੱਧ,
ਤੇ ਇਸ ਕਰਕੇ ਇਹਦੇ ਨਾਲ ਸਿੱਖਾਂ ਦੀ ਇਮੇਜ ਜਿਹੜੀ ਹੈ, ਸਿੱਖ ਕਮਿਊਨਿਟੀ ਦੀ ਇਮੇਜ ਨੂੰ ਜਿਹੜੀ ਉਹ ਵੱਡੀ ਛੱਟ ਲੱਗਦੀ ਹੈ। ਇਸ ਕਰਕੇ ਤਾਂ ਹੀ ਮੰਗ ਜਿਹੜੀ ਉਹ ਲਗਾਤਾਰ ਉਠਾਈ ਜਾਂਦੀ ਹੈ ਕਿ ਜਿਹੜੇ ਸਿੰਘ ਸਾਹਿਬ ਹੋਣ, ਜਿਹੜੇ ਜਥੇਦਾਰ ਸਾਹਿਬਾਨ ਅਪੁਆਇੰਟ ਕੀਤੇ ਜਾਣ ਤਖਤ ਸਾਹਿਬਾਨ ਦੇ, ਉਹ ਪੜ੍ਹੇ ਲਿਖੇ, ਸੂਝਵਾਨ ਤੇ ਕੌਮ ਨੂੰ ਸਮਰਪਿਤ ਹੋਣੇ ਚਾਹੀਦੇ ਨੇ। ਪਰ ਜੇ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੀ ਗੱਲ ਕਰ ਲਈਏ ਆਪਾਂ, ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਆ ਤਾਂ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਦੇਖ ਲਓ, ਜਾਂ ਗਿਆਨੀ ਗੁਰਮੁਖ ਸਿੰਘ ਵੀ ਜਥੇਦਾਰ ਰਹੇ ਨੇ, ਉਹਨਾਂ ਦਾ ਕਾਰਜਕਾਲ ਵੀ ਦੇਖ ਲਓ। ਤਾਂ ਜਥੇਦਾਰਾਂ ਦੀ ਅਜਿਹੀਆਂ ਕਾਰਵਾਈਆਂ ਦੇ ਨਾਲ ਜਿਹੜਾ ਹੈ ਸਿੱਖ ਕਮਿਊਨਿਟੀ ਦਾ ਨਾਮ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ। ਇਸ ਕਰਕੇ ਸਿੰਘ ਸਾਹਿਬਾਨ ਜਿਹੜੇ ਅਪੁਆਇੰਟ ਕੀਤੇ ਜਾਣ ਉਹ ਕੌਮ ਨੂੰ ਸਮਰਪਿਤ, ਪੜ੍ਹੇ ਲਿਖੇ ਜਿਹੜੇ ਉਹ ਹੋਣੇ ਚਾਹੀਦੇ ਨੇ। ਬਿਲਕੁਲ ਜੀ, ਚੱਲਦੇ ਆਪਾਂ ਕਾਲਾਂ ਲੈਣੇ ਜੀ। ਸਭ ਤੋਂ ਪਹਿਲਾਂ ਪਹਿਲੀ ਕਾਲ ਤੇ ਹਾਂਜੀ 26 ਸਵਾਗਤ ਹੈ ਵੀਰ ਜੀ। ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹਨੂੰ ਮੇਰਾ ਇਹ ਸਵਾਲ ਆ ਵੀ ਆਪਾਂ ਸਾਰੇ ਤਾਂ ਕਹੀ ਜਾਂਦੇ ਜੀ ਉੱਥੇ ਕਿਸਾਨੀ ਮੋਰਚਾ ਚੱਲ ਰਿਹਾ ਆ ਜੀ, ਅਸੀਂ ਵੀ ਕਹਿੰਦੇ, ਤੁਸੀਂ ਵੀ ਕਹਿ ਰਹੇ ਆ, ਸਾਰੀ ਪਰਿਵਾਰ ਹੀ ਕਹਿ ਰਹੇ ਆ। ਮੈਨੂੰ ਇੱਕ ਗੱਲ ਸਮਝੋ, ਹੁਣ ਇਹਨਾਂ ਨੇ ਦੁਆ ਨਹੀਂ ਕੀਤੀ, ਆਮ ਪਾਰਟੀ ਨੇ ਕੀਤੀ ਸੀ ਆਹ ਰੈਲੀ, ਤਾਂ ਉੱਥੇ ਦੇਖੋ ਸਾਡੇ ਬੰਦਿਆਂ ਦਾ ਕਿੱਦਾਂ ਇਕੱਠ ਪਹੁੰਚ ਗਿਆ। ਦੂਏ ਪਾਸੇ ਸੁਖਵੀਰ ਨੇ ਕੀਤੀ, ਉਹਦੇ ਕਿੱਦਾਂ ਇਕੱਠ ਪਹੁੰਚ ਗਿਆ। ਜਿੱਦਾਂ ਹੁਣ ਇਹ ਗਰੇਵਾਲ ਉਹਨਾਂ ਨੂੰ ਭਜਾਉਂਦੇ ਆ, ਏਦਾਂ ਤੇ ਸੁਖਵੀਰ ਉਹਨਾਂ ਨੂੰ ਭਜਾਉਂਦੇ ਰਹੇ ਜਦੋਂ ਬਰਗਾੜੀ ਕਾਂਡ ਹੋਇਆ ਸੀਗਾ ਜੀ। ਇਹ ਦੁਨੀਆ ਜਾਊ ਕਿਹੜੇ ਪਾਸੇ, ਮੈਨੂੰ ਇਹਦਾ ਜਵਾਬ ਚਾਹੀਦਾ। ਬਾਕੀ ਹੋਰ ਦਾ ਬਾਕੀ ਦੀ ਜਥੇਦਾਰਾਂ ਦੀ ਗੱਲ, ਜਥੇਦਾਰ ਜਿੱਦਾਂ ਤੱਕ ਮਜ਼੍ਹਬੀ ਸਿੰਘ ਨਹੀਂ ਅਕਾਲ ਤਖਤ ਦੇ ਜਥੇਦਾਰ ਬਣਦੇ, ਜਦ ਤੱਕ ਵੀਰ ਜੀ ਫੈਸਲੇ ਨਹੀਂ ਹੋਣੇ। ਉਹ ਜਿਹੜੇ ਮਜ਼੍ਹਬੀ ਸਿੰਘ ਹੁੰਦੇ ਆ ਇਹ ਕੱਟੜ ਹੁੰਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਕਾਲੀ ਫੂਲਾ ਸਿੰਘ ਉਹ ਵੀ ਮਜ਼੍ਹਬੀ ਸਿੰਘ ਸੀ, ਫਿਰ ਬਾਬਾ ਦੀਪ ਸਿੰਘ ਸੀ ਉਹ ਵੀ ਆਪਣੇ ਮਜ਼੍ਹਬੀ ਸਿੰਘ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਸ਼ਾਇਦ ਨਹੀਂ ਕਿਸੇ ਨੂੰ ਪਤਾ, ਮੈਂ ਦੱਸ ਦਿੰਦਾ। ਮੈਂ ਕਹਿੰਦਾ ਹਿਸਟਰੀ ਪੜ੍ਹੀ ਇਹਨਾਂ ਦੀ, ਮੈਨੂੰ ਮੈਂ ਕਿਹੜਾ ਦੇਖੀ ਆ, ਲੇਕਿਨ ਮੈਂ ਹਿਸਟਰੀ ਕਿਉਂ ਪੜ੍ਹੀ ਸੀ। ਕਹਿੰਦੇ ਜਿੰਨੇ ਵੀ ਇਹ ਕੱਟੜ ਹੋਏ ਆ ਸਿੰਘ, ਜਿਨ੍ਹਾਂ ਨੇ ਜਾਣੀ ਕਿ ਕੌਮ ਦੀ ਖਾਤਰ ਖੜੇ ਆ, ਇਹ ਕਹਿੰਦੇ ਮਜ਼੍ਹਬੀ ਸਿੰਘ ਹੀ ਹੋਏ ਆ। ਫਿਰ ਸੁੱਖਾ ਸਿੰਘ, ਮਤਾਬ ਸਿੰਘ ਲਾ ਲਓ, ਉਹ ਵੀ ਕਹਿੰਦੇ ਇਹੀ ਸੀਗੇ। ਇੱਥੇ ਇਹਨਾਂ ਨੇ ਢੋਲਕੀ ਛਾਣੇ ਵਾਲੇ ਤਾਂ ਇਕੱਠੇ ਕੀਤੇ ਆ, ਇਹਦਾ ਤਾਂ ਲੌਂਗੋ ਵਾਲੇ ਵੀ ਢੋਲਕੀ ਵਜਾਉਂਦਾ ਰਿਹਾ, ਕਹਿੰਦੇ ਆਹ ਕਸ਼ਹਿਰੇ ਵੇਚਦਾ ਰਿਹਾ ਜਿਹੜਾ ਪਹਿਲਾਂ ਗਿਆ ਇੱਥੇ ਕੱਲ ਦਾ ਜਸਰ, ਤੇ ਕਸ਼ਹਿਰੇ ਵੇਚਣ ਵਾਲਿਆਂ ਨੇ ਕੀ ਸਟੈਂਡ ਲੈਣੀ ਆ, ਤੁਸੀਂ ਆਹ ਸੋਚੋ ਜੀ। ਬਿਲਕੁਲ ਅਰਸ਼ਦੀਪ, ਹਾਂਜੀ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਇਹਨਾਂ ਨੇ ਸਭ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਬਾਰੇ ਗੱਲ ਕੀਤੀ ਹੈ ਜੀ, ਦੇਖੋ ਸਿੰਘ ਜਿਹੜਾ ਅੰਮ੍ਰਿਤਧਾਰੀ ਹੈ, ਪੂਰਨ ਅੰਮ੍ਰਿਤਧਾਰੀ ਹੈ, ਗੁਰੂ ਦੀ ਮਰਿਆਦਾ ਅਨੁਸਾਰ ਚੱਲਦਾ, ਉਹ ਸਿੰਘ ਹੈ। ਇਸ ਕਰਕੇ ਉਹਨੂੰ ਕਿਸੇ ਵੀ ਜਾਤ ਜਾਂ ਕਿਸੇ ਪਾਸੇ ਤੋਲਣਾ ਜਿਹੜਾ ਉਹ ਗਲਤ ਹੈਗਾ। ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਗੁਰੂ ਨੂੰ ਸਮਰਪਿਤ ਪੜ੍ਹਿਆ ਲਿਖਿਆ ਜਿਹੜਾ ਹੈ ਉਹ ਤਖਤ ਸਾਹਿਬਾਨ ਦਾ ਜਥੇਦਾਰ ਜਿਹੜਾ ਅਪੁਆਇੰਟ ਹੋਣਾ ਚਾਹੀਦਾ ਗਾ। ਪੂਰਨ ਗੁਰਸਿੱਖ ਹੋਵੇ, ਗੁਰੂ ਮਰਿਆਦਾ ਤੇ ਕੌਮ ਨੂੰ ਸਮਰਪਿਤ ਹੋਵੇ ਤੇ ਐਜੂਕੇਟਡ ਹੋਵੇ, ਗੁਰ ਮਰਿਆਦਾ ਦਾ ਵੀ ਪੂਰੀ ਜਾਣਕਾਰੀ ਹੋਵੇ ਤੇ ਬਾਕੀ ਵੀ ਜਿਹੜੀ ਹੈ ਉਹ ਜਾਣਕਾਰੀ ਪੂਰਨ ਰੂਪ ਚ ਹੋਵੇ। ਨੰਬਰ 2 ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਕੀਤੀ ਹੈ ਕਿ ਦੇਖੋ ਰੈਲੀਆਂ 'ਚ ਇਕੱਠ ਕਰਨੇ ਜਿਹੜੇ ਆ ਉਹ ਵੱਡੀ ਗੱਲ ਨਹੀਂ ਹੁੰਦੀ। ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ ਕਿ ਰੈਲੀਆਂ ਦੇ ਵਿੱਚ ਇਕੱਠ ਜਿਹੜੇ ਨੇ ਉਹ ਹੋ ਜਾਂਦੇ ਨੇ ਕਿਉਂਕਿ 3 ਕਰੋੜ ਪਾਪੂਲੇਸ਼ਨ ਆ ਪੰਜਾਬ ਦੀ, ਤਾਂ 3 ਕਰੋੜ ਪਾਪੂਲੇਸ਼ਨ ਚੋਂ 20-50 ਹਜ਼ਾਰ ਬੰਦਾ ਕਿਤੇ ਇਕੱਠਾ ਕਰਨਾ ਤੇ ਉਹ ਵੀ ਸਿਆਸੀ ਪਾਰਟੀਆਂ ਵੱਲੋਂ ਕੋਈ ਵੱਡੀ ਗੱਲ ਨਹੀਂ। ਬਹੁਤ ਸਾਰੇ ਲੋੜਵੰਦ ਪੰਜਾਬ ਦੇ ਵਿੱਚ ਵੀ ਨੇ ਜਿਹੜੇ ਕਿ ਇਸ ਹੱਦ ਤੱਕ ਮਜਬੂਰ ਹੋ ਚੁੱਕੇ ਨੇ, ਜਾਂ ਕਹਿ ਲਓ ਕਿ ਇਸ ਹੱਦ ਤੱਕ ਬੇਰੁਜ਼ਗਾਰ ਤੇ ਮਜਬੂਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਰੈਲੀਆਂ 'ਚ ਲਿਆਉਣਾ ਜਿਹੜਾ ਉਹ ਕਿਸੇ ਵੀ ਪਾਰਟੀ ਵੱਲੋਂ ਕੋਈ ਔਖਾ ਕੰਮ ਨਹੀਂ ਹੈ। ਪਰ ਜੇ ਆਪਾਂ ਪੰਜਾਬ ਦੇ ਲੋਕਾਂ ਦੀ ਸਿਆਸੀ ਸਮਝ ਤੇ ਉਹਦੀ ਗੱਲ ਕਰੀਏ ਤਾਂ ਉਹ ਕਿਸਾਨੀ ਅੰਦੋਲਨ ਫਿਲਹਾਲ ਚੱਲ ਰਿਹਾ ਗਾ, ਤਾਂ ਇਹਦੇ ਸਿੱਟੇ ਤੇ ਇਹਦੇ ਰਿਜ਼ਲਟ ਕੀ ਨਿਕਲਦੇ ਨੇ ਇਹਦੇ ਤੇ ਬਹੁਤ ਕੁਝ ਜਿਹੜਾ ਡਿਪੈਂਡ ਕਰੂਗਾ, ਕਿਉਂਕਿ ਪੰਜਾਬੀ ਅਕਸਰ ਜਲਦੀ ਭੁੱਲ ਜਾਂਦੇ ਨੇ। ਇਹਦੇ 'ਚ ਕੋਈ ਦੋ ਰਾਏ ਜਿਹੜੀ ਹੈ ਉਹ ਨਹੀਂ ਹੈਗੀ ਕਿਸੇ ਨੂੰ ਵੀ, ਕਿਉਂਕਿ ਇਤਿਹਾਸ ਤੱਕ ਕੇ ਦੇਖ ਲਈਏ ਤਾਂ ਜਲਦੀ ਜਿਹੜਾ ਉਹ ਭੁੱਲ ਜਾਂਦੇ ਨੇ। ਸਿਆਸੀ ਲੋਕ ਬਹੁਤ ਕੁਝ ਕਰਨ ਤੋਂ ਬਾਅਦ ਦੁਬਾਰਾ ਵੀ ਸੱਤਾ ਦੀਆਂ ਗੱਦੀਆਂ ਤੇ ਜਿਹੜਾ ਉਹ ਬੈਠਦੇ ਰਹੇ ਨੇ। ਤੇ ਇਸ ਕਰਕੇ ਕਿਸਾਨੀ ਅੰਦੋਲਨ ਤੇ ਬਹੁਤ ਕੁਝ ਇਸ ਵਾਰ ਡਿਪੈਂਡ ਕਰੂਗਾ। ਇਕੱਠ ਭਾਵੇਂ ਸਾਰੀਆਂ ਧਿਰਾਂ ਦੇ ਹੁੰਦੇ ਰਹਿੰਦੇ ਨੇ, ਕਿਉਂਕਿ 20-50 ਹਜ਼ਾਰ ਬੰਦੇ ਦਾ ਇਕੱਠ ਕਰਨਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਸਾਰੀਆਂ ਪਾਰਟੀਆਂ ਕੋਲੇ ਮਸਲ ਵੀ ਹੈ, ਪੈਸਾ ਵੀ ਹੈ, ਪਾਵਰ ਵੀ ਹੈ, ਸਭ ਕੁਝ ਹੈ। ਤਾਂ ਇਸ ਕਰਕੇ ਕਿਸਾਨੀ ਅੰਦੋਲਨ ਤੇ ਡਿਪੈਂਡ ਕਰੂਗਾ ਕਿ ਪੰਜਾਬ ਦੇ ਲੋਕ ਆਖਰਕਾਰ ਕਿੱਧਰ ਨੂੰ ਜਾਊਗਾ, ਸਿਆਸੀ ਝੁਕਾਅ ਪੰਜਾਬ ਦਾ ਜਿਹੜਾ ਉਹ ਕਿਹੜੇ ਪਾਸੇ ਜਾਊਗਾ। ਜੀ ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 0849 ਸਵਾਗਤ ਹੈ ਜੀ। ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਪਹਿਲਾਂ ਤਾਂ ਮੈਂ ਕੌਮ ਦੇ ਮਹਾਨ ਸ਼ਹੀਦ ਰਾਜਗੁਰੂ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਕੋਟੇ ਪ੍ਰਣਾਮ ਜੀ। ਜੀ ਦੂਜਾ ਅਰਸ਼ਵੀਰ ਜੀ ਨੇ ਬੜਾ ਵਧੀਆ ਆਨਸਰ ਦਿੱਤਾ ਜਿਹੜੇ ਆਪਣੇ ਜਥੇਦਾਰਾਂ ਵਾਸਤੇ। ਮੈਂ ਵੀ ਸਹਿਮਤ ਹਾਂ ਜੀ, ਕੋਈ ਵੀ ਬੰਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਜਿਹੜਾ ਸਮਰਪਿਤ ਬੰਦਾ ਉਹ ਵਧੀਆ ਫੈਸਲੇ ਲੈਂਦਾ। ਬਿਲਕੁਲ ਸਮਰਪਿਤ ਹੈ ਨਾ। ਹਾਂਜੀ ਅਰਸ਼ਵੀਰ ਜੀ ਇੱਕ ਹਫ਼ਤਾ ਕੁ ਪਹਿਲਾਂ ਇੱਕ CM ਵੱਲੋਂ, BJP ਦਾ CM ਸੀਗਾ, ਉਹਨੇ ਪਾਰਟੀਆਂ ਪੈਂਟਾਂ ਬਾਰੇ ਗੱਲ ਕੀਤੀ ਸੀਗੀ, ਲੇਡੀਜ਼ ਬਾਰੇ, ਜਿਹੜੇ ਲੇਡੀਜ਼ ਪਾਉਂਦੀਆਂ ਨਾ, ਉਹ ਕਾਫੀ ਚਰਚਾ 'ਚ ਰਿਹਾ।
ਉਹਦਾ ਇੱਕ ਚਰਚਾ ਵਾਲਾ ਹੋਰ ਇੱਕ ਬਿਆਨ ਆਇਆ, ਕਹਿੰਦਾ ਭਾਰਤ ਜਿਹੜਾ ਆ 200 ਸਾਲ ਅਮਰੀਕਾ ਦੇ ਅੰਡਰ ਰਿਹਾ, ਅਮਰੀਕਾ ਦਾ ਗੁਲਾਮ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜੇ CM ਹੋਗੇ ਜਿਨ੍ਹਾਂ ਨੂੰ ਮਾੜਾ ਮੋਟਾ ਆਪਣੀ ਹਿਸਟਰੀ ਦਾ ਨਹੀਂ ਪਤਾ, ਉਹ ਪਹਿਲੀ ਗੱਲ ਤਾਂ ਉਹ ਕੀ ਉਹ ਬਣਨ ਦੇ ਲਾਇਕ ਹੈਗੇ ਆ CM ਬਣਨ ਦੇ? ਧੱਕੇ ਨਾਲ ਹੀ ਜਿਹੜੇ ਬਣੀ ਜਾਂਦੇ ਆ ਨਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਉਹਦੀ ਸੁਣਨਾ ਜੀ। ਧੰਨਵਾਦ ਜੀ, ਧੰਨਵਾਦ। ਕਿਤੇ ਇਹ ਤਾਂ ਨਹੀਂ ਆਉਣ ਵਾਲਾ ਸਮਾਂ ਕਹਿ ਦਿੱਤਾ ਵੀ ਆਉਣ ਵਾਲਾ 200 ਸਾਲ ਗੁਲਾਮ ਰਹੂਗਾ? ਇਹ ਤਾਂ ਹੋ ਸਕਦਾ ਜਿੱਦਾਂ ਦੇ ਮੋਦੀ ਦੇ ਹਾਲਾਤ ਆ ਦੇਸ਼ ਲਈ, ਉਹ ਹੋ ਸਕਦਾ ਵੀ ਆਉਣ ਵਾਲੇ 2 ਸਾਲ ਲਈ ਗੁਲਾਮ ਕਰ ਦੇਵੇ। ਜੀ ਅਰਸ਼ਦੀਪ। ਦੇਖੋ ਜੀ, ਇਹ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਗੱਲ ਕਰ ਰਹੇ ਆ। ਤਰਵਿੰਦਰ ਸਿੰਘ ਰਾਵਤ ਉੱਤਰਾਖੰਡ ਦੇ ਮੁੱਖ ਮੰਤਰੀ ਸੀ ਤੇ ਭਾਜਪਾ ਦੀ ਸਰਕਾਰ ਪੂਰਨ ਮੈਜੋਰਟੀ ਸੀ ਤੇ 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਦਾ ਗ੍ਰਾਫ ਜਿਹੜਾ ਹੈ ਉਹ ਬਹੁਤ ਤੇਜ਼ੀ ਨਾਲ ਥੱਲੇ ਡਿੱਗਿਆ। ਤਾਂ ਮੁੱਖ ਮੰਤਰੀ ਦਾ ਗ੍ਰਾਫ ਇਸ ਹੱਦ ਤੱਕ ਥੱਲੇ ਡਿੱਗਿਆ ਕਿ ਇੰਡੀਆ ਦੇ ਸਭ ਤੋਂ ਜ਼ਿਆਦਾ ਨਾਪਸੰਦੀਦੇ ਜਿਹੜੇ ਚੀਫ ਮਿਨਿਸਟਰ ਸੀ ਉਹਨਾਂ ਚੋਂ ਪਹਿਲੇ ਨੰਬਰ ਤੇ ਆਏ, ਜਿਹੜੇ 2-4 ਅੰਕੜੇ ਜਿਹੜੇ ਨਿਕਲ ਕੇ ਸਾਹਮਣੇ ਆਏ। ਤਾਂ ਉਹਦੇ ਬਾਅਦ ਉਹਨਾਂ ਨੂੰ ਬਦਲ ਕੇ ਤੀਰਥ ਸਿੰਘ ਰਾਵਤ ਨੂੰ ਲਿਆਂਦਾ ਗਿਆ। ਤਾਂ ਤੀਰਥ ਸਿੰਘ ਰਾਵਤ ਜਦੋਂ ਦੇ ਸੱਤਾ ਦੀ ਕੁਰਸੀ ਤੇ ਆਏ ਨੇ, ਹਾਲੇ ਨਵੇਂ ਚੀਫ ਮਿਨਿਸਟਰ ਨੇ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਉਹ ਇਹੀ ਦਿੱਤਾ ਫਟੀ ਜੀਨ ਵਾਲਾ, ਜਿਹਦੇ ਬਾਅਦ ਉਹਨਾਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ, ਵਿਰੋਧ ਦਾ ਸਾਹਮਣਾ ਕਰਨਾ ਪਿਆ। ਫਿਰ ਆਖਰਕਾਰ ਉਹਨਾਂ ਨੇ ਜਿਹੜੀ ਉਹ ਮਾਫੀ ਮੰਗੀ। ਤਾਂ ਇਹਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਕਿ 200 ਸਾਲ ਅਮਰੀਕਾ ਦੇ ਗੁਲਾਮ ਰਹੇ ਆ, ਤਾਂ ਇਹ ਵੀ ਜਿਹੜਾ ਸੀ ਇਹਦੀ ਵੀ ਬਹੁਤ ਜ਼ਿਆਦਾ ਨਿਖੇਧੀ ਹੋਈ ਤੇ ਸੋਸ਼ਲ ਮੀਡੀਆ ਤੇ ਉਹ ਟਰੋਲ ਵੀ ਹੋਏ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਕੁਝ ਲੋਕ ਜੈਲਸੀ ਕਰ ਰਹੇ ਆ ਕਿ ਜਿਨ੍ਹਾਂ ਦੇ ਪਰਿਵਾਰਾਂ 'ਚ 20 ਬੱਚੇ ਆ, ਉਹਨਾਂ ਨੂੰ 1-1 ਕੁਆਂਟਲ ਜਿਹੜੀ ਆ ਉਹ ਰਾਸ਼ਨ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੈਲਸੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਉਦੋਂ 2 ਦੀ ਥਾਂ ਤੇ 20 ਬੱਚੇ ਜੰਮਣੇ ਚਾਹੀਦੇ ਸੀ। ਯਾਨੀ ਕਿ ਭਾਰਤ ਜਿੱਥੇ ਕਿ ਪਾਪੂਲੇਸ਼ਨ ਗਰੋਥ ਜਿਹੜੀ ਆ ਉਹ ਪਹਿਲਾਂ ਹੀ ਖਤਰਨਾਕ ਮੋੜ ਤੇ ਚੱਲ ਰਹੀ ਹੈ, ਆਬਾਦੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਭੁੱਖਮਰੀ ਜਿਹੜੀ ਹੈ ਬਹੁਤ ਜ਼ਿਆਦਾ ਹੈਗੀ। 30-35 ਕਰੋੜ ਲੋਕ ਜਿਹੜੇ ਨੇ ਇੱਕ ਡੰਗ ਦੀ ਰੋਟੀ ਖਾਂਦੇ ਨੇ। ਇਸ ਤੋਂ ਇਲਾਵਾ ਗੁਰਬਤ ਜਿਹੜੀ ਹੈ ਉਹ UP, ਬਿਹਾਰ ਦੇ ਵਿੱਚ ਜਾਂ ਛੱਤੀਸਗੜ੍ਹ ਵਰਗੇ ਸੂਬਿਆਂ 'ਚ ਬਹੁਤ ਤੇਜ਼ੀ ਨਾਲ ਅਸੀਂ ਦੇਖ ਸਕਦੇ ਹਾਂ ਕਿ ਉੱਥੇ ਲੋਕਾਂ ਦੀ ਜਿਹੜੀ ਹਾਲਤ ਕੀ ਹੈ, ਆਰਥਿਕ ਹਾਲਤ ਕੀ ਹੈਗੀ। ਤਾਂ ਇਸ ਕਰਕੇ ਜਿਹੜੇ ਮੁੱਖ ਮੰਤਰੀ ਲੱਗਦੇ ਨੇ, ਤਾਂ ਭਾਜਪਾ ਦੇ ਵਿੱਚ ਮੁੱਖ ਮੰਤਰੀ ਲੱਗਦੇ ਨੇ ਹਾਈ ਕਮਾਂਡ ਦੇ ਇਸ਼ਾਰੇ ਦੇ ਉੱਤੇ, ਕਾਂਗਰਸ ਦੇ ਵਿੱਚ ਵੀ ਹਾਈ ਕਮਾਂਡ ਦੇ ਇਸ਼ਾਰੇ ਤੇ ਲੱਗਦੇ ਨੇ। ਤੇ ਇਸ ਕਰਕੇ ਤੀਰਥ ਸਿੰਘ ਰਾਵਤ ਨੂੰ ਲਿਆਂਦਾ ਗਿਆ ਸੀਗਾ ਕਿ ਤਰਵਿੰਦਰ ਸਿੰਘ ਰਾਵਤ ਵੱਲੋਂ ਜਿਹੜਾ ਡੈਮੇਜ ਪਹੁੰਚਾਇਆ ਗਿਆ ਭਾਜਪਾ ਨੂੰ ਉਹਨੂੰ ਰਿਕਵਰ ਕਰਨ, ਪਰ ਉਹਨਾਂ ਨੇ ਜਿਹੜੇ ਬੈਕ ਟੂ ਬੈਕ ਬਿਆਨ ਦਿੱਤੇ ਤਾਂ ਉਹਦੇ ਬਾਅਦ ਉਹ ਲਗਾਤਾਰ ਟਰੋਲ ਵੀ ਹੋ ਰਹੇ ਨੇ। ਤੇ ਇਸ ਕਰਕੇ ਇਹ ਹੈ ਕਿ ਰਾਜਨੀਤਿਕ ਪਰਿਵਰਤਨ ਦੇ ਲਈ ਸਿਸਟਮ 'ਚ ਪਰਿਵਰਤਨ ਜਿਹੜਾ ਜ਼ਰੂਰੀ ਹੈਗਾ। ਲੋਕਾਂ ਨੂੰ ਕੋਈ ਧਿਰ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਪਰਿਵਰਤਨ ਲੈ ਕੇ ਆਵੇ। ਜੇ ਕੋਈ ਧਿਰ ਨਹੀਂ ਮਿਲੂਗੀ ਤਾਂ ਹਾਈ ਕਮਾਂਡ ਤਾਂ ਐਸੀ ਚੀਫ ਮਿਨਿਸਟਰ ਅਪੁਆਇੰਟ ਕਰਦੀ ਹੈ ਜਿਹੜੇ ਕਿ ਯੈਸ ਬੌਸ ਵਾਲੇ ਹੋਣ। ਇਸ ਕਰਕੇ ਉਹਦੇ 'ਚ ਤਾਂ ਫਿਰ ਇਹੀ ਕੁਝ ਨਿਕਲਦਾ। ਤਾਂ ਆਪਣੇ 3 ਬਿਆਨਾਂ ਤੋਂ ਬਾਅਦ ਤੀਰਥ ਸਿੰਘ ਰਾਵਤ ਜੀ ਕਰੋਨਾ ਪੋਜ਼ਿਟਿਵ ਨੇ, ਇਸ ਕਰਕੇ ਉਹ ਘਰੇ ਕੁਆਰੰਟਾਈਨ ਹੋ ਗਏ ਨੇ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਚੌਹਾਨ ਸਾਹਿਬ। ਤੇ ਜਿਹੜੀ ਇਹਨਾਂ ਨੇ ਤਖਤਾਂ ਦੇ ਜਥੇਦਾਰਾਂ ਦੀ ਗੱਲ ਕੀਤੀ ਹੈ ਨਾ, ਪੈਸੇ ਖਾਂਦੇ ਆ ਜੀ, ਮੈਨੂੰ ਤਾਂ ਕਿਸੇ ਵੀ ਧਾਰਮਿਕ ਸਥਾਨ ਤੇ ਮੈਨੂੰ ਏਦਾਂ ਦਾ ਬੰਦਾ ਨਹੀਂ ਦਿਸਿਆ ਜਿਹੜਾ ਉਹ ਉੱਥੇ ਪ੍ਰਧਾਨ ਹੋਵੇ ਤੋਂ ਪੈਸੇ ਨਾ ਖਾਂਦਾ ਹੋਵੇ। ਪੈਸੇ ਦੀ ਖਾਤਰ ਤਾਂ ਇੱਕ ਦੂਸਰੇ ਦੇ ਪੱਗੋਂ ਲੱਥੀ ਹੁੰਦੇ ਆ। ਜੇ ਪੈਸੇ ਨਾ ਖਾਣੇ ਹੋਣ, ਉੱਥੇ ਪੈਸੇ ਨਾ ਹੋਣ ਤਾਂ ਜਥੇਦਾਰ ਬਣੇ ਕੋਈ ਨਾ। ਮੈਨੂੰ ਇਹ ਲੱਗਦਾ ਅੱਜ ਕੱਲ੍ਹ ਜਥੇਦਾਰ ਬਣਦੇ ਪੈਸੇ ਲੁੱਟਣ ਦੀ ਖਾਤਰ ਆ, ਜਾਂ ਕੋਈ ਕਿਸਾਨਾਂ ਦਾ ਲੀਡਰ ਬਣ ਗਿਆ ਉਹ ਵੀ ਪੈਸੇ ਲੁੱਟਣ ਦੀ ਖਾਤਰ ਬਣਦਾ। ਇਹ ਖਿੱਚੋ ਧਾਨ ਹਰ ਜਗ੍ਹਾ ਪਈਓ ਆ। ਕੋਈ ਵੀ ਐਸੀ ਧਾਰਮਿਕ ਜਗ੍ਹਾ ਹੈ ਨਹੀਂ ਜਿੱਥੇ ਪੈਸੇ ਨਾ ਖਾਧੇ ਜਾਂਦੇ ਹੋਣ। ਜੇ ਪੈਸੇ ਉਹ ਨਾ ਖਾਧੇ ਜਾਂਦੇ ਹੋਣ ਤਾਂ ਸਾਡਾ ਅੱਜ ਪੰਜਾਬ ਜਿਹੜਾ ਉਹ ਬਾਕਿਆ ਸੋਨੇ ਦੀ ਚਿੜੀ ਹੁੰਦਾ, ਉੱਥੇ ਸੁਧਾਰ ਬਹੁਤ ਹੋ ਜਾਣਾ ਸੀ। ਕੋਈ ਗਰੀਬ ਨਹੀਂ ਸੀ ਰਹਿਣਾ। ਜਿੰਨਾ ਕਿ ਧਨ ਇਹ ਲੁੱਟ ਹੁੰਦਾ ਧਾਰਮਿਕ ਸਥਾਨਾਂ ਦੇ ਉੱਤੇ, ਜੇ ਕਿਤੇ ਧਰਮ ਦੇ ਕਾਰਜ ਤੇ ਲੱਗ ਜਾਵੇ ਤੇ ਮੈਨੂੰ ਮੈਦਲੀ ਪੰਜਾਬ ਵਿੱਚ ਕੋਈ ਵੀ ਤਕਲੀਫ, ਕੋਈ ਵੀ ਦੁੱਖ ਜਿਹੜਾ ਉਹ ਬਾਕੀ ਰਹਿ ਜਾਵੇ, ਪਰ ਲੱਗਦੇ ਨਹੀਂ। ਇਹ ਸਾਡੇ ਗੁਰੂਆਂ ਤੋਂ ਲੈ ਕੇ ਹੁਣ ਤੱਕ ਸਾਡੇ ਧਰਮ ਨੂੰ ਮਸਾਲੇ ਖਾਂਦੇ ਰਹੇ। ਗੁਰੂਆਂ ਨੇ ਤਾਂ ਉਹਨਾਂ ਨੂੰ ਸੋਧ ਦਿੱਤਾ ਸੀ, ਪਰ ਹੁਣ ਕੋਈ ਬੰਦਾ ਹੈ ਨਹੀਂ ਇਹਨਾਂ ਮਸਲਿਆਂ ਨੂੰ ਜਿਹੜਾ ਸੋਧੇ, ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਆ। ਸੋਧਣੇ ਵਾਲਿਆਂ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਮਸਲਿਆਂ ਦੀ ਆ। ਫਿਲਹਾਲ ਇਹਨਾਂ ਨੇ ਫੌਜਾਂ ਹੀ ਬਣਾਈਆਂ, ਕਿਸੇ ਨੂੰ ECPC ਕਹਿੰਦੇ, ਕਿਸੇ ਨੂੰ ਕੁਛ ਕਹਿੰਦੇ। ਇਹ ਸਾਰੀਆਂ ਇਹਨਾਂ ਦੀਆਂ ਫੌਜਾਂ ਆ ਪ੍ਰੋਟੈਕਸ਼ਨ ਵਾਸਤੇ। ਜੇ ਕੋਈ ਇਹਨਾਂ ਨੂੰ ਹਿਸਾਬ ਪੁੱਛੇ, ਇਹਨਾਂ ਫੌਜਾਂ ਨੂੰ ਉਹਨਾਂ ਦੇ ਉੱਤੇ ਛੱਡ ਦਿੰਦੇ ਆ। ਤੇ ਦੂਸਰੀ ਹੈਗੀ ਜਿਹੜੀ ਅਮਰੀਕਾ ਦੇ ਅੰਡਰ ਇੰਡੀਆ ਦੀ ਗੱਲ, ਦੇਖੋ ਜੇ ਆਉਣ ਵਾਲੇ 200 ਸਾਲ ਦੇ ਵਿੱਚ ਇੰਡੀਆ ਅਮਰੀਕਾ ਥੱਲੇ ਨਾ ਹੋਇਆ ਤੇ ਫਿਰ ਚਾਈਨਾ ਨੇ ਜ਼ਰੂਰ ਇਹਨੂੰ ਆਪਣੇ ਥੱਲੇ ਕਰ ਲੈਣਾ। ਮੇਰੇ ਤੋਂ ਆਹ ਲੱਛਣ ਦੀਦੇ, ਕਿਉਂਕਿ ਅਸੀਂ ਆਪਣੇ ਆਪ ਤੇ ਸਮਰੱਥ ਹੈ ਹੀ ਨਹੀਂ। ਆਪਣੇ ਵਾਸਤੇ ਕੋਈ ਆਰਮੀ ਟੂਲ ਹੀ ਬਣਾ ਦੇ। ਉਹ ਮਿਲਟਰੀ ਦੀਆਂ ਜਿਹੜੀਆਂ ਸੇਫਟੀ ਜਾਕਟਾਂ ਉਹ ਵੀ ਚਾਈਨਾ ਤੋਂ ਲੈਂਦੇ ਆ। ਇਹ ਜਾਕਟਾਂ ਮਾਰੀਆਂ ਉਹ ਜੇ ਦੇ ਦੇਵੇ
ਤਾਂ ਕੋਈ ਸਾਡਾ ਫੌਜੀ ਬਚਣਾ ਨੇ, ਉਹਨੂੰ ਪਤਾ ਜਦੋਂ ਹਮਲਾ ਕਰਨਾ ਜਗਟਾਂ ਨੂੰ ਕਿੱਦਾਂ ਦੀ ਭੇਜੋ ਦਾ ਹਮਲਾ ਹੋਊਗਾ। ਸਾਨੂੰ ਆਪਣੇ ਆਪ ਤੇ ਨਿਰਭਰ ਹੋਣਾ ਚਾਹੀਦਾ। ਗੌਰਮੈਂਟ ਨੂੰ ਸਿਰਫ ਇਹ ਜ਼ਿਮੀਂਦਾਰਾਂ ਦੇ ਢੇਡੇ ਕੇ ਲੈ ਕਦੀ ਮੁਸਲਮਾਨਾਂ ਨਾਲ ਲੈ ਕਦੀ ਕਸ਼ਮੀਰ ਬੁਲਾ ਦਿਓ, ਇਧਰੇ ਇਹ ਲੱਗਿਓ ਆ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਾਲੇ ਇਹ ਨਹੀਂ ਲੱਗਿਓ। ਜਹਾਜ਼ ਅਜੇ ਤੱਕ ਬਾਹਰੋਂ ਲੈ ਰਹੇ ਆ, ਚਾਈਨਾ ਹਰੇਕ ਚੀਜ਼ ਆਪਣੀ ਬਣਾਦਾ ਤੇ ਇਹ ਫਿਰ ਇਹ ਲੈ ਵੀ ਬਾਹਰੋਂ ਆਪ ਨਹੀਂ ਸਕਦੇ। ਉਹਦੇ ਵਿੱਚ ਵੀ ਇਹਨਾਂ ਨੂੰ ਵਿਚੋਲੇ ਚਾਹੀਦੇ ਆ, ਇੰਨੀ ਹਿੰਮਤ ਵੀ ਹੈ ਨਹੀਂ ਕਿਸੇ ਬਾਹਰਲੇ ਕੰਟਰੀ ਨਾਲ ਡੀਲਿੰਗ ਸਿੱਧੀ ਆਪ ਕਰ ਲੈਣ। ਉਹ ਵੀ ਵਿਚੋਲ ਦੇ ਪੈਸੇ ਖਾ ਜਾਂਦੇ ਆ। ਆਹ ਹਾਲ ਜਦੋਂ ਸਾਡੇ ਰਹੂਗੇ ਇਹ ਸਾਰੇ ਜਿਹੜੇ ਆ, ਜਿੱਦਾਂ ਤੁਸੀਂ ਤਖ਼ਤਾਂ ਦੀ ਗੱਲ ਕੀਤੀ ਆ, ਇਹ ਦਿੱਲੀ ਦਾ ਤਖ਼ਤ ਵੀ ਇਹ ਕੁਛ ਕਰਦਾ। ਜਿਹੜੇ ਉਹਨਾਂ ਦੇ ਮੋਹਰੇ ਪ੍ਰਧਾਨ ਬਣੇ ਉਹ ਵੀ ਏਦਾਂ ਲੁੱਟ ਕੇ ਖਾ ਰਹੇ ਆ। ਜਹਾਜ਼ਾਂ 'ਚ ਪਤਾ ਨਹੀਂ ਕਿੰਨਾ ਕੁ ਪੈਸਾ ਖਾ ਗਏ, ਕੋਈ ਹਿਸਾਬ ਨਹੀਂ ਕਿਤਾਬ ਨਹੀਂ। ਮੋਹਰੇ ਨਿੰਬੂ ਰੱਖ ਦਿਓ, ਮੱਥਾ ਟੇਕ ਦਿਓ, ਆਹੀ ਕੁਛ ਇਹਨਾਂ ਨੂੰ ਪਤਾ ਆ। ਚਾਈਨਾ ਜਿਹੜਾ ਬਹੁਤ ਕੁਝ ਕਰ ਚੁੱਕਾ ਆ ਤੇ ਇਹਨਾਂ ਨੂੰ ਕਰਨਾ ਚਾਹੀਦਾ, ਫਿਰ ਤਾਂ ਇਹ ਬਚ ਸਕਦੇ ਆ। ਨਹੀਂ ਤਾਂ ਇਹਨਾਂ ਨੂੰ ਕਿਸੇ ਦੇ ਅੰਦਰ ਹੋਣਾ ਪਊਗਾ, ਜਾਂ ਅਮਰੀਕਾ ਦੇ, ਨਹੀਂ ਤਾਂ ਫਿਰ ਚਾਈਨਾ ਦੇ ਤਾਂ ਆਪ ਲੈ ਲੈਣਾ। ਉਹ ਕੋਈ ਆਹ ਹਾਲਾਤ ਸਾਡੇ ਆ। ਹਾਂ ਕਿ ਬੰਦਾ ਖਿੱਚ ਧੂਤੇ ਆ, ਚਾਹੇ ਧਾਰਮਿਕ ਸਥਾਨ ਹੋਵੇ ਚਾਹੇ ਉਹ ਰਾਜਨੀਤਿਕ ਸਥਾਨ ਹੋਵੇ, ਇਹ ਲੋਕਾਂ ਨੂੰ ਲੁੱਟ ਖਾ ਰਹੇ ਆ। ਇਹਨਾਂ ਤੋਂ ਕਿਸੇ ਤਰ੍ਹਾਂ ਖੜਾ ਛੁੱਟ ਜਾਏ ਤਾਂ ਚੰਗੀ ਗੱਲ ਆ ਜੀ। ਬਿਲਕੁਲ ਜੀ ਚੌਹਾਨ ਸਾਹਿਬ, ਗੱਲ ਤਾਂ ਤੁਹਾਡੀ 'ਚ ਵਜਨ ਹੈਗਾ। ਸਾਨੂੰ ਵੀ ਇੱਥੇ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਜੇ ਅਮਰੀਕਾ ਦੇ ਅੰਡਰ ਆ ਜਾਂਦਾ ਜੀ ਤਾਂ ਅਮਰੀਕਾ ਨੇ ਤਾਂ ਵੱਡੇ ਵੱਡੇ ਸਵਾਰ ਦਿੱਤੇ ਆ। ਠੀਕ ਆ, ਗੁਲਾਮ ਹੋਣਾ ਹੁਣ ਕਿਹੜਾ ਸੀ ਉੱਥੇ ਬਹੁਤ ਆਜ਼ਾਦ ਆ। ਉਹਨਾਂ ਗੁਲਾਮਾਂ ਨਾਲੋਂ ਜਿੱਦਾਂ ਜੀ ਬਣਾ ਨੇ ਕਿਹਾ 35-36 ਕਰੋੜ ਲੋਕ ਆ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ, ਉੱਥੇ ਭੁੱਖੇ ਸੌਂਦੇ ਆ। ਘੱਟੋ ਘੱਟ ਰੋਟੀ ਤਾਂ ਮਿਲਣ ਲੱਗ ਪਊਗੀ ਜੀ। ਅਰਸ਼ਦੀਪ ਦੇਖੋ ਜੀ, ਇੰਡੀਆ ਕੋਲੇ ਜਿਹੋ ਜਿਹੇ ਕੁਦਰਤੀ ਰਿਸੋਰਸ ਨੇ ਉਸ ਹਿਸਾਬ ਦੇ ਨਾਲ ਤਰੱਕੀ ਨਹੀਂ ਹੋਈ, ਕਿਉਂਕਿ ਉਹਦਾ ਰੀਜ਼ਨ ਹੈ ਕਰਪਸ਼ਨ। ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਹਾਲੇ ਤੱਕ ਇਲੈਕਸ਼ਨ ਦੇ ਵਿੱਚ, ਮੌਜੂਦਾ ਦੌਰ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਲੋਕਾਂ ਦੇ ਮਸਲੇ ਜਿਹੜੇ ਉਹ ਇਲੈਕਸ਼ਨ ਦੇ ਵਿੱਚ ਮੁੱਦੇ ਹੀ ਨਹੀਂ ਬਣਦੇ। ਮੁੱਦੇ ਜਿਹੜੇ ਨੇ ਉਹ ਇਲੈਕਸ਼ਨ ਦੇ ਵਿੱਚ ਕਿਹੋ ਜਿਹੇ ਹੁੰਦੇ ਨੇ ਉਹ ਸਭ ਨੂੰ ਪਤਾ ਕਿ ਧਾਰਮਿਕ ਮੁੱਦੇ ਜਿਹੜੇ ਨੇ ਉਹ ਇਲੈਕਸ਼ਨ ਦੇ ਵਿੱਚ ਮੁੱਦੇ ਬਣਾਏ ਜਾਂਦੇ ਨੇ ਤੇ ਉਹਦੇ ਆਧਾਰ ਤੇ ਚੋਣਾਂ ਜਿਹੜੀਆਂ ਉਹ ਲੜੀਆਂ ਜਾਂਦੀਆਂ ਨੇ। ਤੇ ਇਸ ਕਰਕੇ ਜਦੋਂ ਤੱਕ ਲੋਕਾਂ ਦੇ ਮੁੱਦੇ ਹੀ ਇਲੈਕਸ਼ਨ ਦੇ ਵਿੱਚ ਮੁੱਦੇ ਨਹੀਂ ਬਣਦੇ, ਉਸ ਸਮੇਂ ਤੱਕ ਅਸੀਂ ਵੱਡੇ ਸੁਧਾਰਾਂ ਦੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ। ਕਿਉਂਕਿ ਵੱਡੇ ਸੁਧਾਰਾਂ ਲਈ ਵੱਡੇ ਸੁਧਾਰ ਤਾਂ ਹੀ ਹੋਣਗੇ ਜੇ ਲੋਕ ਮੰਗ ਕਰਨਗੇ। ਲੋਕ ਤਾਂ ਚੋਣਾਂ ਸਮੇਂ ਜਿਹੜਾ ਉਸੇ ਤਰ੍ਹਾਂ ਹੀ ਜਾਤੀਆਂ 'ਚ ਵੰਡ ਕੇ, ਧਰਮਾਂ 'ਚ ਵੰਡ ਕੇ ਜਿਹੜੀ ਉਹ ਚੋਣ ਕਰਾਉਂਦੇ ਨੇ ਤੇ ਸਿਆਸਤਦਾਨਾਂ ਦੇ ਹੱਥ ਵੀ ਗਿੱਦੜ ਸਿੰਘੀ ਇਹ ਲੱਗੀ ਹੋਈ ਹੈ ਤੇ ਉਹਨਾਂ ਨੂੰ ਵੀ ਪਤਾ ਕਿ ਕੁਝ ਕਰਨ ਦੀ ਲੋੜ ਨਹੀਂ। ਉਸ ਸਮੇਂ ਧਾਰਮਿਕ ਤੇ ਜਿਹੜੀਆਂ ਜਾਤੀ ਪਾਤੀਆਂ ਗੱਲਾਂ ਕਰਾਂਗੇ ਤੇ ਉਹਦੇ ਨਾਲ ਚੋਣ ਜਿਹੜੀ ਆ ਉਹ ਜਿੱਤੀ ਜਾਣੀ ਹੈ, ਸਰਕਾਰ ਜਿਹੜੀ ਉਹ ਬਣ ਜਾਣੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਲੋਕ ਪੜ੍ਹਨ ਲਿਖਣ, ਉਹਦੇ ਲਈ ਐਜੂਕੇਸ਼ਨ ਸਟਰਕਚਰ ਜਿਹੜਾ ਪੂਰਾ ਗਾ ਉਹਦੇ 'ਚ ਸੁਧਾਰਾਂ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਗਰੀਬ ਲੋਕ ਨੇ ਉਹਨਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਗਈ ਪਰ ਉਹਨਾਂ ਦੇ ਵਿਹੜਿਆਂ ਤੱਕ ਐਜੂਕੇਸ਼ਨ ਜਿਹੜੀ ਉਹ ਨਹੀਂ ਪਹੁੰਚੀ। ਜੇਕਰ ਉਹਨਾਂ ਦੇ ਵਿਹੜਿਆਂ ਤੱਕ ਐਜੂਕੇਸ਼ਨ ਪਹੁੰਚੂਗੀ, ਉਹਨਾਂ ਦੇ ਬੱਚੇ ਪੜ੍ਹਨ ਲਿਖਣਗੇ ਤਾਂ ਉਹ ਨੌਕਰੀ ਦੀ ਮੰਗ ਜਿਹੜੀ ਉਹ ਕਰਨਗੇ ਤੇ ਜਦੋਂ ਉਹ ਨੌਕਰੀ ਦੀ ਮੰਗ ਕਰਨਗੇ ਤਾਂ ਉਹ ਮੁੱਦਿਆਂ ਤੇ ਆਧਾਰਿਤ ਜਿਹੜੀ ਉਹ ਸਿਆਸਤ ਚਾਹਣਗੇ। ਜਦੋਂ ਮੁੱਦਿਆਂ ਦੇ ਆਧਾਰ ਤੇ ਸਿਆਸਤ ਹੋਊਗੀ ਤਾਂ ਉਹਦੇ ਬਾਅਦ ਸੁਧਾਰ ਜਿਹੜੇ ਹੋਣਗੇ। ਪਰ ਜਿਹੜੇ ਮੌਜੂਦਾ ਹਾਲਾਤ ਚੱਲ ਰਹੇ ਨੇ, ਇਹਨਾਂ ਹਾਲਾਤਾਂ ਦੇ ਵਿੱਚ ਵੱਡੇ ਸੁਧਾਰਾਂ ਦੀ ਗੱਲ ਜਿਹੜੀ ਹੈ ਉਹ ਸੰਭਵ ਨਹੀਂ ਦਿਖਾਈ ਦਿੰਦੀ। ਵੱਡੇ ਸੁਧਾਰਾਂ ਦੀ ਗੱਲ ਜਿਹੜੀ ਸੰਭਵ ਨਹੀਂ ਦਿਖਾਈ ਦਿੰਦੀ। ਤੇ ਨੰਬਰ 2 ਤੇ ਜਿਹੜਾ ਡਿਫੈਂਸ ਦੇ ਖੇਤਰ ਦੇ ਵਿੱਚ ਭਾਰਤ ਜਿਹੜਾ ਜਹਾਜ਼ ਤੇ ਹਥਿਆਰ ਬਾਹਰੋਂ ਖਰੀਦਦਾ ਹੈਗਾ, ਉਹ ਇੱਕ ਤਾਂ ਇਹ ਹੈ ਕਿ ਉਹ ਮਜਬੂਰੀ ਵੀ ਹੈ ਕਿਉਂਕਿ ਜੇ ਅਮਰੀਕਾ ਦੇ ਨਾਲ ਤੁਸੀਂ ਠੀਕ ਰੱਖਣੀ ਹੈ, ਰਸ਼ੀਆ ਦੇ ਨਾਲ ਠੀਕ ਰੱਖਣੀ ਹੈ, ਫਰਾਂਸ ਦੇ ਨਾਲ ਠੀਕ ਰੱਖਣੀ ਹੈ ਤਾਂ ਉਹ ਤਾਂ ਹਥਿਆਰਾਂ ਦੇ ਵਪਾਰੀ ਨੇ। ਤਾਂ ਫਿਰ ਜੇ ਉਹਨਾਂ ਤੋਂ ਹਥਿਆਰ ਖਰੀਦੋਗੇ ਤਾਂ ਉਹਨਾਂ ਨਾਲ ਤੁਹਾਡੀ ਤਾਂ ਹੀ ਸੂਤ ਰਹੂਗੀ ਕਿਉਂਕਿ ਆਰਥਿਕ ਸਮਝੌਤੇ ਹੁੰਦੇ ਨੇ, ਸਮਾਜਿਕ ਸਮਝੌਤੇ ਤਾਂ ਮੁਲਕਾਂ ਦੇ ਦਰਮਿਆਨ ਜਿਹੜੇ ਉਹ ਨਹੀਂ ਹੁੰਦੇ। ਤੇ ਇਸ ਕਰਕੇ ਉਹਨਾਂ ਸਮਝੌਤਿਆਂ ਨੂੰ ਬਰਕਰਾਰ ਰੱਖਣ ਦੇ ਲਈ ਵੀ ਇੰਡੀਆ ਜਿਹੜਾ ਐਸੇ ਸਟੈਪ ਚੱਕਦਾ ਗਾ। ਪਰ ਰਾਫੇਲ ਜਹਾਜ਼ ਦੇ ਵਿੱਚ ਜਿਹੜਾ ਕਰਪਸ਼ਨ ਦਾ ਮੁੱਦਾ ਗਾ ਉਹ ਪਹਿਲਾਂ ਵੀ ਛਾਇਆ ਰਿਹਾ ਤੇ ਹੁਣ ਵੀ ਜਿਹੜਾ ਲਗਾਤਾਰ ਉਹ ਛਾਇਆ ਹੋਇਆ ਗਾ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ 2 ਕਾਲਾਂ ਲੈ ਕੇ ਤਾਂ ਆਪਾਂ ਲੋਕਲ ਖਬਰਾਂ ਦੇ ਨਾਲ ਜੁੜਨਾ ਜੀ ਕਿਉਂਕਿ ਲੋਕਲ ਖਬਰਾਂ ਦਾ ਸਮਾਂ ਹੋ ਗਿਆ ਜੀ। ਹਾਂਜੀ 9806 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭਾਈ। ਦੇਖੋ ਜੀ ਸਾਡੇ ਗੁਰੂਆਂ ਨੇ, 10 ਗੁਰੂਆਂ ਨੇ ਆਪਣਾ ਸਾਰਾ ਕੁਝ ਉਜਾੜ ਦਿੱਤਾ, ਸਿੱਖੀ ਨੂੰ ਕਿੰਨਾ ਵਧਾਇਆ। ਉਸ ਵੇਲੇ ਵੀ ਜਿਹੜੀ ਜਮਾਤ ਸੀਗੀ ਧੱਕਾ ਕਰਦੀ ਸੀ, ਲੁੱਟ ਖਸੁੱਟ ਕਰਦੀ ਸੀਗੀ, ਸਾਰੇ ਪਾਸੇ ਸੀਗੀ, ਉਹ ਜਮਾਤ ਤੋਂ ਸਾਨੂੰ ਸਿੱਖਿਆ ਦਿੱਤੀ, ਸਿੱਖ ਤਾਂ ਖੜਾ ਕੀਤਾ ਸੀਗਾ। ਪਰ ਅਸੀਂ ਹੁਣ ਉਹੀ ਜਮਾਤ ਹੁਣ ਉਹ ਦੂਜੇ ਬਾਣੇ ਦੇ ਵਿੱਚ ਆ ਕੇ ਬਹਿ ਗਈ ਰੰਗ ਬਰੰਗੇ ਹੋਰ। ਉਹਨੂੰ ਦੇਖਿਆ ਵੀ ਆਹ ਚੀਜ਼ ਵਧੀਆ, ਉਹੀ ਸਾਡਾ ਗੁਰੂ ਗ੍ਰੰਥ ਸਾਹਿਬ ਲੈ ਕੇ ਉਹੀ ਜਮਾਤ ਬਹਿ ਕੇ ਉਹੀ ਕਰਪਸ਼ਨਾਂ ਕਰਦੀ ਆ। ਪਰ ਜਦੋਂ ਇਹਨਾਂ ਦੀ ਕਿਸੇ ਦੀ ਗੱਲ ਕੀਤੀ ਜਾਂਦੀ ਹੈ ਇਹ ਮਾਰਨੇ ਨੂੰ ਪੈਂਦੇ ਬੰਦੇ ਨੂੰ, ਕਹਿੰਦੇ ਇੰਨਾ ਤਕੜਾ ਇਹਨਾਂ ਦਾ ਸਿਸਟਮ ਹੈ ਬਣਾਇਆ। ਪਰ ਕਸੂਰ ਲੋਕਾਂ ਦਾ ਆ। ਮੈਨੂੰ ਤਾਂ ਜਿਹੜੇ ਪੋਲੀਟੀਕਲ ਲੀਡਰ ਜਿਹੜੇ ਆ ਇੰਨੀ ਕਰਪਸ਼ਨ ਕਰਦੇ ਆ ਉਹ ਬਹੁਤ ਛੋਟੇ ਦਿਖਣ ਲੱਗ ਪੈਂਦੇ ਆ ਜਦੋਂ ਆਪਾਂ ਧਾਰਮਿਕ ਅਦਾਰਿਆਂ ਦੇ ਦੇਖਦੇ ਆ। ਅਸੀਂ ਤਾਂ ਆਪ ਦੇਖਿਆ ਆਨੰਦਪੁਰ ਸਾਹਿਬ, ਮੈਂ ਤਾਂ ਮੇਰਾ ਬ੍ਰਦਰ ਗਏ, ਸਾਨੂੰ ਕਮਰਾ ਨਹੀਂ ਦਿੱਤਾ, ਕਹਿੰਦੇ NRI ਬੰਦਿਆਂ ਲਈ ਆ। ਚਲੋ ਠੀਕ ਆ, ਮੰਨ ਲਿਆ, ਉਸ ਵੇਲੇ ਅਸੀਂ ਉੱਥੇ ਸੀਗੇ। ਭਾਂਡੇ ਚੋਰੀ ਕਰਨ ਵਾਲੀ ਬੰਦਾ ਉਹ ਫੜਿਆ ਸੀ। ਇਹ ਤਾਂ ਬਹੁਤ ਵੱਡੀ ਜਮਾਤ ਹੈ ਪਰ ਲੋਕ ਸਾਡਿਆਂ ਨੂੰ
ਅਕਲ ਨਹੀਂ ਆਉਣੀ। ਇਹਨਾਂ ਨੇ ਪੜ੍ਹੀ ਜਾਣਾ ਆ ਸਵੇਰੇ ਸ਼ਾਮ ਸਪੀਕਰ ਲਾ ਕੇ ਗੁਰੂ ਗ੍ਰੰਥ ਸਾਹਿਬ, ਪਰ ਇਹਨਾਂ ਨੂੰ ਅਕਲ ਆਉਣੀ ਨਹੀਂ। ਤੇ ਵਧੀਆ ਸੋਹਣਾ, ਮੈਨੂੰ ਬਹੁਤ ਸੋਹਣਾ ਲੱਗਦਾ ਜਿਸਲੇ ਕਿ ਏਦਾਂ ਹੁੰਦੀ ਹੈ ਨਾ, ਤੇ ਜਿਲੇ ਕੋਈ ਮਤਲਬ ਕਿ ਕਿਉਂਕਿ ਇਹ ਮੰਨਦੇ ਨਹੀਂ ਹੈਗੇ। ਮੈਨੂੰ ਮੇਰਾ ਸਵਾਲ ਇਹ ਅਰਸ਼ਦੀਪ ਭਾਈ ਤੁਸੀਂ ਦੱਸਿਓ ਕਦੀ ਇਹ ਸਿੱਖ ਕਦੀ ਬਣਨਗੇ, ਇਹਨਾਂ ਨੂੰ ਅਕਲ ਆਊਗੀ? ਸਵੇਰੇ ਸ਼ਾਮ ਸਿਰਫ ਸਪੀਕਰ ਤਬਲੇ ਭੰਨੇ ਜਾਣੇ। ਗੁਰਬਾਣੀ ਸਾਡੇ ਗੁਰੂਆਂ ਨੇ ਵਿੱਚ ਹੀ ਸੀਗੀ, ਇਹਨਾਂ ਨੇ ਵਿੱਚ ਨਹੀਂ ਲਾਤੀ ਆ, ਉਹ ਸਿੱਖਣੇ ਲਈ ਆ। ਜੀ ਅਰਸ਼ਦੀਪ, ਧੰਨਵਾਦ ਵੀਰ। ਦੇਖੋ ਜੀ, ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਚ ਆਉਂਦੀ ਹੈ ਤਾਂ ਕਿੰਨੀਆਂ ਕੁਰਬਾਨੀਆਂ ਦੇ ਬਾਅਦ ਆਉਂਦੀ ਹੈ ਕਿ ਮਹੰਤਾਂ ਤੋਂ ਗੁਰੂ ਘਰ ਜਿਹੜੇ ਨੇ ਆਜ਼ਾਦ ਕਰਾਏ ਜਾਂਦੇ ਨੇ ਤਾਂ ਜੋ ਗੁਰੂ ਮਰਿਆਦਾ ਅਨੁਸਾਰ ਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਜਿਹੜਾ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਚੱਲ ਸਕੇ। ਤੇ ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਜਿਹੜੇ ਵੀ ਆਏ ਨੇ ਪ੍ਰਧਾਨ ਆਏ ਨੇ ਤਾਂ ਉਹਨਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਕਮੇਟੀਆਂ ਵੱਲੋਂ ਸਹੀ ਢੰਗ ਨਾਲ ਨਹੀਂ ਨਿਭਾਈਆਂ ਗਈਆਂ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਵੱਡਾ ਅਦਾਰਾ ਹੈਗਾ ਤੇ ਜਿੰਨੀਆਂ ਕੁਰਬਾਨੀਆਂ ਨਾਲ ਬਣੀ ਹੈ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਸਿੱਖ ਕਮਿਊਨਿਟੀ ਦੇ ਲਈ ਚੰਗੇ ਸਕੂਲ, ਚੰਗੇ ਕਾਲਜ ਤੇ ਚੰਗੇ ਹਸਪੀਟਲ ਜਿਹੜੇ ਉਹ ਹੋ ਸਕਦੇ ਸੀਗੇ, ਉਹ ਪ੍ਰਬੰਧ ਜਿਹੜੇ ਉਹ ਕੀਤੇ ਜਾ ਸਕਦੇ ਸੀ, ਪਰ ਉਹ ਨਹੀਂ ਕੀਤੇ ਗਏ ਕਿਉਂਕਿ ਕਰਪਸ਼ਨ ਦਾ ਬੋਲਬਾਲਾ ਜਿਹੜਾ ਹੈ ਉਹ ਹਮੇਸ਼ਾ ਕਰਪਸ਼ਨ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਹੈ ਸਮੇਂ-ਸਮੇਂ ਤੇ ਕਰਪਸ਼ਨ ਦਾ ਮਿਆਰ ਇੱਥੋਂ ਤੱਕ ਡਿੱਗ ਚੁੱਕਿਆ ਹੈ ਕਿ 1.5 ਸਾਲ ਪਹਿਲਾਂ ਇੱਕ ਖਬਰ ਤੁਹਾਡੇ ਸਾਹਮਣੇ ਆਈ ਹੋਊਗੀ ਤੇ ਬਾਅਦ ਚ ਤਾਂ ਉਹਦੇ ਤੇ ਮਿੱਟੀ ਪੈ ਜਾਂਦੀ ਹੈ ਕਿ ਗੁਰੂ ਸਾਹਿਬਾਨ ਦੇ ਹੱਥ ਲਿਖਤ ਜਿਹੜੇ ਸਰੂਪ ਨੇ, ਪਾਵਨ ਸਰੂਪ ਨੇ, ਉਹ ਵੀ ਗਾਇਬ ਸੀਗੇ ਤੇ ਕੁਝ ਲੋਕਾਂ ਨੇ ਇਹ ਵੀ ਖੁਲਾਸੇ ਕੀਤੇ ਕਿ ਉਹ ਸਰੂਪ ਵਿਦੇਸ਼ਾਂ ਦੇ ਵਿੱਚ ਵੇਚੇ ਗਏ ਨੇ ਤੇ ਇਹਦੇ ਬਾਅਦ ਜਿਹੜੇ ਉਹ ਰਿਸੀਵ ਕਰਨ ਵਾਲੇ ਸੀ ਉਹ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਤੇ ਇਹਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਇੱਕ ਕਮੇਟੀ ਬਣਾਈ ਸੀ ਉਸ ਮਾਮਲੇ ਦੇ ਵਿੱਚ, ਪਰ ਕੋਈ ਸਮਝ ਉਹਦੇ ਬਾਅਦ ਨਹੀਂ ਆਈ। ਤਾਂ ਉਹਦੇ ਬਾਅਦ ਹੁਣ 328 ਪਾਵਨ ਸਰੂਪਾਂ ਦਾ ਮਸਲਾ ਸੀਗਾ ਤਾਂ 328 ਪਾਵਨ ਸਰੂਪ ਗਏ ਕਿੱਥੇ ਜੇ ਰਿਕਾਰਡ 'ਚ ਨਹੀਂ ਹੈਗੇ। ਪਹਿਲਾਂ ਉਹ ਪਾਣੀ ਨਾਲ ਭਿੱਜੇ ਹੋਏ ਦਿਖਾਏ ਗਏ ਪਾਵਨ ਸਰੂਪ, ਫਿਰ ਕਿਹਾ ਕਿ ਅੱਗ ਲੱਗ ਗਈ ਜੀ, ਫਿਰ ਉਹਦੇ 'ਚ ਵੀ ਨਹੀਂ ਲੋਟ ਆਇਆ, ਤਾਂ ਫਿਰ ਕਿਹਾ ਕਿ ਉਹ ਰਿਕਾਰਡ 'ਚ ਗੜਬੜੀ ਸੀਗੀ ਤੇ ਉਹਨੂੰ ਦਰੁਸਤ ਕੀਤਾ ਗਿਆ। ਤੇ ਜਿਹੜੀ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਰਿਕਾਰਡ ਕਈ ਵਾਰੀ ਕੱਟਿਆ ਗਿਆ ਹੈਗਾ, ਤਾਂ ਰਿਕਾਰਡ ਕੱਟ ਕੇ ਦਰੁਸਤ ਕਰਨ ਦੀ ਕੋਸ਼ਿਸ਼ ਤਾਂ ਪਹਿਲਾਂ ਵੀ ਕੀਤੀ ਗਈ ਪਰ ਉਹ ਫਿਰ ਵੀ 328 ਦਾ ਫਰਕ ਜਿਹੜਾ ਰਹਿ ਗਿਆ ਤਾਂ ਉਹ ਮਸਲਾ ਵੀ ਹੁਣ ਕਿਧਰੇ ਗਾਇਬ ਹੋ ਗਿਆ। ਤੇ ਇਸ ਕਰਕੇ ਕਰਪਸ਼ਨ ਦਾ ਲੈਵਲ ਜਿਹੜਾ ਹੈ ਉਹ ਇਸ ਹੱਦ ਤੱਕ ਗਿਰ ਚੁੱਕਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋ ਰਹੇ ਨੇ, ਗੁਰੂ ਸਾਹਿਬਾਨ ਦੇ ਹੱਥ ਲਿਖਤ ਸਰੂਪ ਗਾਇਬ ਹੋ ਰਹੇ ਨੇ ਤੇ ਇਸ ਕਰਕੇ ਪ੍ਰਬੰਧ ਜਿਹੜਾ ਉਹ ਵੋਟਾਂ ਰਾਹੀਂ ਚੁਣਿਆ ਜਾਂਦਾ ਹੈਗਾ ਤੇ ਵੋਟਾਂ ਦੇ ਲਈ ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ, ਕੌਮ ਨੂੰ ਸਮਰਪਿਤ ਲੋਕ ਨੇ, ਉਹ ਅੱਗੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੋ ਅੱਗੇ ਆਉਣਗੇ ਤਾਂ ਉਹ ਟਿਕਣਗੇ ਨਹੀਂ। ਤੇ ਮੈਂ 2-3 ਵਿਦਵਾਨਾਂ ਦੇ ਨਾਲ ਗੱਲ ਵੀ ਕੀਤੀ ਤਾਂ ਉਹ ਕਹਿੰਦੇ ਅਸੀਂ ਜਾਈਏ ਕਿ ਨੁਕਸਾਨ ਸਾਡਾ ਹੀ ਹੈ, ਕੁੱਟਣ ਆਉਂਦੇ ਆ, ਮਾਰਨ ਆਉਂਦੇ ਹੈਗੇ। ਤੇ ਇਸ ਕਰਕੇ ਜੇ ਪ੍ਰਬੰਧ ਸੁਧਾਰਨ ਦੀ ਗੱਲ ਆਪਾਂ ਕਰਦੇ ਹਾਂ ਤਾਂ ਉਹਦੇ ਲਈ ਕਮਿਊਨਿਟੀ ਨੂੰ, ਕੌਮ ਨੂੰ ਜਿਹੜਾ ਹੈਗਾ ਖੜਾ ਹੋਣਾ ਪੈਣਾ ਗਾ। ਜੇ ਕੌਮ ਨੂੰ ਸਮਰਪਿਤ ਲੋਕ ਜਿਹੜੇ ਨੇ ਉਹ ਅੱਗੇ ਆਉਣਗੇ ਤਾਂ ਧਰਮ ਪ੍ਰਚਾਰ ਵੀ ਸੁਚਾਰੂ ਢੰਗ ਦੇ ਨਾਲ ਚੱਲੂਗਾ, ਜਿਸ ਹਿਸਾਬ ਦੇ ਨਾਲ ਹੋਣਾ ਚਾਹੀਦਾ ਗਾ ਉਸ ਹਿਸਾਬ ਦੇ ਨਾਲ ਧਰਮ ਪ੍ਰਚਾਰ ਜਿਹੜਾ ਹੋਊਗਾ। ਤੇ ਨਾਲੋਂ ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈਗੀ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਜਿਹੜਾ ਗੁਰੂ ਮਰਿਆਦਾ ਦੇ ਨਾਲ ਜੋੜਨ ਤੇ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਸਿੱਖ ਫਲਸਫਾ ਜਿਹੜਾ ਸਮਝਾਉਣ ਤਾਂ ਕਿ ਬੱਚੇ ਵੀ ਜਿਹੜੇ ਉਹ ਕੁਐਸਚਨ ਕਰ ਸਕਣ ਬਾਹਰ ਆ ਕੇ। ਬਿਲਕੁਲ ਜੀ, ਚੱਲਦੇ ਆਪਾਂ ਇਹ ਇੱਕ ਕਾਲ ਤੇ ਉਸ ਤੋਂ ਬਾਅਦ ਆਪਾਂ ਲੋਕਲ ਖਬਰਾਂ ਦਾ ਸਮਾਂ ਜੀ ਤੇ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ ਜੀ। ਹਾਂਜੀ 26 ਤੇ ਸਵਾਗਤ ਹੈ ਜੀ। ਹਾਂਜੀ ਵੀਰ ਜੀ, ਤੁਸੀਂ ਕੱਲ ਮਸਲਾ ਚੱਕਿਆ ਸੀ, ਸੌਰੀ ਮੈਂ ਦੁਬਾਰਾ ਆ ਗਿਆ ਜੀ। ਬਾਰੇ ਆਰਸੀਯੂ ਨੂੰ ਕਿੱਦਾਂ ਇਹਨਾਂ ਨੇ ਹੁਣ ਪਤਾ ਲੱਗ ਗਿਆ ਇੰਡੀਆ ਵਿੱਚ ਜਿਹੜੀ ਉਹ ਰਾਮ ਮੰਦਿਰ ਵਾਲੀਆਂ ਜਿਹੜੀ ਉਹ ਤੁਸੀਂ ਕੱਲ ਗੱਲ ਕਰੀ ਸੀ ਉਹ ਇੱਟਾਂ ਲੱਗ ਰਹੀਆਂ ਉੱਥੇ, ਉਹਨਾਂ ਬਾਰੇ ਕਿੱਦਾਂ ਹੁਣ ਕੋਈ ਲੋਕ ਜਾਗਰੂਕ ਹੋਏ ਵੀ ਕੱਲ ਉਹੀ ਗੱਲ ਨਾ ਹੋਵੇ। ਤੁਹਾਡਾ ਬਿਲਕੁਲ ਗੱਲ ਮਸਲਾ ਸਹੀ ਸੀ ਵੀ 2 ਸਾਲ ਜਾਂ 4 ਜਾਂ 10 ਸਾਲ ਬਾਅਦ ਜੇ ਦੁਬਾਰਾ ਕਿਤੇ ਉਹੀ ਨਾ ਮੰਦਿਰ ਵਾਲਾ ਪੰਗਾ ਪਾ ਕੇ ਬਹਿ ਜਾਣ ਜਿੱਦਾਂ ਇਹਨਾਂ ਨੇ ਮਸਜਿਦ ਵਿੱਚ ਕੀਤਾ ਤਾਂ ਮੁੜ ਕੇ ਫਿਰ ਦਰਬਾਰ ਸਾਹਿਬ ਨੂੰ ਛਡਾਉਣਾ ਸ਼ੁਰੂ ਕਰ ਦੇਣਗੇ। ਇਸ ਤੇ ਕੋਈ ਚਾਲ ਤਾਂ ਨਹੀਂ ਚੱਲ ਰਿਹਾ ਬਾਦਲ ਪਰਿਵਾਰ ਨਾਲ ਰਲ ਕੇ ਸਾਰੇ ਜਿੱਦਾਂ ਸਾਰੇ ਡਲੇ ਆ ਇਹ? ਹਾਂ ਬਿਲਕੁਲ ਵੀਰ, ਆਪਾਂ ਜੇ ਇਸ ਵਿਸ਼ੇ ਤੇ ਗੱਲਬਾਤ ਕਰਨੀ ਜੀ ਲੋਕਲ ਖਬਰਾਂ ਤੋਂ ਬਾਅਦ ਇਹਨਾਂ ਦੇ ਓਪਨ ਟਾਕ ਸ਼ੋ ਹੋਊਗਾ। ਇਹਨਾਂ ਇਹੀ ਜਿਹੜੇ ਆਪਾਂ ਲੋਕਾਂ ਦੇ ਵਿਚਾਰ ਲੈਣੇ ਆ ਕਿੱਦਾਂ ਕੀਤਾ ਜਾਂਦਾ, ਕਿਉਂਕਿ ਲਾਲ ਕਿਲੇ ਦੀ ਕੰਧ ਢਹਿ ਗਈ ਸੀ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੇ ਇੱਕ ਬਹੁਤ ਵੱਡੇ ਕੈਪਸੂਲ ਦੇ ਵਿੱਚ ਪਾ ਕੇ ਇੰਦਰਾ ਗਾਂਧੀ ਨੂੰ ਦੇਵੀ ਦਾ ਰੂਪ ਦਿਖਾਇਆ ਗਿਆ ਸੀਗਾ। ਨਹਿਰੂ ਨੂੰ ਵੀ ਤਾਂ ਕੁਦਰਤੀ ਕੰਧ ਦੁਆਰਾ ਫਿਰ ਡਿੱਗ ਪਈ ਤਾਂ ਜਾਣੀ ਕਿ ਮੀਂਹ ਪੈਣ ਲੱਗ ਪਿਆ ਤਾਂ ਉਹ ਕੈਪਸੂਲ ਲੱਭ ਗਿਆ ਤੇ ਨਹੀਂ ਤਾਂ ਹੋਰ 50-100 ਸਾਲ ਬਾਅਦ ਤੇ ਲੋਕਾਂ ਨੇ ਪੂਜਣ ਲੱਗ ਪੈਣਾ ਸੀਗਾ ਨਹਿਰੂ ਨੂੰ ਤੇ ਇੰਦਰਾ ਗਾਂਧੀ ਨੂੰ। ਇਹ ਬਹੁਤ ਵੱਡੀ ਦੇਵੀ ਹੋਈ ਆ, ਕਿੱਦਾਂ ਦੇ ਕੰਮ ਹੋ ਸਕਦਾ। ਨਾਲੇ ਆਹ ਇੱਕ ਗੱਲ ਕਰਿਓ ਤੇ ਨਾਲੇ ਹੁਣ ਆਪਾਂ ਇੰਡੀਆ ਦੀਆਂ ਗੱਲਾਂ ਕਰੀ ਜਾਂਦੇ ਆ ਵੀ ਇੰਡੀਆ 'ਚ ਵੀ ਜੀ ਵਿਦੇਸ਼ਾਂ ਵਿੱਚ ਵੀ ਹੁਣ ਆਪਣੇ ਗੁਰੂ ਘਰਾਂ ਵਿੱਚ ਕੜਾਮ ਚੌਧਰੀ ਬੈਠੇ ਆ, ਇੱਥੇ ਵੀ ਦੇਖ ਲਓ ਵੀ ਕਿਹੜੀ ਕਮੇਟੀ ਆ ਜਿਹੜੀ ਤੁਹਾਡਾ ਸਾਥ ਦਿੰਦੀ ਆ ਤੇ ਉਹ ਖੜੀ ਹੈ ਇੱਥੇ ਦਾ ਜ਼ਰੂਰ ਦੱਸਿਓ। ਇਹ ਵੀ ਕੋਟਾਂ 'ਚ ਜਾਂਦੇ ਆ, ਕਿਹੜਾ ਇੱਥੇ ਵੀ ਗੁਰੂ ਘਰ ਆ ਵਿਦੇਸ਼ਾਂ ਵਿੱਚ ਜਿਹੜਾ ਇਹ ਕਹਿੰਦੇ ਹਾਂ ਵੀ ਸਿੱਖਾਂ ਦੀ ਹੀ ਵਾਇਸ ਹੋਣੇ,
ਇੱਥੇ ਵੀਰ ਉਹੀ ਉਹ ਸਹੀ ਗੱਲ ਘੜਮ ਚੌਧਰੀ ਆ, ਉਹ ਮਸੰਦ ਹੀ ਹੋਏ ਆ, ਹੁਣ ਇਕੱਠੇ ਗੁਰੂ ਹੀ ਦੇਖਦਾ, ਇਹਨਾਂ ਨੂੰ ਕੀ ਬਣੂ ਰੱਬ ਹੀ ਜਾਣਦਾ ਇਹਦਾ। ਜੀ ਧੰਨਵਾਦ ਜੀ, ਧੰਨਵਾਦ। ਜੀ ਅਰਸ਼ਦੀਪ, ਤੁਹਾਡੇ ਕੋਲ ਕੁਛ ਹੈ? ਕੱਲ ਭਾਈ ਬਲਦੇਵ ਸਿੰਘ ਵਡਾਲਾ ਹੁਣੀ ਆਏ ਸੀਗੇ, ਗਟਰ ਦੀਆਂ ਉੱਥੇ ਬਣ ਰਿਹਾ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤੇ ਉੱਥੇ ਕਹਿੰਦੇ ਜਿਹੜੀਆਂ ਇੱਟਾਂ ਲਾਈਆਂ ਜਾ ਰਹੀਆਂ ਉਹਨਾਂ ਤੇ ਨਾਮ ਲਿਖਿਆ ਹੋਇਆ, ਤਾਂ ਹੋਰ 10-20-50 ਸਾਲਾਂ ਨੂੰ ਕਹਿ ਦੇਣਗੇ ਜੀ ਜਿਹੜਾ ਮਾਫ ਕਰਨਾ ਹੁਣ ਕਹਿਣਾ ਨਹੀਂ ਚਾਹੀਦਾ। ਜਿਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾ ਹੀ ਠੇਸ ਪਹੁੰਚਦੀ ਆ, ਜਿਹੜੇ ਹਿੰਦੂ ਭਰਾ ਆ ਸਾਡੇ, ਉਹ ਕਿਉਂ ਨਹੀਂ ਬੋਲਦੇ? ਇੱਕ ਤੇ ਮਿਲੀ ਭੁਗਤ ਤੇ ਸਾਜ਼ਿਸ਼ ਤੇ ਨਹੀਂ, ਤੇ ਮੁੜ ਕੇ ਕਹਿ ਦੇਣਗੇ ਜੀ ਸਾਡੇ ਜਿਹੜੇ ਰਾਮ ਦੀਆਂ ਇੱਟਾਂ ਦਾ ਲਿਖਿਆ ਹੋਇਆ ਉਹਨੂੰ ਗਟਰ ਦੇ ਵਿੱਚ ਲਾਇਆ ਗਿਆ, ਸਾਡੀ ਭਾਵਨਾ ਤੇ ਫਿਰ ਹਿੰਦੂ ਤੇ ਸਿੱਖ ਵਾਲਾ ਮਸਲਾ ਜਿਹੜਾ ਉਹ ਖੜਾ ਹੋ ਜਾਊਗਾ। ਜੇ ਸਾਡੇ ਏਕ ਓਂਕਾਰ ਦਾ ਜਿਹੜਾ ਲਿਖ ਕੇ ਤੇ ਜੇ ਪੈਰਾਂ ਦੇ ਥੱਲੇ ਇੱਟਾਂ ਲਾਈਆਂ ਜਾਣ ਜਾਂ ਗਟਰ 'ਚ ਲਾਈਆਂ ਜਾਣ ਤਾਂ ਵਾਕਿਆ ਸਾਨੂੰ ਵੀ ਦੁੱਖ ਹੋਣਾ। ਹਿੰਦੂ ਭਰਾਵਾਂ ਨੂੰ ਜਾਗਰਤ ਹੋਣਾ ਚਾਹੀਦਾ, ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ। ਸ਼ਰਾਰਤੀ ਅਨਸਰ ਜਿਹੜੇ ਵੀ ਕਰਦੇ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ। ਜੀ ਅਰਸ਼ਦੀਪ ਜੀ ਦੇਖੋ, ਸ਼ਰਾਰਤੀ ਅਨਸਰ ਜਿਹੜੇ ਵੀ ਆ ਉਹਨਾਂ ਨੂੰ ਨੱਥ ਜਿਹੜੀ ਉਹ ਜ਼ਰੂਰ ਪਾਉਣੀ ਚਾਹੀਦੀ ਹੈ। ਜੇ ਐਸਾ ਮਾਮਲਾ ਜਿਹੜਾ ਸਾਹਮਣੇ ਆਇਆਗਾ ਤਾਂ ਹਿੰਦੂ ਕਮਿਊਨਿਟੀ ਦਾ ਵੀ ਫਰਜ਼ ਬਣਦਾ ਕਿ ਉਹ ਆਵਾਜ਼ ਜਿਹੜੀ ਇਹਦੇ ਵਿਰੁੱਧ ਜਿਹੜੀ ਉਹ ਜ਼ਰੂਰ ਬੁਲੰਦ ਕਰਨ, ਕਿਉਂਕਿ ਧਾਰਮਿਕ ਰੰਗਤ ਦੇ ਕੇ ਦੰਗਿਆਂ ਦਾ ਇੱਕ ਵੱਡਾ ਇਤਿਹਾਸ ਹੈ ਭਾਰਤ ਦੇ ਵਿੱਚ ਜੀ। ਕੋਈ ਲੁਕਿਆ ਛੁਪਿਆ ਨਹੀਂ ਹੈ ਕਿ ਕਿੰਨੇ ਦੰਗੇ ਹੋਏ ਇਸ ਕਮਿਊਨਿਟੀ ਤੋਂ। ਤਾਂ ਕਤਲੇਆਮ ਵੀ ਜਿਹੜਾ ਹੋਇਆ, ਕਿਉਂਕਿ 1984 ਦੇ ਵਿੱਚ ਜਿਸ ਤਰ੍ਹਾਂ ਯੂਪੀ ਦੇ ਵਿੱਚ ਹੋਵੇ ਜਾਂ ਦਿੱਲੀ ਦੇ ਵਿੱਚ ਹੋਵੇ ਜਾਂ ਇੱਕ ਦੋ ਜਗ੍ਹਾ ਤੇ ਹੋਰ ਜੋ ਕੁਝ ਹੋਇਆ, ਜੋ ਕਤਲੇਆਮ ਹੋਇਆ, ਜਾਂ ਹਰਿਆਣਾ ਦੇ ਵਿੱਚ ਹੋਂਦ ਚਿੱਲੜ ਕਾਂਡ ਹੋਇਆ, ਇਸ ਕਰਕੇ ਉਹ ਕਤਲੇਆਮ ਵੀ ਹੋਇਆ। ਤੇ ਇਸ ਕਰਕੇ ਹਿੰਦੂ ਕਮਿਊਨਿਟੀ ਨੂੰ ਵੀ ਚਾਹੀਦਾ ਕਿ ਜੇਕਰ ਐਸੀ ਕੋਈ ਗੱਲ ਹੁੰਦੀ ਹੈਗੀ ਤਾਂ ਉਹਦੇ ਵਿਰੁੱਧ ਆਵਾਜ਼ ਜਿਹੜੀ ਉਸੇ ਸਮੇਂ ਬੁਲੰਦ ਕੀਤੀ ਜਾਵੇ, ਉਹਦੀ ਜਾਂਚ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਕੀਤਾ ਜਾਵੇ, ਤਾਂ ਜੋ ਅੱਗੇ ਜਾ ਕੇ ਜਿਹੜਾ ਹੈ ਕਮਿਊਨਿਟੀ ਦਾ ਕੋਈ ਆਪਸੀ ਜਿਹੜਾ ਹੈ ਦੰਗੇ ਵਗੈਰਾ ਜਿਹੜੇ ਉਹ ਨਾ ਹੋਣ। ਕਿਉਂਕਿ ਸਾਰੇ ਧਰਮ ਜਿਹੜੇ ਨੇ ਉਹ ਪਿਆਰ ਤੇ ਮਿਲਵਰਤਨ ਸਿਖਾਉਂਦੇ ਨੇ, ਤੇ ਸਾਰੇ ਧਰਮ ਜਿਹੜੇ ਉਹ ਸਤਿਕਾਰਯੋਗ ਨੇ, ਤੇ ਇਸ ਕਰਕੇ ਕਿਸੇ ਵੀ ਧਰਮ ਦਾ ਨਰਾਦਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ, ਵਾਕਿਆ ਗੱਲ ਸਹੀ ਆ। ਆਪਾਂ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈਨੇ। ਅਰਸ਼ਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਉਸ ਤੋਂ ਬਾਅਦ ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ ਜੀ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। कॉल महावीर बाट 9054994314 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 हिल रोड ब्रैम्पटन। कॉल दरबारा सिंह 9054591300 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ ਦੇਰ ਨਾ ਕਰੋ, ਅੱਜ ਹੀ ਪਹੁੰਚੋ ਫਸਟ ਕੈਨੇਡੀਅਨ ਡਰਾਈਵਿੰਗ ਸਕੂਲ 7050 ਟੈਲਫੋਰਡ ਵੇ, ਯੂਨਿਟ 11, ਮਿਸੀਸਾਗਾ। ਚੰਗੇ ਡਰਾਈਵਰ ਬਣਨ ਲਈ ਯਾਦ
ਰੱਖੋ ਇੱਕੋ ਨਾ ਫਸਟ ਕੈਨੇਡੀਅਨ ਡਰਾਈਵਿੰਗ ਸਕੂਲ। ਸੰਪਰਕ ਕਰੋ 9056789191 905 678 9191 ਤੇ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। एड्रेस 350 रदरफोर्ड रोड, साउथ ब्रैम्पटन, यूनिट 223। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਨਾਲ ਜੁੜ ਚੁੱਕੇ ਹਾਂ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ ਹਰਪਾਲ ਭੱਲਾ ਹੋਣੀ ਰਾਇਲ ਪੇਜ ਤੋਂ। ਤੁਸੀਂ ਘਰ ਖਰੀਦਣਾ, ਵੇਚਣਾ, ਕੋਈ ਕਮਰਸ਼ੀਅਲ ਬਿਲਡਿੰਗ ਲੈਣੀ ਜਾਂ ਕੋਈ ਫਾਰਮ ਲੈਣਾ ਜੀ, ਜਾਂ ਤੁਸੀਂ ਬ੍ਰੋਕਰੇਜ ਬ੍ਰੋਕਰ ਜੁਆਇਨ ਕਰਨਾ ਚਾਹੁੰਦੇ ਹੋ ਬ੍ਰੋਕਰੇਜ, ਤੇ ਕਾਲ ਕਰ ਸਕਦੇ ਹੋ 416 560 2400 ਤੇ 4165602400 ਤੇ ਇਸ ਦੇ ਨਾਲ ਹੀ ਜੇ ਤੁਸੀਂ ਤਾਜ਼ਾ ਸਵਾਦਲਾ ਖਾਣਾ ਖਾਣਾ ਜੀ, ਬਾਬਾ ਢਾਬਾ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ ਦੇ ਵਿੱਚ 905 499 43 14 ਤੇ ਜੇ ਤੁਸੀਂ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ ਤਾਂ 514 566 0055 514 566 0055। ਇਸ ਦੇ ਨਾਲ ਹੀ ਜੇ ਤੁਸੀਂ ਜੌਬ ਦੀ ਭਾਲ ਵਿੱਚ ਹੋ ਤਾਂ ਨਵੇਂ ਆਏ ਹੋ, ਤੁਹਾਡੇ ਕੋਲ ਜੌਬ ਨਹੀਂ, ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਜੀ, ਜੌਬ ਇਨ GTA 416 213 0092 ਤੇ ਤੁਸੀਂ PTN 24 ਦਾ ਹਵਾਲਾ ਦੇਣਗੇ। ਪਹਿਲ ਦੇ ਆਧਾਰ ਤੇ ਤੁਹਾਨੂੰ ਸਰਵਿਸ ਦੇਣਗੇ ਜੀ। ਤੇ ਕਾਰ ਦਾ ਐਕਸੀਡੈਂਟ ਹੋ ਗਿਆ, ਤੁਸੀਂ ਪੇਂਟ ਕਰਾਉਣੀ ਚਾਹੁੰਦੇ ਹੋ, ਬੰਪਰ ਪਾਉਣਾ ਚਾਹੁੰਦੇ ਹੋ ਜਾਂ ਰਿਮ ਪੇਂਟ ਕਰਾਉਣੇ ਆ, ਕਿਉਂਕਿ ਸਮਰ ਆ ਗਈ ਆ ਤੇ ਥੋੜੇ ਸਾਡੇ ਜਿਹੜੇ ਸ਼ੌਕੀਨ ਵੀਰ ਆ ਉਹ ਵਧੀਆ ਰਿਮ ਪਾਉਂਦੇ ਆ ਜੀ। ਪੀਲ ਆਟੋ ਕਲੀਜਨ 14 ਹਿਲ ਰੋਡ ਬਰੈਂਪਟਨ ਦੇ ਵਿੱਚ ਪਹੁੰਚ ਸਕਦੇ। 905 459 1300 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਦਰਬਾਰਾ ਸਿੰਘ ਹੋਣਾ ਨੂੰ ਚੱਲਦੇ ਆਪਾਂ ਲੋਕਲ ਖਬਰਾਂ ਤੇ। ਜਿਹੜੇ ਕੇਸ ਆ ਜੀ 1699 ਬਹੁਤ ਜ਼ਿਆਦਾ ਵੱਧ ਗਏ। ਜਿਸ ਤਰ੍ਹਾਂ ਚੌਹਾਨ ਸਾਹਿਬ ਜਾਂ ਬਿਲਕਾ ਸਾਹਿਬ ਕਹਿੰਦੇ ਹੁੰਦੇ ਵੀ ਜਿੰਨਾ ਚਿਰ ਸਾਵਧਾਨੀ ਨਾ ਵਰਤੀ, ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਮਾੜੀ ਜੀ ਹਲੇ ਸਮਰ ਸਟਾਰਟ ਹੀ ਹੋਈ ਆ ਤੇ ਹੁਣੇ ਦੇਖ ਲਓ ਕਿਦਾਂ ਦੇ ਹਾਲਾਤ ਆ। 1699 ਤੇ ਡੈਥ ਹੋਈਆਂ 3 ਤੇ ਟੈਸਟ ਜਿਹੜੇ 31098 ਜਿਹੜਾ ਪੋਜ਼ਿਟਿਵਿਟੀ ਰੇਟ ਆ ਜੀ 5.4 ਤੇ ਪਹੁੰਚ ਗਿਆ, ਜਿਹੜਾ ਕੱਲ 3.7 ਤੇ ਸੀਗਾ। ਟੋਰਾਂਟੋ ਦੇ ਵਿੱਚ 500, ਪੀਲ 318, ਯੋਰਕ ਰੀਜਨ 155 ਤੇ ਹੈਮਿਲਟਨ 114। ਡਾਕਫੋਰਡ ਕੱਲ ਮੰਡੇ ਜਾਣੀ ਕਿ ਉਹਨਾਂ ਦੀ ਕਾਨਫਰੰਸ ਸੀਗੀ ਸਕਾਰਬਰੋ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਅੰਟਾਰੀਓ ਦੇ ਹਸਪੀਟਲ ਨੂੰ 1.2 ਬਿਲੀਅਨ ਦੀ ਜਿਹੜੀ ਫੰਡਿੰਗ ਕੀਤੀ ਜਾਵੇਗੀ। ਪੈਂਡੈਮਿਕ ਦੇ ਚੱਲਦਿਆਂ ਜਿਹੜੇ ਹਸਪੀਟਲ ਆ ਉਹ ਹਾਰਡ ਹਿੱਟ ਹੋਏ ਆ, ਕਾਫੀ ਜ਼ਿਆਦਾ ਨੁਕਸਾਨ ਹੋਇਆ, ਤੁਹਾਨੂੰ ਪਤਾ ਹੀ ਹਸਪੀਟਲਾਂ ਦਾ। ਟੋਰਾਂਟੋ ਦੇ ਕੀਲ ਤੇ ਰੋਜਰ ਸਟਰੀਟ ਤੇ ਇੱਕ ਪਿਕਅਪ ਟਰੱਕ ਨੇ ਜਾਰਜ ਹਰਬੀ ਕਾਲਜੀਏਟ ਕਾਲਜ ਨੂੰ ਜਿਹੜਾ ਸਵੇਰੇ 9:30 ਵਜੇ ਟਰੱਕ ਨੇ ਹਿੱਟ ਕੀਤਾ ਤੇ ਉਸ ਵੇਲੇ ਸਟੂਡੈਂਟ ਜਿਹੜੇ ਇਨਸਾਈਡ ਸਨ, ਕੋਈ ਵੀ ਇੰਜਰੀ ਜਿਹੜੀ ਰਿਪੋਰਟ ਨਹੀਂ ਕੀਤੀ ਗਈ। ਪਰ ਫਿਰ ਸਾਰੇ ਬੱਚਿਆਂ ਨੂੰ ਬਾਹਰ ਕੱਢ ਕੇ ਇੰਜੀਨੀਅਰ ਨੇ ਜਿਹੜਾ ਬਿਲਡਿੰਗ ਨੂੰ ਚੈੱਕ ਕੀਤਾ ਕਿ ਜਿਹੜਾ ਸਟਰਕਚਰ ਆ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ, ਬਿਲਕੁਲ ਠੀਕ ਠਾਕ ਆ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਬਾਅਦ ਦੇ ਵਿੱਚ ਸਾਰੀ ਓਕੇ ਦੀ ਰਿਪੋਰਟ ਤੋਂ ਬਾਅਦ ਹੀ ਬੱਚਿਆਂ ਨੂੰ ਅੰਦਰ ਜਾਣ ਦਿੱਤਾ ਗਿਆ। ਚੰਗਾ ਜਿਹੜਾ ਕੰਮ ਆ ਜੀ, ਕਿਉਂਕਿ ਬੱਚੇ ਜਿਹੜੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ, ਇੰਨੀ ਸਾਵਧਾਨੀ ਵਰਤਣੀ ਚਾਹੀਦੀ ਆ। ਐਸਟਰਾਜੈਨਕਾ ਪਲਾਨ ਕਰ ਰਿਹਾ ਕਿ ਅਪਲਾਈ ਕਰਨ ਲਈ FDA ਨੂੰ ਅਗਰ ਸਭ ਕੁਝ ਠੀਕ ਰਿਹਾ ਤਾਂ 15 ਅਪ੍ਰੈਲ ਤੋਂ ਜਿਹੜੀ ਐਮਰਜੈਂਸੀ ਵੈਕਸੀਨ ਦੇਣੀ ਸ਼ੁਰੂ ਹੋ ਜਾਵੇਗੀ। ਵਾਈਟ ਹਾਊਸ ਨੇ ਕਿਹਾ ਕਿ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਜਿਹੜੀ 20 ਮਿਲੀਅਨ ਐਂਡ ਆਫ ਮਾਰਚ ਤੱਕ ਸਾਨੂੰ ਮਿਲ ਜਾਵੇਗੀ, ਪਰ ਵਾਈਟ ਹਾਊਸ ਨੇ ਹੁਣ ਤੱਕ ਕਨਫਰਮ ਨਹੀਂ ਕੀਤਾ ਮਿਲੇਗੀ ਕਿ ਨਹੀਂ ਮਿਲੇਗੀ। ਪਹਿਲਾਂ ਕਹਿੰਦੇ ਸੀ ਵੀ ਮਿਲ ਜੂਗੀ, ਪਰ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ। UK ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਕਿ ਜਿਹੜਾ ਪੋਸੀਬਲ ਹੈ ਕਿ ਥਰਡ ਵੇਵ ਜਿਹੜੀ ਸਾਡੇ ਕੰਟਰੀ ਨੂੰ ਹਿੱਟ ਕਰ ਗਈ ਆ ਤੇ ਅਸੀਂ ਹੁਣ ਇਹਦੇ ਲਈ ਫਿਰ ਦੁਬਾਰਾ ਜਿਹੜੀ ਥਰਡ ਵੇਵ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਬਿਲਕੁਲ ਸਾਵਧਾਨ ਵਰਤਣਾ ਪੈਣਾ। ਹੁਣ ਉੱਥੇ ਨਵੀਆਂ ਇੰਟਰੈਕਸ਼ਨਾਂ ਫਿਰ ਸ਼ੁਰੂ ਹੋ ਗਈਆਂ ਜੀ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਨੇ ਪ੍ਰੈਸ ਵੀਡੀਓ ਲਾਈਵ ਕਾਨਫਰੰਸ ਵਿੱਚ ਕਿਹਾ ਕਿ ਅੱਜ ਉਹ ਵੈਕਸੀਨ ਦੀ ਡੋਜ਼ ਲੈ ਰਿਹਾ ਜੀ।
ਫਰਾਂਸ ਵਿੱਚ ਇੱਕ ਸਟਰੀਟ ਪਾਰਟੀ ਹੋ ਰਹੀ ਹੈ। ਖਬਰ ਆ ਧਿਆਨ ਮੰਗਦੀ ਆ ਜੀ। ਫਰਾਂਸ ਦੇ ਵਿੱਚ ਸਟਰੀਟ ਪਾਰਟੀ ਹੋ ਰਹੀ ਸੀ ਤੇ 6500 ਵਿਅਕਤੀ 6500 ਵਿਅਕਤੀ ਸਟਰੀਟ ਪਾਰਟੀ ਦੇ ਵਿੱਚ ਬਿਨਾਂ ਮਾਸਕ ਦੇ ਪਹੁੰਚੇ ਹੋਏ। ਦੱਸੋ ਹੁਣ ਇਹਦੇ ਵਿੱਚ ਸਰਕਾਰਾਂ ਦਾ ਕੀ ਕਸੂਰ ਆ। ਪੁਲਿਸ ਨੇ ਆ ਕੇ ਸਟਰੀਟ ਪਾਰਟੀ ਨੂੰ ਬ੍ਰੇਕਅਪ ਕੀਤਾ ਤੇ ਦਰਜਨ ਤੋਂ ਵੱਧ ਲੋਕਾਂ ਨੂੰ ਫਾਈਨ ਤੇ 9 ਲੋਕਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਫੇਰ ਕਹਿਣਾ ਜੀ ਮਰਦੇ ਆ ਤੇ ਹੁਣ ਮਾਫ ਕਰਨਾ ਕਹਿਣਾ ਨਹੀਂ ਚਾਹੀਦਾ ਔਨ ਏਅਰ ਆ। ਜੇ ਹੁਣ ਲੋਕਾਂ ਦੀ ਹਾਲਾਤ ਹੀ ਇਦਾਂ ਦੀ ਹੈ ਫਿਰ ਬੰਦਾ ਸਰਕਾਰਾਂ ਵੀ ਕਹਿ ਹੀ ਦੇਣ ਵੀ ਜਦ ਮਰੋ ਕੁੱਤੇ ਦੀ ਮੌਤੇ ਮਰਨਾ, ਤੁਸੀਂ ਨਹੀਂ ਸੁਧਰਦੇ। ਸਰਕਾਰਾਂ ਵੀ ਲੋਕਾਂ ਦੀ ਸੇਫਟੀ ਵਾਸਤੇ ਹੁੰਦੀਆਂ, ਲੋਕਾਂ ਨੂੰ ਸਮਝਾਉਂਦੀਆਂ ਵੀ ਸਾਵਧਾਨੀ ਵਰਤੋ, ਮਾਸਕ ਪਾਓ, ਡਿਸਟੈਂਸ ਰੱਖੋ, ਸਾਰਾ ਕੁਝ ਕਰੋ। ਪਰ ਜਿੱਥੇ 6500 ਬੰਦਾ ਇਕੱਠਾ ਹੋ ਗਿਆ, ਦੱਸੋ ਤੇ ਕਿਹੜੀ ਸਾਵਧਾਨੀ ਹੈ? ਕੀ ਚਾਹੁੰਦੇ ਉੱਥੇ ਹੈ ਨਾ, ਕੀ ਕੁਝ ਹੋ ਸਕਦਾ? ਮੈਂ ਇਹ ਨਹੀਂ ਕਹਿੰਦਾ ਵੀ ਆਪਣੇ ਭਾਈਚਾਰੇ ਦੀ ਸਾਰੇ ਇਹੀ ਹਾਲਾਤ ਆ, ਤਾਣਾ ਹੀ ਉਲਝਿਆ ਪਿਆ ਆ ਤੇ ਇਹ ਗੱਲਾਂ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਆ। ਨਿਊਯਾਰਕ ਗਵਰਨਰ ਨੇ ਅਨਾਉਂਸ ਕੀਤਾ ਕਿ ਅੱਜ ਮੰਗਲਵਾਰ ਨੂੰ 50 ਸਾਲ ਤੋਂ ਵੱਧ ਵਾਲੇ ਵੈਕਸੀਨ ਜਿਹੜੇ ਲੈ ਸਕਦੇ ਆ ਜੀ। ਤੇ ਟੋਰਾਂਟੋ ਦੇ ਵਿੱਚ ਚਰਚ ਦਾ ਵਿੱਚ ਇੱਕ ਕੰਮ ਕਰਦਾ ਸੀ ਜੀ, ਵਲੰਟੀਅਰੀ ਉਹ ਕੰਮ ਕਰਦਾ ਸੀ ਤੇ ਉਹਨੇ 18 ਸਾਲ ਦੇ 2 ਬੱਚਿਆਂ ਨੂੰ ਜਿਹੜਾ ਸੈਕਸੁਅਲੀ ਅਸਾਲਟ ਕਰਦਾ ਸੀਗਾ। ਇਹ ਹੈਪਨ ਜੁਲਾਈ 1 2013 ਤੋਂ ਲੈ ਕੇ ਅਗਸਤ 31 2021 ਤੱਕ ਕਰਦਾ ਰਿਹਾ। ਪੁਲਿਸ ਨੇ ਕੱਲ 62 ਸਾਲਾ ਵਿਅਕਤੀ ਜੋਸ਼ ਪੋਰਟਿਲੋ ਨੂੰ ਚਾਰਜ ਕੀਤਾ ਤੇ ਮਲਟੀਪਲ ਚਾਰਜ ਲਗਾਏ ਇਹਦੇ ਤੇ 8 ਅਪ੍ਰੈਲ ਨੂੰ ਇਹਦੀ ਕੋਰਟ ਦੇ ਵਿੱਚ ਪੇਸ਼ੀ ਆ। ਮੰਦਰ, ਮਸਜਿਦ, ਗੁਰਦੁਆਰਿਆਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰੀਆਂ। ਕਿੱਡੀ ਸ਼ਰਮ ਵਾਲੀ ਗੱਲ ਆ, ਜਿੱਦਾਂ ਭਾਰਤ ਦੇ ਵਿੱਚ 6 ਸਾਲਾ ਬੱਚੀ ਦੇ ਨਾਲ ਇੰਨੇ ਬੰਦਿਆਂ ਨੇ ਰੇਪ ਕੀਤਾ ਸੀਗਾ। ਤਾਂ ਇਹ ਤਾਂ ਚਲੋ ਅਡਲਟ ਸੀਗੇ, ਪਰ ਜੋ ਵੀ ਕੰਮ ਗਲਤ ਕਰਦਾ ਤੇ ਸ਼ਰਮ ਆਉਂਦੀ ਆ ਜੀ। ਕੱਲ ਜਿਹੜਾ ਐਕਸੀਡੈਂਟ ਯੰਗ ਤੇ ਹਾਈਵੇ 7 ਤੇ 4 ਕਾਰਾਂ ਦਾ ਹੋਇਆ ਸੀਗਾ, ਉਹ 'ਚ ਹੀਨੋ ਟਰੱਕ ਵੀ ਸ਼ਾਮਲ ਸੀਗਾ। ਇਸ ਲੇਟਨ ਪੁਲਿਸ ਨੇ ਦੱਸਿਆ ਕਿ ਇੱਕ ਔਰਤ ਦੀ ਮੌਤ ਤੇ ਇੱਕ ਵਿਅਕਤੀ ਜਿਹੜਾ ਕ੍ਰਿਟੀਕਲ ਹਾਲਤ ਦੇ ਵਿੱਚ ਉਹਨੂੰ ਹਸਪੀਟਲ ਜਿਹੜੇ ਇਲਾਜ ਪਹੁੰਚਾਇਆ ਗਿਆ। ਪੈਂਡੈਮਿਕ ਦੇ ਚੱਲਦਿਆਂ ਇਹ ਵੀ ਖਬਰ ਬੜੀ ਧਿਆਨ ਮੰਗਦੀ ਹੈ ਜੀ। ਪੈਂਡੈਮਿਕ ਦੇ ਚੱਲਦਿਆਂ ਵਿਆਹ ਪ੍ਰੋਗਰਾਮਾਂ ਤੇ ਬੁਰਾ ਅਸਰ ਪੈ ਰਿਹਾ। ਜਿਸ ਤਰ੍ਹਾਂ ਇੱਕ ਚਾਈਨੀਜ਼ ਕਪਲ ਨੇ ਲਾਸਟ ਈਅਰ ਕਲਾਈਨਬਰਗ ਦੇ ਵਿੱਚ ਇੱਕ ਬੈਂਕਟ ਹਾਲ ਜਿਹੜਾ ਉਹ ਬੁੱਕ ਕੀਤਾ ਸੀਗਾ, ਪਰ ਕੋਵਿਡ ਕਾਰਨ ਇਕੱਠ ਨਹੀਂ ਕਰ ਸਕਦੇ ਸੀ ਤੇ ਵਿਆਹ ਤਾਂ ਉਹਨਾਂ ਨੇ ਕਰਵਾ ਲਿਆ। ਪਰ ਇਹ ਜੋੜਾ ਆਪਣਾ ਰੀਫੰਡ ਵਾਪਸ ਲੈਣ ਲਈ ਜਿਹੜਾ ਉੱਥੇ ਪਹੁੰਚਿਆ ਤਾਂ ਉਹਨਾਂ ਨੂੰ ਕਹਿੰਦੇ ਸਾਡਾ ਰੀਫੰਡ ਵਾਪਸ ਕਰੋ, ਪਰ ਉਹ ਰੀਫੰਡ ਵਾਪਸ ਨਹੀਂ ਕਰ ਰਹੇ। ਜੋੜੇ ਨੇ ਦੱਸਿਆ ਕਿ ਅਸੀਂ ਕੈਂਸਲ ਕਾਫੀ ਸਮਾਂ ਪਹਿਲਾਂ ਕਰਤਾ ਸੀਗਾ ਜਦੋਂ ਕੋਵਿਡ ਦਾ ਪਤਾ ਲੱਗ ਗਿਆ, ਪਰ ਉਹ ਕਹਿ ਰਿਹਾ ਕਿ ਸਾਡਾ ਵੀ ਨੁਕਸਾਨ ਹੋਇਆ। ਇਸ ਕਪਲ ਨੇ ਦੱਸਿਆ ਕਿ ਸਾਡੇ ਵਰਗੇ ਹੋਰ ਵੀ ਲੋਕ ਹਨ ਜਿਨ੍ਹਾਂ ਨੇ ਲੰਮਾ ਸਮਾਂ ਪਹਿਲਾਂ ਹਾਲ ਬੁੱਕ ਕੀਤੇ ਹੋਏ ਆ ਕੋਵਿਡ ਦੇ ਚੱਲਦਿਆਂ, ਪਰ ਇਹ ਜਾਇਜ਼ ਆ ਜਾਂ ਨਹੀਂ ਜਾਇਜ਼, ਨਜਾਇਜ਼ ਆ, ਇਹ ਸਾਰਾ ਕੁਝ ਅੱਜ ਤੁਹਾਡੇ ਨਾਲ ਆਪਾਂ ਇੱਕ ਖੁੱਲ੍ਹਾ ਟਾਕ ਸ਼ੋ ਰੱਖ ਕੇ ਇਸ ਵਿਸ਼ੇ 'ਤੇ ਵੀ ਗੱਲਬਾਤ ਕਰਾਂਗੇ। ਤੁਹਾਡੀਆਂ ਰਾਏ ਜਾਣਾਂਗੇ ਕਿੱਦਾਂ ਵੀ ਉਹ ਜਿਹੜੇ ਇਸ ਟਾਈਮ ਲੋਕਾਂ ਨੇ ਪੈਸੇ ਦਿੱਤੇ ਹੋਏ ਰੀਫੰਡ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਏਅਰਲਾਈਨਾਂ ਤਾਂ ਰੀਫੰਡ ਕਰ ਰਹੀਆਂ, ਪਰ ਬੈਂਕਟ ਹਾਲਾਂ ਦੇ ਜਿਹੜੇ ਹਾਲਾਤ ਆ ਉਹ ਬਹੁਤ ਮਾੜੇ ਆ। ਇੱਦਾਂ ਦੇ ਚੱਲਦਿਆਂ ਜਦੋਂ ਲੋਕਾਂ ਨੂੰ ਪਤਾ ਹੈ ਵੀ ਕੋਵਿਡ-19 ਚੱਲ ਰਿਹਾ ਪਰ ਹਟਦੇ ਟਿਕਦੇ ਤਾਂ ਅਸੀਂ ਵੀ ਨਹੀਂ ਗਏ। ਕੋਈ ਲੇਕ ਦੇ ਕੰਢੇ ਤੇ ਵਿਆਹ ਕਰਾਉਣਾ ਚਾਹੁੰਦਾ, ਉਹ ਕੋਈ ਉੱਥੇ $10,000 ਦੇ ਆਉਂਦਾ। ਜੇ ਮਾਂ ਪਿਓ ਰੋਕਦਾ ਤਾਂ ਬੱਚੇ ਨਹੀਂ ਰੁਕਦੇ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ। ਅੰਟਾਰੀਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਕਿਹਾ ਕਿ ਐਸਟਰਾਜੈਨਕਾ ਦਾ ਸ਼ਾਟ ਮੈਂ ਕੈਮਰੇ ਦੇ ਸਾਹਮਣੇ ਲੈਣਾ ਹੈ, ਪਰ ਕਿਤੇ ਮੋਦੀ ਵਰਗਾ ਸ਼ਾਟ ਨਾ ਲੈ ਲੈਣ ਵੀ ਪਤਾ ਨਹੀਂ ਲੱਗਾ ਕਿ ਨਹੀਂ ਲੱਗਾ। ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਇੰਜੈਕਸ਼ਨ ਲੱਗਾ ਕਿ ਨਹੀਂ ਲੱਗਾ, ਜੇ ਲਾਇਆ ਹੋ ਤਾਂ ਹੀ ਪਤਾ ਲੱਗੂ। ਜਿਵੇਂ ਕਿ ਕਈ ਕੰਟਰੀ ਕਹਿ ਰਹੇ ਆ ਕਿ ਇਹ ਸੇਫ ਨਹੀਂ ਹੈ, ਬਲੱਡ ਕਲਾਊਡ ਬਣਾਉਂਦੀ ਹੈ, 15 ਕੰਟਰੀ ਨੇ ਬੰਦ ਕੀਤਾ ਆ। ਉਹਨੇ ਕਿਹਾ ਕਿ ਮੈਂ ਕੈਮਰੇ ਦੇ ਸਾਹਮਣੇ ਦੱਸਾਂਗੀ ਕਿ ਇਹ ਕਿੰਨੀ ਸੇਫ ਤੇ ਕਿੰਨੀਆਂ ਜ਼ਿੰਦਗੀਆਂ ਇਸ ਨੇ ਬਚਾਈਆਂ ਆ। ਚੰਗੀ ਗੱਲ ਆ ਜੀ। ਵੈਸੇ ਤੇ ਜੇ ਮੈਡੀਸਨ ਨਹੀਂ ਬਣੀ ਤੇ ਵੈਕਸੀਨ ਨਹੀਂ ਲੈਣੀ ਪੈਣੀ, ਕੋਈ ਚੁਆਇਸ ਹੀ ਹੈ ਨਹੀਂ। ਅੰਟਾਰੀਓ ਸਰਕਾਰ ਨੇ ਰੈਸਟੋਰੈਂਟ ਵਰਕਰਾਂ ਨੂੰ ਪਹਿਲਾਂ ਸੈਕੰਡ ਫੇਜ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ ਵੈਕਸੀਨ ਲਾਉਣ ਲਈ, ਪਰ ਹੁਣ ਫਿਰ ਵੈਕਸੀਨ ਵਾਲੇ ਵਾਸਤੇ ਸੈਕੰਡ ਫੇਜ਼ ਦੇ ਵਿੱਚ ਪਾ ਦਿੱਤਾ ਕਿਉਂਕਿ ਸਮਰ ਸਟਾਰਟ ਹੋ ਗਈ ਆ ਤੇ ਆਊਟਸਾਈਡ ਪੈਟੀਓ ਵੀ ਜਿਹੜੇ ਖੁੱਲ੍ਹ ਗਏ ਆ। ਇਸ ਕਰਕੇ ਵਰਕਰਾਂ ਨੂੰ ਵੀ ਪਹਿਲ ਦੇ ਆਧਾਰ ਤੇ ਜਿਹੜੀ ਵੈਕਸੀਨ ਦਿੱਤੀ ਜਾਵੇਗੀ, ਜਿਹੜੇ ਵੇਟਰ ਆ ਜਾਂ ਸ਼ੈਫ ਆ ਕੋਈ ਵੀ ਆ, ਕਿਉਂਕਿ ਉਹਨਾਂ ਦਾ ਲੋਕਾਂ ਦੇ ਨਾਲ ਹੀ ਵਾਹ ਪੈਣਾ ਜੀ। ਪਤਾ ਨਹੀਂ ਕਿੱਦਾਂ ਦੇ ਲੋਕ ਹੋਣੇ ਆ ਤੇ ਉਹਨਾਂ ਨੂੰ ਵੈਕਸੀਨ ਦਿੱਤੀ ਜਾਊਗੀ। ਇਨਡੋਰ ਜਿਹੜੀ ਕਪੈਸਿਟੀ ਆ ਉਹ ਵੀ ਵਧਾ ਦਿੱਤੀ ਗਈ ਆ। ਕੱਲ੍ਹ ਵਾਨ ਦੇ ਵਿੱਚ 3:30 ਵਜੇ ਟੈਸਟਨ ਤੇ ਕਿਰਬੀ ਰੋਡ ਤੇ ਇੱਕ ਐਕਸੀਡੈਂਟ ਹੋਇਆ। 3 ਵਹੀਕਲ ਜਿਹੜੇ ਇਨਵੋਲਵ ਸੀ, ਇੱਕ ਵਿਅਕਤੀ ਦੀ ਮੌਤ ਤੇ 2 ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪੀਟਲ ਪਹੁੰਚਾਇਆ ਤੇ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕੱਲ ਓਸ਼ਵਾ ਦੇ ਵਿੱਚ ਰੋ ਹਾਊਸ ਜਿਹੜੇ ਜੁੜਵੇਂ ਘਰ ਹੁੰਦੇ ਆ ਜੀ ਜ਼ਿਆਦਾ, ਰੋ ਹਾਊਸ ਦੇ ਵਿੱਚ ਅੱਗ ਲੱਗ ਗਈ। 5 ਵਿਅਕਤੀ ਅੱਗ ਨਾਲ ਝੁਲਸ ਗਏ ਤੇ 4 ਵਿਅਕਤੀ ਮਿਸਿੰਗ ਸਨ। 2 ਵਿਅਕਤੀਆਂ ਦੀਆਂ ਲਾਸ਼ਾਂ ਜਿਹੜੀਆਂ ਬਹੁਤ ਜ਼ਿਆਦਾ ਸੜੀਆਂ ਹੋਈਆਂ ਉਹ ਤਾਂ ਫਾਇਰ ਫਾਈਟਰ ਨੇ ਲੱਭ ਲਏ, ਪਰ 2 ਅਜੇ ਤੱਕ ਵੀ ਲਾਪਤਾ, ਪਤਾ ਨਹੀਂ ਕਿੱਥੇ ਗਏ ਆ ਜਾਂ ਬਿਲਕੁਲ ਹੀ ਸੜ ਗਏ ਉਹਨਾਂ ਦੀਆਂ। ਸ਼ਾਇਦ ਹੁਣ ਪੂਰੀ ਇਨਵੈਸਟੀਗੇਸ਼ਨ ਉਹ ਪਤਾ ਲੱਗੂਗਾ ਵੀ ਕਿਤੇ ਹੱਡੀਆਂ ਹੁੱਡੀਆਂ ਲੱਭਦੀਆਂ ਕੀ ਹੋਇਆ।
ਬ੍ਰੈਡਫੋਰਡ ਦੇ ਵਿੱਚ ਇੱਕ ਅਪਾਰਟਮੈਂਟ ਟਾਵਰ ਨੂੰ ਵੀ ਅੱਗ ਲੱਗ ਗਈ ਜੀ ਤੇ 11 ਵਿਅਕਤੀਆਂ ਨੂੰ ਹਸਪੀਟਲ ਪਹੁੰਚਾਇਆ ਗਿਆ, ਜਿਨ੍ਹਾਂ ਤੋਂ ਅੱਧ ਤੋਂ ਜ਼ਿਆਦਾ ਗੰਭੀਰ ਜਿਹੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਬੋਲਡਰ ਕੋਲੋਰਾਡੋ ਦੇ ਵਿੱਚ ਕਿੰਗ ਸੁਪਰ ਸਟੋਰ ਦੇ ਵਿੱਚ ਸ਼ੂਟਿੰਗ ਹੋਈ ਆ ਤੇ ਪੁਲਿਸ ਅਫੀਸਰ ਸਣੇ 10 ਵਿਅਕਤੀਆਂ ਦੀ ਉੱਥੇ ਮੌਤ ਹੋ ਗਈ। ਆਪਾਂ ਇਹ ਵੀ ਗੱਲਬਾਤ ਕਰਦੇ ਹੁੰਦੇ ਹਾਂ ਜੀ, ਅਮਰੀਕਾ ਦੇ ਵਿੱਚ ਜਿਹੜੇ ਹਥਿਆਰ ਆ ਇੰਨੇ ਖੁੱਲੇ ਮਿਲਦੇ ਆ ਵਾਲਮਾਰਟ ਤੋਂ ਜਾਂ ਟਾਰਗੇਟ ਤੋਂ, ਜਿਹੜੇ ਵੱਡੇ ਵੱਡੇ ਸਟੋਰ ਆ, ਜਿੱਦਾਂ ਆਪਾਂ ਗਰੋਸਰੀ ਬਾਏ ਕਰਦੇ ਆ ਤੇ ਇਸ ਤਰ੍ਹਾਂ ਆਪਾਂ ਲੈ ਸਕਦੇ ਆ। ਤੁਹਾਡੇ ਕੋਲ ਇੱਕ ਆਈਡੀ ਹੋਣੀ ਚਾਹੀਦੀ ਹੈ ਜੀ, ਅਮਰੀਕਾ ਦੀ ਕੋਈ ਵੀ ਹੋਵੇ, ਲੀਗਲ ਇਨਲੀਗਲ, ਤੁਸੀਂ ਉੱਥੇ ਰਹਿੰਦੇ ਹੋ, ਜੇ ਰਿਫਿਊਜੀ ਹੋ, ਕੋਈ ਵੀ ਬੰਦਾ ਭਾਵੇਂ AK-47 ਵੀ ਲੈ ਲਓ, ਕੋਈ ਪ੍ਰੋਬਲਮ ਨਹੀਂ, ਜਿੰਨੇ ਮਰਜ਼ੀ ਰੌਂਦ ਲੈ ਲਓ। ਤੇ ਫਿਰ ਇਹੀ ਕੰਮ ਹੋਣਾ ਜੀ। ਹਥਿਆਰ, ਜੇ ਤੁਸੀਂ ਹਥਿਆਰਾਂ ਦੇ ਵਪਾਰੀ ਹੋ ਤਾਂ ਹਥਿਆਰ ਤੁਹਾਡੇ ਤੇ ਵੀ ਵਰਤੇ ਜਾ ਸਕਦੇ ਆ, ਤਾਂ ਹੀ ਇੰਨੇ ਜਿਹੜੇ ਉੱਥੇ ਸ਼ੂਟਿੰਗ ਹੁੰਦੀ ਹੈ। ਚਲੋ ਸ਼ੂਟਿੰਗ ਤਾਂ ਸਾਡੇ ਕੈਨੇਡਾ 'ਚ ਵੀ ਹੁੰਦੀ, ਕਿਹੜਾ ਨਹੀਂ ਹੁੰਦੀ, ਪਰ ਉੱਥੇ ਬਹੁਤ ਜ਼ਿਆਦਾ ਹੁੰਦੀ ਆ। ਕੈਸਵਿਕ ਜਾਰਜੀਨਾ ਇੱਥੇ ਅੰਟਾਰੀਓ ਦੇ ਵਿੱਚ ਸਿਟੀ ਆ ਜੀ, ਇੱਕ ਨਾਰਥ ਦੇ ਵਿੱਚ 404 ਦੇ ਉੱਤੇ ਪੈਂਦਾ ਜੀ, ਵਿੱਚ ਵੁੱਡਬਾਈਨ ਐਵੀਨਿਊ ਤੇ ਰੇਬਨ ਸ਼ੂ ਤੇ ਸ਼ੂਟਿੰਗ ਹੋਈ ਤੇ ਇੱਕ ਵਿਅਕਤੀ ਜਿਹੜਾ ਕ੍ਰਿਟੀਕਲ ਹਾਲਤ ਦੇ ਵਿੱਚ ਉਹਨੂੰ ਹਸਪੀਟਲ ਪਹੁੰਚਾਇਆ, ਪਰ ਸਸਪੈਕਟ ਜਿਹੜਾ ਉਹ ਦੌੜਨ ਦੇ ਵਿੱਚ ਸਫਲ ਰਿਹਾ ਜੀ। ਫੋਰਨ ਅਫੇਅਰ ਮਿਨਿਸਟਰ ਮਾਰਕ ਗਾਰਨੀਅਰ ਨੇ ਪੂਰੇ ਵਰਲਡ ਨੂੰ ਵਾਰਨਿੰਗ ਦਿੱਤੀ ਆ ਕਿ ਚਾਈਨਾ ਨਾਲ ਬਿਜ਼ਨਸ ਕਰਨਾ ਬਹੁਤ ਜ਼ਿਆਦਾ ਰਿਸਕੀ ਆ, ਸਾਵਧਾਨ ਹੋ ਜਾਓ। ਕਹਿੰਦੇ ਜਿਵੇਂ ਸਾਡੇ 2 ਕੈਨੇਡੀਅਨ ਬਿਨਾਂ ਕਿਸੇ ਕਾਰਨ ਜੇਲ੍ਹ ਦੇ ਵਿੱਚ ਰੱਖੇ ਹੋਏ ਆ, ਚਾਈਨਾ ਉਹਨਾਂ ਤੇ ਜਸੂਸੀ ਦਾ ਇਲਜ਼ਾਮ ਲਾ ਰਿਹਾ ਤੇ ਕੈਨੇਡਾ ਕਹਿ ਰਿਹਾ ਜੀ ਉਹ ਬਿਲਕੁਲ ਨਿਰਦੋਸ਼ ਆ। ਤੇ ਕੈਨੇਡਾ ਹੁਣ USA ਦੀ ਹੈਲਪ ਲੈ ਰਿਹਾ ਜੀ, ਜਿਹੜੇ 2 ਮਾਈਕਲ ਆ ਉਹਨਾਂ ਨੂੰ ਛਡਾਇਆ ਜਾਵੇ ਕਿਸੇ ਨਾ ਕਿਸੇ ਢੰਗ ਦੇ ਨਾਲ। ਤੇ ਆਖਰੀ ਖਬਰ ਆ ਜੀ, ਪ੍ਰੀਮੀਅਰ ਡਗ ਫੋਰਡ ਅੱਜ 1 ਵਜੇ ਨਵੀਂ ਅਨਾਉਂਸਮੈਂਟ ਕਰਨਗੇ ਜੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ, ਕੱਲ ਨੂੰ ਧਨਵਾ ਸਾਹਿਬ ਉਹਨਾਂ ਨੇ ਆਉਣਾ ਜੀ, ਉਹ ਦੱਸਣਗੇ ਵੀ ਕੀ ਹੋਇਆ, ਕੀ ਉਹਨਾਂ ਨੇ ਅਨਾਉਂਸ ਕੀਤਾ। ਇਹ ਸੀਗੀਆਂ ਲੋਕਲ ਖਬਰਾਂ, ਤੇ ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਿਹਾ ਜੀ ਪੰਕਜ ਸਪਰਾ ਹੁਣੀ। ਘਰ ਖਰੀਦਣਾ, ਵੇਚਣਾ, ਕਿਸੇ ਵੀ ਤਰ੍ਹਾਂ ਦੀ ਤੁਸੀਂ ਉਹਨਾਂ ਨੂੰ ਲਿਸਟਿੰਗ ਚਾਹੀਦੀਆਂ ਜੀ ਬਰੈਂਪਟਨ ਦੇ ਵਿੱਚ, ਉਹਨਾਂ ਦੇ ਕੋਲ ਆਲਰੇਡੀ ਬਾਇਰ ਜਿਹੜੇ ਬਿਲਕੁਲ ਰੈਡੀ ਬੈਠੇ ਆ, ਸਾਰਾ ਕੁਝ ਹੋਇਆ। ਤੁਸੀਂ ਸਿਰਫ ਕਾਲ ਹੀ ਕਰਨੀ ਆ ਜੀ ਪੰਕਜ ਸਪਰਾ ਹੋਣਾ ਨੂੰ 416 722 2385 ਤੇ ਬਹੁਤ ਹੀ ਵਧੀਆ ਤੁਹਾਡਾ ਘਰ ਜਿਹੜਾ ਬੜੀ ਵਧੀਆ ਪ੍ਰਾਈਸ ਦੇ ਵਿੱਚ ਉਹ ਵੇਚ ਦੇਣਗੇ। ਜੇ ਤੁਸੀਂ ਘਰ ਖਰੀਦਣਾ ਤਾਂ ਵੀ ਕਾਲ ਕਰ ਸਕਦੇ ਹੋ, ਕੋਈ ਕਮਰਸ਼ੀਅਲ ਬਿਲਡਿੰਗ ਲੈਣੀ ਆ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਆ ਕਰੋ ਜੀ, ਬੜਾ ਵਧੀਆ ਐਕਸਪੀਰੀਅੰਸ ਆ ਉਹਨਾਂ ਦੇ ਕੋਲੋਂ। ਪਾਰਕਿੰਗ ਲਾਟ ਲੈਣੀ, ਗੈਸ ਸਟੇਸ਼ਨ ਲੈਣਾ ਤਾਂ ਵੀ ਕਾਲ ਕਰ ਸਕਦੇ ਹੋ 416 722 2385 ਤੇ। ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈਣ ਤੋਂ ਬਾਅਦ ਆਪਾਂ ਤੁਹਾਡੇ ਨਾਲ ਇੱਦਾਂ ਹੀ ਜੁੜਦੇ ਹਾਂ ਜੀ। ਤੇ ਆਪਣੇ ਨਾਲ ਮਾਫ ਕਰਨਾ, ਪਹਿਲਾਂ ਆਪਣੇ ਜਿਹੜੇ ਪ੍ਰਾਊਡ ਸਪਾਂਸਰ ਆ ਪੰਕਜ ਸਪਰਾ ਹੁਣੀ ਜੋੜੀ ਚੁੱਕਿਆ ਜੀ, ਆਪਾਂ ਉਹਨਾਂ ਦੀ ਕਾਲ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਕਾਲਾਂ 1 ਬਾਈ 1 ਔਨ 에ਅਰ ਕਰਾਂਗੇ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਤੁਹਾਨੂੰ ਤੇ ਮੇਰੇ ਪਿਆਰ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਤੁਸੀਂ ਮੈਨੂੰ ਪਤਾ ਲੱਗਾ ਜੀ ਤੁਹਾਨੂੰ ਕਾਫੀ ਲਿਸਟਿੰਗ ਚਾਹੀਦੀਆਂ, ਬਾਇਰ ਜਿਹੜੇ ਆਲਰੇਡੀ ਤੁਹਾਡੇ ਕੋਲ ਹੈਗੇ ਬਰੈਂਪਟਨ ਦੇ ਵਿੱਚ, ਉਹਦੇ ਬਾਰੇ ਦੱਸਿਓ। ਤੇ ਕੈਲੇਡਨ ਦੇ ਵਿੱਚ ਤੁਹਾਡੇ ਕੋਲ ਜਿਹੜਾ ਬਹੁਤ ਜਲਦੀ ਲਿਸਟ ਹੋ ਰਿਹਾ ਜੀ ਘਰ। ਜੀ ਬਿਲਕੁਲ ਵੀ ਜੀ, ਜਿਹੜਾ ਕੈਲਡਨ ਵਾਲਾ ਸੈਮੀ ਡਿਟੈਚ ਹੈ ਜੀ, ਉਹ ਬਸ ਇਸ ਵੀਕਐਂਡ ਤੇ ਮਾਰਕੀਟ 'ਚ ਆ ਰਿਹਾ ਜੀ। ਤੇ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਜੀ, ਪਲੀਜ਼ ਉਹ ਆਪਣੀ ਪ੍ਰਾਈਵੇਟ ਬੁਕਿੰਗ ਮੇਰੇ ਨਾਲ ਨਾਪਤਾ ਕੰਮ ਕਰਕੇ ਬੁੱਕ ਕਰਵਾ ਸਕਦੇ ਆ ਤੇ ਉਹਨਾਂ ਦੇ ਵਧੀਆ ਆਪਾਂ ਡਾਲਰ ਵੀ ਬਚਾ ਸਕਦੇ ਹਾਂ ਜੀ। ਤੇ ਆਪਣੇ ਕੋਲੇ ਜੀ ਬਰੈਂਪਟਨ ਦੇ ਵਿੱਚ ਮੈਨੂੰ 2 ਡਿਟੈਚ ਜੀ, ਇੱਕ ਟਾਊਨ ਸੈਮੀ ਸਨੀ ਮੈਡੋ ਐਂਡ ਸੈਂਡਲਵੁੱਡ ਤੇ ਜੀ ਹੈਗੇ ਸਟੈਕ ਕੌਂਡੋ, ਮੈਨੂੰ ਉੱਥੇ ਚਾਹੀਦਾ ਜੀ 1 ਬੈਡਰੂਮ ਦਾ। ਕਿਤੇ ਵੀਰ ਭਰਾ ਕੋਲੇ ਹੈਗਾ ਜੀ, ਉਹ ਆਪਣੇ ਵਧੀਆ ਪ੍ਰਾਈਸ ਲੈਣਾ ਚਾਹੁੰਦੇ ਆ ਜੀ, ਸੋ ਪਲੀਜ਼ ਮੈਨੂੰ ਕਾਲ ਕਰੋ 416 722 2385 416 722 2385। ਵੀਰ ਜੀ ਮਾਰਕੀਟ ਕੀ ਕਹਿ ਰਹੀ ਹੈ ਹੁਣ ਇਸ ਟਾਈਮ? ਮਾਰਕੀਟ ਵੀ ਜੀ ਸੈਲਰ ਮਾਰਕੀਟ ਹੈ ਜੀ ਰਾਈਟ ਨਾਓ। ਜੇ ਜਿਵੇਂ ਥੋੜਾ ਟਾਈਮ ਪੈ ਕੇ ਵੀ ਜੀ 2-3 ਵੀਕ ਹੋ ਗਏ ਆ, ਉਹਦੇ ਨਾਲ ਥੋੜੀ ਇਨਵੈਂਟਰੀ ਵੱਧ ਰਹੀ ਹੈ ਜੀ ਮਾਰਕੀਟ 'ਚ। ਤੇ ਸਟਿਲ ਜੇ ਕਿਸੇ ਨੇ ਆਪਣੀ ਪ੍ਰਾਪਰਟੀ ਦਾ ਵੱਧ ਪੈਸੇ ਬਣਾਉਣਾ ਚਾਹੁੰਦੇ ਆ ਜੀ, ਤੇ ਪਲੀਜ਼ ਮੈਨੂੰ ਕਾਲ ਕਰਨ 416 722 2385 ਜੀ। ਧੰਨਵਾਦ ਵੀਰ ਜੀ, 416 722 2385 ਤੇ ਕਾਲ ਕਰ ਸਕਦੇ ਹੋ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਵੀਰ ਜੀ, ਧੰਨਵਾਦ ਜੀ, ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ, ਉਸ ਤੋਂ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਤੁਹਾਡੇ ਲਈ ਕਾਲਾਂ ਜਿਹੜੀਆਂ ਬਿਲਕੁਲ ਖੋਲੀਆਂ ਜਾਣਗੀਆਂ। ਓਪਨ ਟਾਕ ਸ਼ੋਅ ਆ, ਜਿਹੜੇ ਮੁੱਦੇ ਆ ਇਹਨਾਂ ਵਿਸ਼ਿਆਂ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਹਾਂਜੀ ਵੀਰ ਜੀ, 3331 ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਬਾਕੀ ਵੀਰੇ ਜੀ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਜੀ। ਅੱਜ ਆਪਣੇ 23 ਤਰੀਕ ਨੂੰ ਆਪਣੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਨੂੰ ਆਪਣੇ ਫਾਂਸੀ ਦਿੱਤਾ ਸੀ ਜੀ। ਤੇ ਬਾਕੀ ਦੇਖੋ ਜੀ, ਉਹ ਕਰਤਾਰ ਸਿੰਘ ਸਰਾਭਾ ਆਪਣਾ ਕੌਮ ਦਾ ਸਭ ਤੋਂ ਛੋਟਾ ਉਮਰ ਦਾ ਨੌਜਵਾਨ ਸੀ ਜਿਹਨੂੰ ਆਪਣੇ ਦਿੱਤੀ ਸੀ ਆਪਣੇ ਫਾਂਸੀ ਜੀ।
ਤੇ ਉਹਨਾਂ ਦੀ ਇੱਕ ਕਵਿਤਾ ਵਾ, ਕਹਿੰਦਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ, ਖਾਤਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਤੇ ਵੀਰੇ ਬਾਕੀ ਗਦਰੀ ਬਾਬੇ ਹੋਏ ਆ, ਉਹ ਆਪਣੇ ਬਿਲਗਾ ਸਾਹਿਬ ਦਾ ਅੱਗੇ ਤੁਸੀਂ ਨਾਂ ਜ਼ਿਕਰ ਕਰਦੇ ਆ ਤੇ ਬੜੇ ਉਹਨਾਂ ਨੂੰ ਕਾਫੀ ਨੌਲੇਜ ਆ, ਤੇ ਉਹਨਾਂ ਨੂੰ ਵੀ ਕਹਿਣਾ ਥੋੜਾ ਜਿਹਾ। ਸੋਹਣ ਸਿੰਘ ਭਗਨਾ ਇਹਨਾਂ ਦੇ ਪਿੰਡ ਦਾ ਸੀ, ਬਿਲਗੇ ਦਾ ਜੀ, ਜੋੜੇ। ਹਾਂਜੀ, ਤੇ ਉਹ ਦੇਖੋ ਜੀ, ਉਹ ਕੈਦ ਕੱਟ ਕੇ ਨਾ 18 ਸਾਲਾਂ ਬਾਅਦ ਇੱਕ ਵਾਰੀ ਜਦੋਂ ਆਇਆ ਤੇ ਪਿੰਡ ਦੇ ਮੁੰਡਿਆਂ ਨੂੰ ਉਹਨੇ ਪੁੱਛਿਆ, ਬਾਹਰ ਬੈਠਿਆਂ ਨੂੰ, ਵੀ ਮੇਰਾ ਘਰ ਕਿੱਥੇ, ਘਰ ਵੀ ਭੁੱਲ ਗਿਆ ਸੀ ਜੀ ਪਿੰਡ 'ਚ। ਤੇ ਉਹਨਾਂ ਦੀ ਯਾਦਗਾਰ 'ਚ ਆਪਣੇ ਜਲੰਧਰ ਬਣਾਇਆ ਵੀ ਹੋਇਆ ਆਪਣੇ ਜੀ ਗਦਰੀ ਬਾਬਿਆਂ ਦਾ, ਤੇ ਸਾਨੂੰ ਉਹਨਾਂ ਵਾਸਤੇ ਦੇਖੋ ਜੀ, ਤੇ ਆਪਣਾ ਨਾ ਹਮੇਸ਼ਾ ਸ਼ਹੀਦਾਂ ਨੂੰ ਚੇਤੇ ਰੱਖਣਾ ਚਾਹੀਦਾ ਜੀ। ਤੇ ਬਾਕੀ ਉਹ ਵੀਰ ਆਪਣੇ ਨਾ ਕਮੇਟੀ ਦਾ ਕਰਕੇ ਗਏ ਸੀ ਆਪਣੇ ਗੱਲ, ਦੇਖੋ ਜੀ, ਉਹ ਆਪਣੇ ਮਹਿਤਾਬ ਸਿੰਘ ਹੋਇਆ ਆਪਣਾ ਜਿਹੜਾ ਨਾ ਰੁਕਮਨਦੀਨ ਤੋਂ ਬਣਿਆ ਸੀਗਾ, ਢੇਰਾ ਸਿੰਘ ਹੋਣੀ, ਕਰਤਾਰ ਸਿੰਘ ਚੱਬਰ, ਤੇਜਾ ਸਿੰਘ ਭੁੱਚਰ ਹੋਣੀ, ਕਰਤਾਰ ਸਿੰਘ ਚੱਬਰ ਹੋਣੀ ਤੇ ਤੇਜਾ ਸਿੰਘ ਭੁੱਚਰ ਹੋਣੀ, ਸਾਰੇ ਇਹਨਾਂ ਨੇ, ਮੰਗਲ ਸਿੰਘ ਹੋਣੀ ਜਿਹੜੇ ਸੀ, ਇਹਨਾਂ ਨੇ ਦੇਖੋ ਜੀ ਆਪਣੇ ਇਹਨਾਂ ਨੂੰ ਮਹੰਤਾਂ ਨੂੰ ਭਜਾਇਆ ਸੀ ਇੱਥੋਂ ਆਪਣੇ ਅਕਤੂਬਰ 1920 ਚ ਆਪਣੇ ਹਰਿਮੰਦਰ ਸਾਹਿਬ ਤੋਂ। ਤੇ ਦੁਆਰਾ ਇਹਨਾਂ ਨੇ ਦੇਖੋ ਜੀ ਕਮੇਟੀ ਜਦੋਂ ਬਣਨੀ ਸੀ, ਆਪਾਂ ਕੱਲ ਵੀ ਗੱਲ ਕੀਤੀ, ਇਸ ਕਮੇਟੀ 'ਚ ਦੁਆਰਾ ਫੇਰ ਉਹਨਾਂ ਨੇ ਆਪਦੇ ਬੰਦੇ ਫੇਰ ਮਹੰਤ ਪਾ ਹੀ ਦਿੱਤੇ ਸੀ, ਆਪਣੇ 36 ਬੰਦੇ ਤੋਂ ਉਦਾਂ ਇਹਨਾਂ ਨੇ ਨੋਮੀਨੇਟ ਕਰਤੇ ਸੀ ਗਵਰਨਰ ਨੂੰ ਕਹਿ ਕੇ ਜੀ। ਜੀ ਜੀ। ਤੇ ਆਪਣੇ ਦੂਸਰੇ ਤਖਤਾਂ ਤੇ ਵੀ ਆ ਦੇਖੋ, ਉੱਥੇ ਸ਼ਰੇਆਮ ਜਿਹੜੀ ਹਜ਼ੂਰ ਸਾਹਿਬ ਵੀ ਆ ਇਹਨਾਂ ਮਹੰਤਾਂ ਦੀ ਉੱਥੇ ਸਮਾਧ ਬਣਾਈ ਹੈ, ਜਦੋਂ ਕਿ ਸਾਡੇ ਸਿੱਖ ਧਰਮ ਵਿੱਚ ਸਮਾਧ ਨੂੰ ਮੰਨਣਾ ਕੀ ਤੇ ਉਹਦਾ ਨਾਂ ਲੈਣਾ ਵੀ ਮਾੜਾ ਜੀ। ਤੇ ਇਹਨਾਂ ਨੇ ਉੱਥੇ ਕਬਰ ਬਣਾਈ ਹੋਈ ਹੈ ਜੀ, ਤੇ ਉਹਨੂੰ ਕਬਰ ਨੂੰ ਹਰ ਰੋਜ਼ ਅਸੀਂ ਵੀ ਉੱਥੇ ਉਹ ਲਾਂਗੜਾਂ ਕੱਸੀਆਂ ਹੋਈਆਂ, ਤੇ ਅਸੀਂ ਵੀ ਉੱਥੇ ਜਾ ਕੇ ਮੱਥਾ ਟੇਕੀ ਦਾ, ਤੇ ਕਹਿ ਦੀ ਜ਼ਰੂਰਤ ਨਹੀਂ ਗਈ ਹੋਈ ਉਹਨਾਂ ਨੂੰ ਕਹਿ ਸਕੀਏ ਵੀ ਆਹ ਕੰਮ ਬੰਦ ਕਰੋ ਜੀ। ਤੇ ਬਾਕੀ ਵੀਰੇ ਆਪਣੇ ਇਹਦਾ ਵੀ ਉਹ ਸਾਡੇ ਤੇ ਅਕਾਲੀ ਦਲ ਚ ਵੀ ਕਿੰਨੇ ਹਿੰਮਤਾਂ ਪਿੱਛੇ ਇਹਨਾਂ ਨੇ ਉਹ ਬਣਾਇਆ ਆਪਣੇ ਨਾ, ਇਹਨੂੰ 100 ਸਾਲ ਹੋ ਗਿਆ ਦਸੰਬਰ ਚ ਆਪਣੇ 1920 ਚ ਅਕਾਲੀ ਦਲ ਬਣੇ ਨੂੰ ਜੀ। ਤੇ ਇਹ ਜਦੋਂ ਆਪਣੇ ਪੰਜਾ ਸਾਹਿਬ ਕੀਤਾ ਸੀ ਇਹਨਾਂ ਨੇ, ਤੇ ਉਦੋਂ ਆਪਣੇ ਇਹਨਾਂ ਨੇ ਹਨਾ ਕਰਤਾਰ ਸਿੰਘ ਝੱਬਰ ਹੋਣਾ ਨੇ ਕਿਹਾ ਸੀ ਵੀ ਆਪਣਾ ਗੁਰਦੁਆਰਾ ਆਪਣਾ ਸੇਵਕ ਬਣਾਇਆ ਜਾਵੇ, ਜਿਹੜਾ 500 ਸਿੰਘਾਂ ਦਾ ਹੋਵੇ, ਕਿਤੇ ਵੀ ਜਾ ਕੇ ਸ਼ਹੀਦੀ ਦੇਣ, ਆਪਣੇ ਕੁਰਬਾਨੀ ਦੇਣ ਜਥਾ ਹੋਵੇ। ਉਹਦੇ ਤੋਂ ਅਕਾਲੀ ਦਲ ਬਣਿਆ, ਤੇ ਅਸੀਂ 100 ਸਾਲਾਂ ਵੀ ਮਨਾ ਨਹੀਂ ਸਕੇ ਅਕਾਲੀ ਹੈ ਪਿਛਲੇ ਸਾਲ, ਇੰਨੀ ਕੁ ਸਾਡੇ ਚ ਹਿੰਮਤ ਵਾ। ਹੁਣ ਅਗਲੇ ਮਹੀਨੇ ਭਾਜੀ ਅਪ੍ਰੈਲ ਚ ਆਪਣੇ 1621 ਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ, ਜਿਹਨੇ ਹੋਇਆ ਸੀ 400 ਸਾਲ ਹੋ ਜਾਣਾ ਅਗਲੇ ਮਹੀਨੇ ਹੈ। ਅਸੀਂ ਦੇਖਦੇ ਵੀ ਕਿੰਨੇ ਕੁ ਆਪਣੇ ਜਿਹੜਾ ਹਿੰਦ ਦੀ ਚਾਦਰ ਸੀ ਜੀ, ਹਿੰਦ ਵਾਸਤੇ ਉਹਨਾਂ ਨੇ ਨਾ ਆਪਣੇ ਕੁਰਬਾਨੀ ਦਿੱਤੀ ਦਿੱਲੀ ਸੀਸਗੰਜ ਸਾਹਿਬ ਗੁਰਦੁਆਰੇ, ਅਸੀਂ ਦੇਖਦੇ ਵੀ ਉਹਦੇ ਵਾਸਤੇ ਕਿੰਨੇ ਕੁ ਸਾਡੇ ਚ ਜ਼ਰੂਰਤ, ਅਸੀਂ ਕਿੰਨਾ ਕੁ ਇੰਡੀਆ ਲੈਵਲ ਤੇ ਮਨਾਉਂਦੇ ਆ ਜੀ। ਬਾਕੀ ਉਹਨਾਂ ਦੇ ਨਾਂ ਤੇ ਦੇਖੋ ਕੋਈ ਆਪਣੇ ਨਾ ਗੁਰਦੁਆਰੇ ਬਣਾਏ ਬਹੁਤ ਸੋਹਣੇ, ਉਹ ਬਾਬਾ ਬਘੇਲ ਸਿੰਘ ਹੋਣੀ, ਚੜ੍ਹ ਸਿੰਘ ਹੋਣੀ ਬਣਾ ਗਏ ਜੀ ਆਪਣੇ ਗੁਰਦੁਆਰੇ, ਆਪਣੇ 7 ਉਦੋਂ ਹਨ ਦਿੱਲੀ ਦੇ ਖਜ਼ਾਨੇ ਚੋਂ ਰੁਪਈਏ ਤੋਂ 6 ਆਨੇ ਲੈ ਕੇ ਜੀ। ਹਨਾ ਭਾਜੀ ਇਹਨਾਂ ਨੇ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਹਸਪੀਟਲ ਵੱਡੇ ਤੋਂ ਵੱਡਾ ਬਣਾ ਕੇ ਨਾ ਸਾਡੀ ਯਾਦਗਾਰ ਬਣਾਉਣ, 400 ਸਾਲ ਗੁਰੂ ਤੇਗ ਬਹਾਦਰ ਤੋਂ, ਜਿਹੜਾ ਹਸਪੀਟਲ ਦਾ ਸਾਰੇ ਪੰਜਾਬ ਨੂੰ ਕਿ ਇੰਡੀਆ ਨੂੰ ਫਾਇਦਾ ਹੋਵੇ। ਇੰਡੀਆ ਲੈਵਲ ਤੇ ਇਹਨਾਂ ਚਾਹੀਦੇ ਹਸਪੀਟਲ, ਯੂਨੀਵਰਸਿਟੀਆਂ ਬਣਾਉਣ। ਐਜੂਕੇਸ਼ਨ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਆ। ਉਹ ਇਲਾਜ ਕਰਾਉਣ ਵਾਸਤੇ ਵੀਰ ਨੇ ਇੱਕ ਨੇ ਸਵਾਲ ਵੀ ਕੀਤਾ, ਉਹ ਕਹਿੰਦਾ ਪੰਜਾਬ ਦੇ ਜੇ ਸੁਖਬੀਰ ਬਿਮਾਰ ਹੋ ਗਿਆ ਤਾਂ ਉਹ ਇਲਾਜ ਕਰਾਉਣ ਲਈ ਕਹਿੰਦਾ ਆਪਣੇ ਦਿੱਲੀ ਆਇਆ ਜੀ। ਬੜੀ ਸ਼ਰਮ ਵਾਲੀ ਗੱਲ ਕਿ ਅਸੀਂ ਚੰਗੇ ਹਸਪੀਟਲ ਵੀ ਨਹੀਂ ਪਬਲਿਕ ਬਣਾ ਸਕੇ ਵੀਰੇ ਜੀ। ਸ਼੍ਰੋਮਣੀ ਕਮੇਟੀ ਦੇ ਕਾਫੀ ਸਕੂਲ ਚੱਲਦੇ ਆ, ਪਹਿਲਾਂ ਇਹਨਾਂ ਨੇ ਬਣਾਏ ਆ, ਮੇਰਾ 164-65 ਬਣਾਏ ਆ, ਪਰ ਸਾਨੂੰ ਨਾ ਜਿਹੜਾ ਪੈਸਾ ਹੋਰ ਅਸੀਂ ਸੱਦ ਕੇ ਆਪਣੇ ਨਾ ਸਟੇਜਾਂ ਤੇ ਲਾਉਂਦੇ ਕਰੋੜਾਂ ਰੁਪਏ, ਉਹ ਕੋਈ ਹਸਪੀਟਲ ਬਣਾਉਣ, ਯੂਨੀਵਰਸਿਟੀ ਬਣਾਉਣ ਜਿਹਦਾ ਸਾਡੀ ਪਬਲਿਕ ਨੂੰ ਫਾਇਦਾ ਹੋਵੇ ਵੀ ਜੀ। ਕੋਈ ਗਲਤ ਹੋ ਜਾਵੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਵੀਰ, ਗਲਤੀ ਤੁਹਾਡੀ ਕੋਈ ਵੀ ਨਹੀਂ, ਕਿ ਬੜਾ ਵਧੀਆ ਵਿਚਾਰ ਆ ਤੁਹਾਡੇ, ਵਾਕਿਆ ਗੱਲ ਸਹੀ ਹੈ ਜੀ। ਕਿੰਨੀਆਂ ਅਸੀਂ ਕੁਰਬਾਨੀਆਂ ਕੀਤੀਆਂ, ਕੀ ਕੁਛ ਕੀਤਾ, ਚੱਪੇ ਚੱਪੇ ਦੇ ਉੱਤੇ ਜਿਹੜਾ ਖੂਨ ਸਾਡਾ ਡੁੱਲਿਆ ਹੋਇਆ, ਕੀ ਅਸੀਂ ਖੱਟਿਆ, ਕੀ ਗਵਾਇਆ, ਇਹ ਤੁਸੀਂ ਖੁਦ ਜਾਣਦੇ ਹੋ। ਸਾਨੂੰ ਸਾਡਿਆਂ ਨੇ ਮਾਰਿਆ, ਸਾਡੇ ਪਿੱਠ ਦੇ ਵਿੱਚ ਛੁਰਾ ਮਾਰਿਆ। 1978 ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਨਿਰੰਕਾਰੀ ਕਾਂਡ ਕਰਵਾਇਆ ਸੀਗਾ, ਉਦੋਂ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ, ਕਿੱਦਾਂ ਦੇ ਹਾਲਾਤ ਰਹੇ ਆ ਜੀ। 5 ਵਾਰੀ ਮੁੱਖ ਮੰਤਰੀ ਬਣ ਗਿਆ। ਜਾਂ ਤੇ ਉਹਨਾਂ ਨੂੰ ਸਾਨੂੰ ਮੂਰਖ ਬਣਾਉਣਾ ਆਉਂਦਾ, ਜਾਂ ਅਸੀਂ ਮੂਰਖ ਬਣਦੇ ਹਾਂ। ਇਹਦਾ ਮਤਲਬ ਸਾਡੇ ਜਿਹੜੇ ਸਿਰ ਆ ਖੋਪੜਿਆ, ਉਹ ਖਾਲੀ ਆ, ਬਿਲਕੁਲ ਧੂਤੇ ਆ ਅਸੀਂ, ਜਿਨ੍ਹਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ, ਜਾਂ ਫਿਰ ਸਾਨੂੰ ਧੂਤਿਆਂ ਨੇ ਨੱਪਿਆ ਹੋਇਆ, ਜਿਨ੍ਹਾਂ ਨੂੰ ਸਾਨੂੰ ਅਕਲ ਹੀ ਹੈ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਅੱਗੇ ਲਿਆਉਣਾ ਕਿ ਨਹੀਂ ਲਿਆਉਣਾ। ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ, ਕਿਹਨਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ। ਸਾਰੇ ਵਿਚਾਰ ਤੁਹਾਡੇ, ਪਲੇਟਫਾਰਮ ਤੁਹਾਡਾ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਜੀ। ਲਾਈਨਾਂ ਬਿਲਕੁਲ ਖੁੱਲ ਚੁੱਕੀਆਂ, 905-405-0002 ਤੇ ਵਰਲਡ ਦੇ ਵਿੱਚੋਂ ਕਿਤੇ ਵੀ ਕਾਲ ਕਰ ਸਕਦੇ ਹੋ। WhatsApp ਤੇ +1 ਲਾ ਕੇ 905-405-0002 ਤੇ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ, ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਉਹ ਘਰ ਤੇ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਤੇ ਆਪਣੀ ਜਿਹੜੀ ਲਾਈਨ ਆ ਵੀਰ ਸੰਦੀਪ ਸਿੰਘ ਉਹਨਾਂ ਨਾਲ ਜੁੜ ਚੁੱਕੀ ਹੈ ਜੀ, ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਟੀ ਤੋਂ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਇਸ ਟਾਈਮ ਕਿੱਦਾਂ ਦੇ ਹਾਲਾਤ ਚੱਲ ਰਹੇ ਇਮੀਗ੍ਰੇਸ਼ਨ ਦੇ, ਜਿਹੜੇ ਸਾਡੇ ਸਟੂਡੈਂਟ ਵੀਰ ਆ, ਕਿਉਂਕਿ ਪਿੱਛੇ ਜਿਹੜੇ ਆ 25 ਕਿ ਸ਼ਾਇਦ 27,000 ਜਿਹੜੇ ਉਹ ਸਰਕਾਰ ਵੱਲੋਂ ਉਹਨਾਂ ਨੂੰ ਮਾਨਤਾ ਮਿਲ ਗਈ ਹੈ ਜੀ, ਉਹ ਪੱਕੇ ਹੋ ਜਾਣੇ ਆ। ਤੇ ਹੋਰ ਅੱਗੇ ਕਿਹੜਾ ਡਰਾ ਕਦੋਂ ਨਿਕਲ ਰਿਹਾ ਜੀ, ਪੂਰੀ ਜਾਣਕਾਰੀ ਲੈਣੇ ਆਪਾਂ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਜਿਵੇਂ ਤੁਸੀਂ ਸਵਾਲ ਕੀਤਾ ਹੀ ਆ ਕਿ ਕੀ ਚੱਲ ਰਿਹਾ, ਸਪੈਸ਼ਲੀ ਜਿਹੜੇ ਸਟੂਡੈਂਟਸ ਵਿਦ ਇਨ ਕੈਨੇਡਾ ਨੇ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਹਿਸਟੋਰਿਕ ਡਰਾ ਨਿਕਲਿਆ ਸੀਗਾ ਜੀ, ਜਿਸ ਦੇ ਵਿੱਚ ਤਕਰੀਬਨ ਗੁੱਡ ਅਮਾਉਂਟ ਆਫ ਜਿਹੜੇ ਚੰਕ ਸੀਗੇ, ਜਿਹੜੇ ਯੰਗਸਟਰ ਸੀਗੇ, ਉਹਨਾਂ ਨੂੰ ਉਸ ਦੇ ਵਿੱਚ PR ITS ਮਿਲੀਆਂ, ਜਿਹਦੇ ਨਾਲ ਉਹਨਾਂ ਨੇ PR ਦਾ ਰਸਤਾ ਸੌਖਾ ਹੋਇਆ ਹੈ ਜੀ। ਉਸ ਤੋਂ ਬਾਅਦ ਚੋਂ ਅਜੇ ਪਿਛਲੇ ਹਫ਼ਤੇ ਇੱਕ ਡਰਾ ਹੋਰ ਨਿਕਲ ਗਿਆ ਹੈ, ਜਿਸ ਵਿੱਚ 5000 ਵਿਅਕਤੀਆਂ ਨੂੰ ITS ਇਸ਼ੂ ਕੀਤੇ ਗਏ ਆ, ਜਿਹੜਾ ਐਤਕੀ ਮਿਨੀਮਮ ਸਕੋਰ ਗਿਆ ਸੀ ਉਹ ਤਕਰੀਬਨ 450 ਦੇ ਲਾਗੇ ਛਾਗੇ ਗਿਆ ਆ ਜੀ। ਸੋ ਕਿੱਥੇ 75 ਸਕੋਰ ਗਿਆ ਸੀਗਾ, ਕਿੱਥੇ 450 ਗਿਆ ਸੀਗਾ। ਜਦੋਂ 75 ਸਕੋਰ ਵੀ ਆਇਆ ਸੀਗਾ ਤੇ ਉਦੋਂ ਵੀ ਮੈਂ ਬਹੁਤ ਫਰਮਲੀ ਗੱਲ ਕਰ ਰਿਹਾ ਸੀਗਾ ਕਿ 75 ਡਰਾ ਇੱਕ ਲਾਈਫ ਟਾਈਮ ਓਪਰਚੁਨਿਟੀ ਸੀਗੀ। ਹਰੇਕ ਬੰਦੇ ਨੂੰ ਐਕਸਪ੍ਰੈਸ ਐਂਟਰੀ ਆਪਣਾ ਪ੍ਰੋਫਾਈਲ ਬਣਾ ਕੇ ਰੱਖਣੀ ਚਾਹੀਦੀ ਹੈ, ਕੋਈ ਸ਼ੱਕ ਨਹੀਂ ਆ, ਬਟ ਲੇਜ਼ੀ ਬਣਨਾ ਨਹੀਂ ਚਾਹੀਦਾ ਹੈਗਾ ਕਿ ਉਦੋਂ ਇੱਕ ਵਾਰੀ 75 ਡਰਾ ਆ ਗਿਆ ਤੇ ਸ਼ਾਇਦ ਦੁਬਾਰਾ ਤੋਂ ਵੀ ਕਦੀ 75 ਆ ਜਾਵੇ। ਹੋ ਸਕਦਾ ਆ ਜਾਵੇ, ਪਰ ਸੰਭਾਵਨਾਵਾਂ ਬਹੁਤ ਘੱਟ ਨੇ। ਜਿਸ ਸੈਕਿੰਡ
ਬਾਰਡਰ ਖੁੱਲ ਜਾਂਦੇ ਨੇ, ਜਿਸ ਸੈਕਿੰਡ ਆਊਟਸਾਈਡਰਸ ਨੂੰ ਪਿਕ ਕਰਨਾ ਸ਼ੁਰੂ ਕਰ ਦਿੱਤਾ ਜਾਊਗਾ, ਉਸ ਦਿਨ ਤੋਂ 470 ਤੋਂ ਨੀਚੇ ਸਕੋਰ ਨਹੀਂ ਡਿੱਗੂਗਾ। ਹਰੇਕ ਇੰਡੀਵਿਜੂਅਲ ਦੀ ਤਿਆਰੀ 470 ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਸਕੋਰ 450 ਤੋਂ ਨੀਚੇ ਨੇ ਤਾਂ ਇਟਸ ਟਾਈਮ ਟੂ ਐਕਟ। ਤੁਹਾਨੂੰ ਤੁਸੀਂ ਆਪਣੀ ਜਿਵੇਂ ਪਹਿਲਾਂ ਤਿਆਰੀਆਂ ਕਰਦੇ ਪਏ ਸੀ ਉਸੇ ਤਰੀਕੇ ਨਾਲ ਤਿਆਰੀ ਕਰੋ। PNPs ਦੇ ਉੱਤੇ ਵਰਕਆਊਟ ਕਰੋ ਜਾਂ ਹੋਰ ਪ੍ਰੋਗਰਾਮਸ ਤੇ ਵਰਕਆਊਟ ਕਰੋ। ਇਸ ਦੇ ਉੱਤੇ ਰਿਲਾਈ ਨਾ ਕਰੋ। ਇਹਦੇ ਨਾਲ ਬਹੁਤ ਬੰਦਿਆਂ ਦੇ ਨੁਕਸਾਨ ਵੀ ਹੋਣਗੇ। ਅੱਗੇ ਜਾ ਕੇ ਤੁਸੀਂ ਦੇਖੋਗੇ ਭਾਜੀ, ਆਪਾਂ ਜਦੋਂ ਹੋਰ ਉਸ ਸਮੇਂ ਦੇ ਉੱਤੇ ਆਪਾਂ ਰੇਡੀਓ ਟਾਕ ਜ਼ਰੂਰ ਕਰਾਂਗੇ। ਬਟ ਦ ਪੁਆਇੰਟ ਇਜ਼ ਕਿ ਸਿਆਣਾ ਉਹ ਆ ਜਿਹੜਾ ਮੌਕੇ ਨੂੰ ਸਮਝ ਲਵੇ ਤੇ ਦੇਖ ਸਕੇ ਕਿ ਅੱਗੇ ਕੀ ਹੋਣਾ ਆ। 75 ਦੇ ਉੱਤੇ ਰਿਲਾਈ ਕਰਨਾ ਗਲਤ ਸਟੈਪ ਹੋਏਗਾ। 75 ਜਿਨ੍ਹਾਂ ਦੀ ਕਿਸਮਤ ਚਮਕਣੀ ਸੀ ਚਮਕ ਚੁੱਕੀ ਹੈ। ਹੋ ਸਕਦਾ ਕਿ ਦੁਬਾਰਾ ਤੋਂ ਵੀ ਆ ਜਾਏ। ਤਾਈਓ ਮੈਂ ਕਹਿ ਰਿਹਾ ਕਿ ਐਕਸਪ੍ਰੈਸ ਐਂਟਰੀਜ਼ ਆਪਣੀ ਪ੍ਰੋਫਾਈਲ ਜ਼ਰੂਰ ਬਣਾ ਕੇ ਰੱਖੋ, ਪਰ ਰਿਲਾਈ ਨਾ ਕਰੋ। ਜੀ ਵੀਰ ਜੀ, ਇੱਕ ਮੈਂ ਨਾ ਥੋੜਾ ਜਿਹਾ ਸਵਾਲ ਹੈ, ਇੱਕ ਬੜਾ ਵੱਡਾ ਤੌਖਲਾ ਆ ਜਿਹੜਾ ਇਸ ਟਾਈਮ ਨਾ ਬੱਚਿਆਂ ਦੇ ਵਿੱਚ ਸੁਸਾਈਡ ਦੀ ਜਿਹੜੀ ਬੜੀ ਵੱਡੀ ਪ੍ਰੋਬਲਮ ਆ ਰਹੀ ਆ। ਇੱਕ ਹੁਣੇ ਵਰਿੰਦਰ ਸਿੰਘ ਸਿੱਧੂ ਆ ਜੀ, ਇੱਥੋਂ ਸ਼ਾਇਦ ਸੁਣਿਆ ਹੋਣਾ ਤੁਸੀਂ, ਉਹਦੀ ਵੀ ਡੈਥ ਹੋਈ ਆ। ਕਿੰਗ ਸਿਟੀ ਦੇ ਵਿੱਚ ਰੇਲ ਗੱਡੀ ਦੇ ਮੂਹਰੇ ਖੜ ਗਿਆ ਸੀ। ਸ਼ਾਇਦ ਉਹ ਗਰੀਬ ਪਰਿਵਾਰ ਦੇ ਨਾਲ ਹੀ ਜੀ 2 ਕਿੱਲੇ ਜ਼ਮੀਨ ਵੇਚ ਕੇ ਉਹਨਾਂ ਨੇ ਘਰਦਿਆਂ ਨੇ ਭੇਜਿਆ ਸੀਗਾ। ਮੇਰੇ ਕੋਲ ਸਾਰੀਆਂ ਉਹਦੀਆਂ ਵੀਡੀਓ ਆਈਆਂ। ਪਰ ਇਦਾਂ ਦੀ ਗਲਤੀਆਂ ਬੱਚੇ ਜਿਹੜੇ ਸਟ੍ਰੈਸ ਦੇ ਵਿੱਚ ਚੱਲ ਜਾਂਦੇ। ਉਹ ਮੌਂਟਰੀਅਲ ਪੜ੍ਹਦਾ ਸੀਗਾ ਪਰ ਉਹ ਫਿਰ ਕਾਲਜ ਵੀ ਜਾਣੋਂ ਹਟ ਗਿਆ। 6 ਮਹੀਨੇ ਗਿਆ, ਮੁੜ ਕੇ ਗਿਆ ਨਹੀਂ। ਉਹਦਾ ਸਟੱਡੀ ਪਰਮਿਟ ਵੀ ਫਿਨਿਸ਼ ਹੋ ਗਿਆ ਸੀਗਾ, ਕੁਝ ਵੀ ਹੈ ਨਹੀਂ ਸੀ ਉਹਦੇ ਕੋਲ। ਪਰ ਇਹਦਾ ਜਿਹੜਾ ਖਮਿਆਜਾ ਉਹ ਮਾਪਿਆਂ ਨੂੰ ਭੁਗਤਣਾ ਪੈਂਦਾ ਆ। ਇੱਕ ਦੂਜੇ ਦੇ ਉੱਤੇ ਇਲਜ਼ਾਮ ਵੀ ਲੱਗਦੇ ਆ ਸ਼ਾਇਦ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੱਚੇ ਨੇ ਸਟ੍ਰੈਸ ਦੇ ਵਿੱਚ ਕਿਉਂ ਆਉਂਦੇ ਆ ਜੀ? ਵਰਿੰਦਰ ਸਿੰਘ ਸਿੱਧੂ ਨਾਂ ਸੀਗਾ ਉਹਦਾ। ਦੇਖੋ ਭਾਜੀ, ਇਹ ਬਟ ਆਬਵੀਅਸ ਆ, ਯੰਗਸਟਰਸ ਹੋਣ ਜਾਂ ਵੱਡੀ ਏਜ ਦੇ ਵੀ ਬੰਦੇ ਹੋਣ। ਪਹਿਲੀ ਗੱਲ ਕਿ ਜਦੋਂ ਤੁਸੀਂ ਭਾਵੇਂ ਬਿਜ਼ਨਸ ਚੋਂ ਭਾਵੇਂ ਸਟੱਡੀ ਲਾਈਫ ਚੋਂ ਅਪਸ ਐਂਡ ਡਾਊਨਸ ਆਉਣੇ ਹੀ ਹੁੰਦੇ ਆ। ਜ਼ਿੰਦਗੀ ਦਾ ਇੱਕ ਸਫ਼ਰ ਆ ਜਿਸ ਦੇ ਵਿੱਚ ਹੋਣਾ ਹੀ ਹੋਣਾ ਆ। ਜਿਹੜੇ ਬੱਚੇ ਇੱਥੇ ਵੀ ਨੇ, ਕੈਨੇਡੀਅਨ ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਉਹ ਵੀ ਡਿਪਰੈਸ਼ਨ 'ਚ ਜਾਂਦੇ ਨੇ। ਪਰ ਉਹਨਾਂ ਲਈ ਇੱਕ ਸਪੋਰਟ ਦਾ ਸਾਧਨ ਹੁੰਦਾ। ਉਹਨਾਂ ਦੇ ਮਾਪੇ ਲਾਗੇ ਹੁੰਦੇ ਆ ਜਿਨ੍ਹਾਂ ਕਰਕੇ ਉਹਨਾਂ ਨੂੰ ਉਹ ਸਪੋਰਟ ਮਿਲ ਜਾਂਦੀ। ਅਨਫੋਰਚੂਨੇਟਲੀ ਜਿਸ ਚੀਜ਼ ਦੇ ਉੱਤੇ ਸਾਨੂੰ ਸਾਰਿਆਂ ਨੂੰ ਐਜ਼ ਅ ਸੁਸਾਇਟੀ ਕੰਮ ਕਰਨ ਦੀ ਲੋੜ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਆਪਣੇ ਮਾਪਿਆਂ ਤੋਂ ਦੂਰ ਨੇ। ਜਦੋਂ ਡਿਪਰੈਸ਼ਨ ਵਾਲੇ ਪਾਸੇ ਨੂੰ ਜਾਂਦੇ ਨੇ ਉਹਨਾਂ ਕੋਲੇ ਸ਼ਾਇਦ ਕੋਈ ਮੋਢਾ ਨਹੀਂ ਹੁੰਦਾ ਜਿਹਦੇ ਉੱਤੇ ਉਹ ਰਿਲਾਈ ਕਰ ਸਕਣ। ਤੇ ਉਹ ਜਿਹੜੀ ਰਿਲਾਇਬਿਲਿਟੀ ਹੈਗੀ ਆ ਉਹ ਨਾ ਹੋਣੀ ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਕਾਰਨ ਆ ਇਹ ਸਾਰੀਆਂ ਅਨਹੋਣੀਆਂ ਐਕਟੀਵਿਟੀਜ਼ ਦਾ। ਔਰ ਇਹਦਾ ਹੱਲ ਕਾਉਂਸਲਿੰਗ ਅਤੇ ਸੋਸ਼ਲੀ ਜਿਹੜੀ ਸਪੋਰਟ ਆ ਉਹੀ ਆ। ਉਸ ਤੋਂ ਇਲਾਵਾ ਇਹਦੇ ਕੋਈ ਹੱਲ ਹੋਰ ਨਿਕਲਣਾ ਬਹੁਤ ਮੁਸ਼ਕਿਲ ਆ। ਰੀਜ਼ਨ ਬੀਇੰਗ ਕਿ ਡਿਪਰੈਸ਼ਨ ਨੂੰ ਅਗਰ ਅਸੀਂ ਕਹੀਏ ਕਿ ਅਸੀਂ ਕੰਟਰੋਲ ਕਰ ਲਾਂਗੇ, ਉਹ ਕਿਸੇ ਵੀ ਬੰਦੇ ਦਾ ਵਾਸਤਾ ਰੋਗ ਹੀ ਨਹੀਂ ਹੈ ਕਿ ਉਹ ਡਿਪਰੈਸ਼ਨ ਨੂੰ ਕੰਟਰੋਲ ਕਰ ਸਕੇ। ਹਰੇਕ ਬੰਦਾ ਹੀ ਜਾਂਦਾ, ਤੁਸੀਂ ਹੋਵੋ ਮੈਂ ਹੋਵੋ, ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਆ। ਸਾਨੂੰ ਸਿਰਫ ਇੱਕ ਬੈਨੀਫਿਟ ਹੋ ਜਾਂਦਾ ਕਿ ਸਾਨੂੰ ਫੈਮਿਲੀ ਸਪੋਰਟ ਮਿਲਦੀ ਹੈ। ਇੱਥੇ ਅਸੀਂ ਉਹਨਾਂ ਦੇ ਲਾਗੇ ਬੈਠੇ ਹਾਂ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਅਨਫੋਰਚੂਨੇਟਲੀ ਉਹਨਾਂ ਦਾ ਇੱਥੇ ਕੋਈ ਵੀ ਨਹੀਂ ਹੁੰਦਾ, ਤਾਂ ਕਰਕੇ ਉਹ ਸ਼ਾਇਦ ਇੰਨੇ ਵੱਡੇ ਸਟੈਪਸ ਚੱਕ ਲੈਂਦੇ ਆ। ਹਾਂ, ਜਦੋਂ ਇਹ ਕਾਰਾ ਵਾਪਰ ਜਾਂਦਾ ਹੈ ਉਦੋਂ ਹਰੇਕ ਬੰਦੇ ਦੇ ਆਪਣੀਆਂ ਕੁਛ ਨਾ ਕੁਛ ਕਹਿਣੀਆਂ ਹੋ ਸਕਦੀਆਂ ਕਿ ਇਹ ਕਾਰਨ ਨੇ ਜਾਂ ਉਹ ਕਾਰਨ ਨੇ। ਉਹ ਸਾਰੇ ਬਹਾਨੇ ਹੋ ਸਕਦੇ ਨੇ ਉਹਨਾਂ ਕਾਰਨਾਂ ਦੇ ਉੱਤੇ। ਬਟ ਜਿਹੜਾ ਬੰਦਾ ਇਸ ਦੁਨੀਆ ਤੋਂ ਹੀ ਚਲਾ ਗਿਆ, ਉਹਦੇ ਪਰਿਵਾਰ ਤੋਂ ਅਗਰ ਪੁੱਛੋਗੇ ਕਿ ਕੀ ਕਾਰਨ ਆ ਤੇ ਉਹਦੀ ਕੋਈ ਐਨਾਲਿਸਿਸ ਨਹੀਂ। ਉਹਦੇ ਲਈ ਤਾਂ ਸਾਰਾ ਉਹਦੀ ਦੁਨੀਆ ਲੁੱਟੀ ਜਾ ਚੁੱਕੀ ਆ। ਬਿਲਕੁਲ ਜੀ, ਬੜੇ ਵੱਡੇ ਕਾਰਨਾਂ, ਤੁਹਾਡੀ ਗੱਲ ਸਹੀ ਆ, ਉਹਨਾਂ ਦੀ ਦੁਨੀਆ ਲੁੱਟੀ ਜਾ ਰਹੀ ਆ। ਇੱਕ ਵੀਰ ਮੈਂ ਪੁੱਛਣਾ ਸੀਗਾ, ਮੈਨੂੰ ਮੈਸੇਜ ਆਇਆ ਹੁਣੇ ਵੀ, ਜਿਸ ਤਰ੍ਹਾਂ ਇੱਕ ਪਰਿਵਾਰ ਦਾ ਮੰਨ ਲਓ ਜੇ ਪੇਰੈਂਟਸ ਇੰਡੀਆ ਦੇ ਵਿੱਚ ਰਹਿ ਜਾਂਦੇ ਆ ਤੇ ਸਾਰੀ ਫੈਮਿਲੀ ਜਿਹੜੀ ਉੱਥੇ ਕੈਨੇਡਾ ਦੇ ਵਿੱਚ ਆ ਜਾਂਦੀ ਹੈ, ਉਹਨਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੁੰਦਾ। ਉਹ ਜੇ ਮੰਨ ਲਓ ਵਿਜ਼ਟਰ ਤੌਰ ਤੇ ਆਉਂਦੇ ਆ ਤਾਂ ਉਹਨਾਂ ਨੂੰ ਇੱਥੇ ਕਿਹੜੇ ਤਰ੍ਹਾਂ ਢੰਗ ਨਾਲ ਅਪਲਾਈ ਕੀਤਾ ਜਾ ਸਕਦਾ ਜੀ? ਸੋ ਉਸਦੇ ਉੱਤੇ ਅਗਰ ਪੇਰੈਂਟਸ ਲਈ ਸਿਰਫ 2 ਤਰ੍ਹਾਂ ਦੇ ਪ੍ਰੋਗਰਾਮ ਬਣਦੇ। ਇੱਕ ਪੇਰੈਂਟਸ ਗ੍ਰੈਂਡ ਪੇਰੈਂਟ ਪ੍ਰੋਗਰਾਮ ਹੈਗਾ ਹੀ ਆ, ਜਿਹੜਾ ਲੋਟਰੀ ਸਿਸਟਮ ਆ, ਥੋੜੇ ਬੰਦੇ ਚੱਕੇ ਜਾਂਦੇ ਆ। ਜਿਹੜਾ ਦੂਸਰਾ ਹੈਗਾ ਆ ਉਹਦੇ ਲਈ ਦ ਬੈਸਟ ਸਿਨੈਰੀਓ ਉਸ ਕੇਸ ਵਾਸਤੇ ਹੁੰਦਾ ਕਿ ਅਗਰ 1 ਪੇਰੈਂਟ ਆ, ਅਗਰ ਇੱਕ ਪੇਰੈਂਟ ਹੋਣ ਤਾਂ ਉਸ ਦੇ ਵਿੱਚ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕੀਤੀ ਜਾ ਸਕਦੀ ਹੁੰਦੀ ਆ। ਇਟਸ ਅ ਲੌਂਗ ਪ੍ਰੋਸੈਸ, ਬੜਾ ਲੰਬਾ ਪ੍ਰੋਸੈਸ ਆ, ਬਟ ਫਰੂਟਫੁਲ ਆ। ਬਿਲਕੁਲ ਜੀ, ਪਰ ਉਹਨਾਂ ਨੂੰ ਰਹਿਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਾ? ਉਹਨਾਂ ਦਾ ਵੀਜ਼ਾ ਜਿਹੜਾ ਐਕਸਟੈਂਡ ਹੋ ਜਾਂਦਾ ਹੋਣਾ, ਰਹਿ ਸਕਦੇ ਹੋ ਪਰਿਵਾਰ ਦੇ ਕੋਲ? ਬਿਲਕੁਲ, ਉਹ ਲੀਗਲੀ ਰਹਿੰਦੇ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਆ ਤੇ ਰਹਿ ਸਕਦੇ ਹੋ। ਤੇ ਹੁਣ ਕਦੋਂ ਕੁ ਤੱਕ ਸੰਭਾਵਨਾ, ਜਿਸ ਤਰ੍ਹਾਂ ਵੀਜ਼ੇ ਵਗੈਰਾ ਸਟੂਡੈਂਟਾਂ ਦੀ ਜਾਂ ਕੁਝ ਵੀ ਆ, ਜਿਹੜੇ ਸਪਾਊਸ ਉਹ ਆ ਰਹੇ ਆ ਕਿ ਨਹੀਂ ਆ ਰਹੇ ਜੀ ਹਲੇ?
ਸੋ ਸਟੂਡੈਂਟਸ ਹੋ ਜਾਣ ਜਾਂ ਸਪਾਊਸਸ, ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਡਿਪੈਂਡ ਕਰਦਾ ਕਿ ਉਹ ਕਿਹੜੀਆਂ ਇੰਸਟੀਟਿਊਸ਼ਨਸ ਪੜ੍ਹਦੇ ਪਏ ਨੇ। ਕਾਫੀ ਇੰਸਟੀਟਿਊਸ਼ਨਸ ਨੂੰ ਕੈਨੇਡਾ ਦੀ ਸਰਕਾਰ ਨੇ ਜਾਂ ਉਹਨਾਂ ਦੀਆਂ ਉਹ ਪ੍ਰੋਵਿੰਸਸ ਨੇ ਮਾਨਤਾ ਦਿੱਤੀ ਹੈ ਕਿ ਉਸ ਪੈਂਡੇਮਿਕ ਦੌਰਾਨ ਵੀ ਉਹ ਬੰਦੇ ਜਵਾਕਾਂ ਨੂੰ ਸੱਦ ਸਕਦੇ ਨੇ। ਜਿਹੜੇ ਬਾਕੀ ਕੋਈ ਵੀ ਪਰਮਾਨੈਂਟ ਰੈਜ਼ੀਡੈਂਸੀਜ਼ ਹੋਣ, ਸਪਾਊਸਲ ਓਪਨ ਵਰਕ ਪਰਮਿਟਸ ਹੋਣ ਜਾਂ ਕੋਈ ਵੀ ਹੋਰ ਪ੍ਰੋਗਰਾਮਸ ਹੋਣ, ਉਹਨਾਂ ਦੇ ਵਿੱਚ ਬਹੁਤ ਸਲੋ ਪ੍ਰੋਸੈਸ ਚੱਲ ਰਿਹਾ ਹੈ। ਇੱਦਾਂ ਨਹੀਂ ਹੈ ਕਿ ਪ੍ਰੋਸੈਸ ਨਹੀਂ ਚੱਲ ਰਿਹਾ, ਪਰ ਬਹੁਤ ਸਲੋ ਆ। ਤੇ ਐਂਟਰੀਜ਼ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਉਹ ਵੀ ਤਾਈਓ ਘੱਟ ਨੇ ਕਿਉਂਕਿ ਪ੍ਰੋਸੈਸ ਬਹੁਤ ਸਲੋ ਚੱਲ ਰਿਹਾ। ਵੀਰ ਜੀ ਮਾਫ ਕਰਨਾ, ਇੱਕ ਮੈਸੇਜ ਆਇਆ ਜੀ, ਉਹ ਕਹਿੰਦੇ ਜਿੱਦਾਂ ਮੰਨ ਲਓ ਹੁਣ ਕਲਾਸਾਂ ਲੱਗ ਰਹੀਆਂ ਆਨਲਾਈਨ, ਕਿਸੇ ਨੇ ਇੰਡੀਆ ਦੇ ਵਿੱਚ ਕਿਸੇ ਨੂੰ 1.5 ਸਾਲ ਤੋਂ ਉੱਪਰ 1.5 ਸਾਲ ਹੀ ਹੋ ਗਿਆ ਜੀ ਉਹਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਨੂੰ, ਤੇ ਉਹ 2 ਸਾਲ ਦੀ ਸਟੱਡੀ ਹੈ। ਜੇ ਉਹਦੀ ਸਟੱਡੀ ਮੰਨ ਲਓ ਹੁਣ ਉੱਥੇ ਹੀ ਖਤਮ ਹੋ ਗਈ ਤਾਂ ਉਹਨੂੰ ਵਰਕ ਪਰਮਿਟ ਕਿੱਦਾਂ ਮਿਲੂ? ਉਹ ਕੈਨੇਡਾ ਆ ਸਕਦਾ ਕਿ ਪੂਰਾ 3 ਸਾਲ ਦਾ ਵਰਕ ਪਰਮਿਟ ਮਿਲੂਗਾ? ਅੱਛਾ, ਮਿਲੂਗਾ ਜੀ, ਉਹ ਆ ਸਕਦਾ ਜਾਨੀ ਕਿ ਐਲੀਜੀਬਲ? ਬਿਲਕੁਲ ਬਿਲਕੁਲ। ਕੈਨੇਡਾ ਦੀ ਸਰਕਾਰ ਨੇ ਇਸ ਪੈਂਡੇਮਿਕ ਦੇ ਦੌਰਾਨ ਅਨਾਉਂਸ ਕੀਤਾ ਹੋਇਆ ਕਿ ਅਗਰ ਤੁਹਾਨੂੰ ਇਸ ਪੈਂਡੇਮਿਕ ਕਰਕੇ ਪੂਰੇ 2 ਸਾਲ ਦੀ ਪੜ੍ਹਾਈ ਆਪਣੇ ਵਤਨ 'ਚ ਵੀ ਕਰਨੀ ਪੈ ਜਾਵੇ ਤੇ ਤੁਹਾਨੂੰ ਪੂਰਾ ਦਾ ਪੂਰਾ ਓਪਨ ਵਰਕ ਪਰਮਿਟ ਮਿਲੇਗਾ। ਬਿਲਕੁਲ ਜੀ ਦੋਸਤੋ, ਘਬਰਾਉਣ ਦੀ ਲੋੜ ਨਹੀਂ ਗੀ। ਵੀਰ ਸੰਦੀਪ ਸਿੰਘ ਹੋਣੀ ਕਹਿੰਦੇ ਆ ਜੀ ਸਰਕਾਰ ਨੇ ਅਨਾਉਂਸ ਕੀਤਾ ਹੋਇਆ ਵੀ ਜੇ ਭਾਵੇਂ ਸਟੱਡੀ ਪੂਰੀ ਹੋ ਜਾਵੇ ਤੁਹਾਨੂੰ ਵਰਕ ਪਰਮਿਟ ਮਿਲੂਗਾ 3 ਸਾਲ ਦਾ, ਤੁਸੀਂ ਕੈਨੇਡਾ 'ਚ ਆ ਸਕਦੇ ਹੋ, ਇੱਥੇ ਆਣ ਕੇ ਕੰਮ ਕਰ ਸਕਦੇ ਹੋ, ਤੁਸੀਂ ਐਲੀਜੀਬਲ ਹੋ। ਇੱਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ। ਕਈ ਵੀਰ ਘਬਰਾ ਵੀ ਜਾਂਦੇ ਆ ਨਾ ਵੀ ਅਸੀਂ ਫੀਸਾਂ ਵੀ ਦੇਈ ਜਾਂਦੇ ਆ, ਸਾਨੂੰ ਸਮਾਂ ਵੀ ਪੂਰਾ ਹੋ ਚੱਲਿਆ, ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ, ਕਦੋਂ ਆਉਣਾ, ਇਹ ਨਾ ਹੋਈ ਅਸੀਂ ਪੜ੍ਹ ਪੁੜ ਕੇ ਉੱਥੇ ਰਹਿ ਜਾਈਏ। ਬਿਲਕੁਲ ਜੀ, ਮੈਂ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਰਾਂਗੇ। ਅਸੀਂ ਅਜੇ ਕੱਲ ਹੀ ਇੱਕ ਵੀਡੀਓ YouTube ਤੇ ਵੀ ਪਾਈ ਆ ਬਰੈਂਪਟਨ ਇਮੀਗ੍ਰੇਸ਼ਨ ਦੇ ਪੇਜ ਦੇ ਉੱਤੇ। ਸਾਰਿਆਂ ਬੰਦਿਆਂ ਵਾਸਤੇ ਇਹ ਹਿਸਟੋਰਿਕ ਆ, ਉਹ ਡਾਕੂਮੈਂਟਰੀ ਆ, ਉਹ ਜ਼ਰੂਰ ਦੇਖਣੀ ਚਾਹੀਦੀ ਆ। ਕਿਸੇ ਹੋਰ ਨਾਲ ਕੋਈ ਭਾਣਾ ਵਾਪਰਿਆ ਹੋਵੇ ਉਸ ਤੋਂ ਸਿੱਖ ਲੈਣਾ ਚਾਹੀਦਾ ਹੁੰਦਾ ਆ। ਸੋ ਉਸ ਦੇ ਵਿੱਚ ਆਇਆ ਕਿ ਇੱਕ ਇੰਡੀਵਿਜੂਅਲ ਆ ਇੰਡੀਆ ਤੋਂ ਹੀ, ਉਹਨਾਂ ਨੇ ਸਸਕੈਚੁਅਨ PNP ਵਾਸਤੇ ਫਾਈਲ ਲਈ। ਸਸਕੈਚੁਅਨ PNP ਵਾਸਤੇ ਪਿਕ ਹੋ ਗਿਆ ਬੰਦਾ ਜੀ। ਪਿਕ ਹੋਣ ਤੋਂ ਬਾਅਦ ਜਦੋਂ ਫਾਈਲਿੰਗ ਕਰਕੇ ਡਾਕੂਮੈਂਟਸ ਭੇਜੇ ਤਾਂ ਉਹਨਾਂ ਨੇ ਗੋਸਟ ਕੰਸਲਟੈਂਟ ਉਹ ਹੁੰਦੇ ਆ ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਮਾਨਤਾ ਨਹੀਂ ਦਿੰਦੀ ਹੈਗੀ, ਜਿਹੜੇ ਇੰਡੀਆ ਦੇ ਵਿੱਚ ਅਨਫੋਰਚੂਨੇਟਲੀ ਮੈਜੋਰਿਟੀ ਨੇ ਜੀ। ਉਹਨਾਂ ਦੇ ਥਰੂ ਫਾਈਲ ਲਾਉਣ ਤੋਂ ਬਾਅਦ ਚੋਂ ਉਸ ਬੰਦੇ ਦੇ ਉੱਤੇ ਸਿਰਫ 2 ਸਾਲ ਦਾ ਬੈਨ ਇਸ ਲਈ ਲਗਾ ਦਿੱਤਾ ਗਿਆ ਕਿਉਂਕਿ ਉਹ ਬੰਦਾ ਗਲਤ ਬੰਦੇ ਨੂੰ ਯੂਜ਼ ਕਰ ਰਿਹਾ ਸੀ ਐਜ਼ ਅ ਕੰਸਲਟੈਂਟ। ਉਹ ਪੂਰੇ ਦਾ ਪੂਰਾ ਡਾਕੂਮੈਂਟ ਸਸਕੈਚੁਅਨ ਗਵਰਨਮੈਂਟ ਦਾ ਰਿਫਿਊਜ਼ਲ ਲੈਟਰ ਵਗੈਰਾ ਸਾਰੀ ਮੈਂ ਸੋਸ਼ਲ ਮੀਡੀਆ ਤੇ ਪਾਈ ਆ, ਸੋ ਹਰੇਕ ਬੰਦਾ ਉਸ ਤੋਂ ਸਿੱਖ ਸਕੇ। ਸੋ ਪਲੀਜ਼ ਆਪਣੇ ਫਿਊਚਰ ਨਾਲ ਨਾ ਖੇਲੋ, ਤੁਸੀਂ ਆਪੇ ਫਾਈਲਿੰਗ ਕਰ ਲਓ। ਅਗਰ ਤੁਸੀਂ ਆਪੇ ਨਹੀਂ ਕਰਨਾ ਚਾਹੁੰਦੇ ਤੇ ਘੱਟੋ ਘੱਟ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਕੈਨੇਡੀਅਨ ਲਾਇਰਸ ਤੋਂ ਇਲਾਵਾ ਕਿਸੇ ਦੀ ਹੈਲਪ ਨਾ ਲਵੋ। ਉਹ ਜਿਹੜੇ ਬੰਦੇ ਦੇ 2 ਸਾਲ ਬਰਬਾਦ ਹੋ ਗਏ ਉਹ ਦੁਬਾਰਾ ਤੋਂ ਮੁੜ ਕੇ ਨਹੀਂ ਆਉਣੇ ਜੀ। ਬਿਲਕੁਲ ਜੀ, ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਵੀ ਜਿਹਦੇ ਕੋਲ ਲਾਇਸੈਂਸ ਆ ਉਹਦੇ ਨਾਲ ਗੱਲਬਾਤ ਕਰਿਆ ਕਰੋ, ਤੁਹਾਨੂੰ ਚੰਗੇ ਸੁਝਾਅ ਦੇਣਗੇ। ਕਈ ਵਾਰੀ ਤੁਸੀਂ ਆਪ ਗਲਤੀ ਵੀ ਕਰ ਲੈਂਦੇ ਹੋ, ਤੁਹਾਨੂੰ ਫਾਈਲ ਜਿਹੜੀ ਨਹੀਂ ਭਰਨੀ ਆਉਂਦੀ, ਉਹਦੇ 'ਚ ਕੋਈ ਮਿਸਟੇਕ ਹੋ ਸਕਦੀ ਆ, ਤੁਹਾਡਾ ਜਿਹੜਾ ਵੀਜ਼ਾ ਆ ਜਾਂ ਕੁਛ ਵੀ ਤੁਸੀਂ ਕਰਦੇ ਹੋ ਉਹ ਰਿਫਿਊਜ਼ ਹੋ ਸਕਦਾ। ਗੱਲ ਫੀਸ ਦੀ $100-200 ਨਾ ਦੇਖਿਆ ਕਰੋ, ਆਪਣੀ ਲਾਈਫ ਬਾਰੇ ਦੇਖਿਆ ਕਰੋ। ਵੀਰ ਸੰਦੀਪ ਸਿੰਘ ਹੋਣੀ ਤਾਂ ਹੈਲਪ ਹੀ ਬਹੁਤ ਜ਼ਿਆਦਾ ਕਰਦੇ ਆ ਤੇ ਚੜ੍ਹਦੀ ਕਲਾ ਵਾਲੇ ਸਿੰਘ ਹੈ ਜੀ, ਤੇ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ। ਜ਼ਰੂਰ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਦਿੰਦੇ ਆ, ਮਿਲਦੇ ਆ ਜੀ ਕਿ ਸਿਰਫ ਫੋਨ ਤੇ ਗੱਲਬਾਤ ਕਰਦੇ ਆ? ਸੋ ਇਨ ਪਰਸਨ ਅਪਾਇੰਟਮੈਂਟਸ ਓਨਲੀ ਔਨ ਅਪਾਇੰਟਮੈਂਟ ਬੇਸਿਸ, ਕਿਉਂਕਿ ਪੈਂਡੇਮਿਕ ਦੌਰਾਨ ਅਸੀਂ ਆਫਿਸ ਜ਼ਿਆਦਾ ਰਸ਼ ਨਹੀਂ ਪਾ ਸਕਦੇ ਹੁੰਦੇ ਜੀ। ਸੋ ਓਨਲੀ ਔਨ ਅਪਾਇੰਟਮੈਂਟ ਬੇਸਿਸ। ਬਿਲਕੁਲ ਜੀ, ਤੁਸੀਂ ਕਾਲ ਕਰ ਸਕਦੇ ਹੋ 6477862012 ਤੇ 647-786-2012 ਤੇ ਵੀਰ ਸੰਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਕੋਈ ਵੀ ਸੁਝਾਅ ਜਿਹੜੀ ਤੁਸੀਂ ਫੋਨ ਤੇ ਪੁੱਛਣਾ ਹੈ ਤਾਂ ਉਹ ਪੁੱਛ ਸਕਦੇ ਹੋ, ਉਹਦਾ ਕੋਈ ਚਾਰਜ ਨਹੀਂ ਹੁੰਦਾ, ਪਰ ਜਿਹੜਾ ਤੁਸੀਂ ਬਹਿ ਕੇ ਗੱਲਬਾਤ ਕਰਨੀ ਆ, ਜਿਹੜੇ ਕੰਮ ਕਰਾਉਣੇ ਆ ਉਹਦੇ ਤੇ ਪੈਸੇ ਲੱਗਣੇ ਆ। ਜੇ ਮਾੜਾ ਮੋਟਾ ਪੁੱਛਣਾ ਤਾਂ ਉਹਦਾ ਜ਼ਰੂਰ ਆਨਸਰ ਦੇ ਦਿੰਦੇ ਆ ਜੀ। ਧੰਨਵਾਦ ਵੀਰ ਜੀ, ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਬਸ ਜੀ, ਸਾਰਿਆਂ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਆ ਤੇ ਪਲੀਜ਼ ਜੋ ਵੀ ਡਿਸੀਜ਼ਨ ਲਵੋ, ਇਮੀਗ੍ਰੇਸ਼ਨ ਬਹੁਤ ਵਾਸਟ ਆ, ਇਮੀਗ੍ਰੇਸ਼ਨ ਬਹੁਤ ਰਸਤੇ ਹੁੰਦੇ ਆ। ਜਿਹੜੀਆਂ ਅਨਫੋਰਚੂਨੇਟ ਸਟੋਰੀਜ਼ ਸੁਣੀ ਦੀਆਂ ਨੇ, ਬਹੁਤ ਦਿਲ ਦੁਖੀ ਹੁੰਦਾ। ਸਾਡੇ ਹੀ ਭੈਣ ਭਰਾ ਨੇ, ਸਾਡੇ ਹੀ ਵਤਨੋਂ ਆਏ ਹੋਏ ਨੇ ਜੀ। ਸੋ ਜਦੋਂ ਇਹੋ ਜਿਹੀਆਂ ਸਟੋਰੀਜ਼ ਉਹਨਾਂ ਨੂੰ ਮਿਲਦੀਆਂ ਨੇ, ਅਨਫੋਰਚੂਨੇਟ ਨੇ, ਕਮਿਊਨਿਟੀ ਵਾਸਤੇ ਅਨਫੋਰਚੂਨੇਟ ਨੇ, ਸੋਸਾਇਟੀ ਵਾਸਤੇ ਅਨਫੋਰਚੂਨੇਟ ਆ, ਅਤੇ ਪੇਰੈਂਟਸ ਵਾਸਤੇ ਦੇਰ ਇਜ਼ ਨੋ ਵਰਡਸ। ਲਾਈਕ ਅਸੀਂ ਸਾਰੇ ਹੀ ਜਵਾਕਾਂ ਵਾਲੇ ਹਾਂ, ਵੀ ਕੈਨ ਅੰਡਰਸਟੈਂਡ ਦ ਪੇਨ ਜੀ। ਬਿਲਕੁਲ ਜੀ, ਧੰਨਵਾਦ ਜੀ। ਵੀਰ ਸੰਦੀਪ ਸਿੰਘ ਉਹਨਾਂ ਨੂੰ ਗੱਲਬਾਤ ਕਰ ਸਕਦੇ 6477862012 ਤੇ। ਧੰਨਵਾਦ ਵੀਰ ਜੀ, ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਆਪਾਂ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈ ਕੇ ਤਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਜਿਹੜਾ ਆਪਾਂ ਗੱਲਬਾਤ ਕੀਤੀ ਸੀ ਹੁਣੇ, ਜਿਹੜੇ ਬੈਂਕਟ ਹਾਲ ਆ ਜੀ, ਜਿਹੜੇ ਹੁਣ ਪੈਂਡੈਮਿਕ ਦੇ ਚੱਲਦੇ ਆ ਬੁਕਿੰਗ ਕਰਾਈ ਹੋਈ ਸੀਗੀ, ਲੋਕਾਂ ਨੇ ਪੈਸੇ ਦਿੱਤੇ ਹੋਏ ਆ, ਕਿਸੇ ਨੇ 5000, ਕਿਸੇ ਨੇ 10000, ਤੇ ਉਹ ਵਾਪਸ ਨਹੀਂ ਹੋ ਰਹੇ। ਕੈਨੇਡੀਅਨ 에ਅਰਲਾਈਨ ਨੇ ਜਾਂ 에ਅਰਲਾਈਨਾਂ ਨੇ ਕਹਿ ਦਿੱਤਾ ਵੀ ਜਿਹੜੇ ਤੁਹਾਡਾ ਰੀਫੰਡ ਉਹ ਵਾਪਸ ਦਿੱਤਾ ਜਾਊਗਾ।
ਪਰ ਜਿੱਦਾਂ ਹੁਣੇ ਮੈਂ ਖਬਰ ਸਾਂਝੀ ਕੀਤੀ ਹੈ ਜੀ, ਇੱਕ ਚਾਈਨੀਜ਼ ਕਪਲ ਨੇ ਕਿਹਾ ਜੀ ਸਾਡੇ ਪੈਸੇ ਨਹੀਂ ਮਿਲ ਰਹੇ, ਹੋਰ ਪਤਾ ਨਹੀਂ ਕਿੰਨੇ ਕੌਣਗੇ, ਬਾਲੇ ਤਾਣ ਕੇ ਬੋਲਦੇ ਹੀ ਨਹੀਂ ਗੇ, ਪਰ ਅਸੀਂ ਅੱਡੀਆਂ ਚੱਕ ਕੇ ਫਾਹੇ ਲੈਂਦੇ ਹਾਂ। ਬੰਦਾ ਉਹ ਜੋ ਹੁੰਦਾ ਜਿਹੜਾ ਮੌਕੇ ਦੀ ਨਜਾਕਤ ਨੂੰ ਸਮਝੇ, ਜਿੱਦਾਂ ਦੇ ਹਾਲਾਤ ਆ ਉੱਦਾਂ ਦੇ ਚੱਲੋ, ਹਾਲਾਤ ਸਾਜ਼ਗਾਰ ਨਹੀਂ ਹੈਗੇ ਤੇ ਇਦਾਂ ਦੀਆਂ ਗਲਤੀਆਂ ਨਾ ਕਰੋ। ਤੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਜੁੜਦੇ ਹਾਂ, ਕਾਲ ਕਰ ਸਕਦੇ ਹੋ ਜੀ ਰਾਈਟ ਵੇ 9054050002 ਤੇ। ਇੱਕ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ 14 ਹਿਲ ਰੋਡ ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 409 1300। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 416 7317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਆ ਜੀ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਿਹਾ ਜੀ ਜੌਬ ਇਨ GTA ਵਾਲੇ। ਅਗਰ ਤੁਸੀਂ ਜੌਬ ਦੀ ਭਾਲ ਵਿੱਚ ਨਵੇਂ ਆਏ ਹੋ, ਤੁਹਾਡੇ ਕੋਲ ਜੌਬ ਹੈ ਨਹੀਂ, ਤੁਹਾਨੂੰ ਕੋਈ ਜਾਣ ਪਛਾਣ ਵੀ ਨਹੀਂ ਹੈਗੀ, ਹਜ਼ਾਰਾਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਕੋਲ ਜੌਬਾਂ ਜੀ। ਜੌਬ ਇਨ GTA 416 213 0092
ਜਾਂ 905 614 0300 ਤੇ ਕਾਲ ਕਰ ਸਕਦੇ ਹੋ। ਤੁਸੀਂ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ ਤੇ 514 566 0055 ਤੇ ਕਾਲ ਕੀਤੀ ਜਾ ਸਕਦੀ ਆ। ਤੁਸੀਂ ਬ੍ਰੋਕਰੇਜ ਤੁਹਾਡੇ ਕੋਲ ਲਾਇਸੈਂਸ ਹੈਗਾ ਜੀ ਰੀਅਲ ਸਟੇਟ ਦਾ, ਤੁਸੀਂ ਬ੍ਰੋਕਰੇਜ ਜੁਆਇਨ ਕਰਨੀ ਚਾਹੁੰਦੇ ਹੋ ਜਾਂ ਘਰ ਖਰੀਦਣਾ ਵੇਚਣਾ ਜਾਂ ਗੈਸ ਸਟੇਸ਼ਨ ਪਾਰਕਿੰਗ ਲਾਟ ਕੁਛ ਵੀ, ਤੇ ਹਰਪਾਲ ਭੱਲਾ ਉਹਨਾਂ ਨੂੰ ਕਾਲ ਕਰ ਸਕਦੇ ਹੋ। ਰੋਇਲ ਲੀਪੇਜ ਨਾਲ ਕੰਮ ਕਰਦੇ ਆ 416 560 2400 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਚੱਲਦੇ ਆਪਾਂ ਕਾਲ ਲੈਂਦੇ ਆ ਜੀ, ਤੇ ਉਸ ਤੋਂ ਬਾਅਦ ਤੁਹਾਡੇ ਵਿਚਾਰ ਜਿਹੜੇ ਉਹ ਸਾਰਿਆਂ ਦੇ ਨਾਲ ਸਾਂਝੇ ਕੀਤੇ ਜਾਣਗੇ। ਹਾਂਜੀ ਵੀਰ ਜੀ ਸਵਾਗਤ ਹੈ 0849 ਜੀ ਆਇਆਂ ਨੂੰ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਤੁਸੀਂ ਹੁਣੇ ਇੱਕ ਖਬਰ ਸਾਂਝੀ ਕਰਕੇ ਹਟੇ ਆ, ਉਹ ਮੁੰਡੇ ਨੇ ਸੁਸਾਈਡ ਕੀਤਾ ਜਿਹੜਾ ਜੀ। ਚੰਦੀ ਸਾਹਿਬ ਇਸ ਨਾ ਇੱਕ ਕੇਸ ਨਹੀਂ ਬਹੁਤ ਸਾਰੇ ਕੇਸ ਹੈ ਇੱਥੇ ਇਦਾਂ ਦੇ ਹੋ ਰਹੇ, ਇੱਥੇ ਵੀ ਜਾ ਕਹਿ ਲਓ ਜਾਂ ਭਾਰਤ ਵਿੱਚ ਵੀ। ਪਤਾ ਨਹੀਂ ਕਿੱਦਾਂ ਦਾ ਟਾਈਮ ਆ ਰਿਹਾ, ਲੋਕ ਨਾ ਸੰਘਰਸ਼ ਕਰਨਾ ਭੁੱਲ ਰਹੇ ਆ ਜੀ। ਜ਼ਿੰਦਗੀ ਨਾਲ ਸੰਘਰਸ਼ ਕਰਨਾ ਜਾਂ ਵਕਤ ਨਾਲ ਸੰਘਰਸ਼ ਕਰਨਾ ਉਹ ਭੁੱਲ ਰਹੇ ਆ ਲੋਕ ਨਾ। ਉਹ ਬੜੇ ਮਾੜੇ ਤੋਂ ਮਾੜੇ ਟਾਈਮ ਅਸੀਂ ਵੀ ਆਪਣੀ ਲਾਈਫ ਵਿੱਚ ਜਿਹੜੇ ਸਾਡੇ ਹਾਣ ਦੇ ਆ ਉਹਨੇ ਵੀ ਦੇਖੇ ਆ, ਸਭ ਤੋਂ ਪਹਿਲਿਆਂ ਨੇ ਵੀ ਦੇਖਿਆ, ਪਰ ਉਹਨੇ ਸੰਘਰਸ਼ ਕਰਕੇ ਆਪਣੇ ਆਪ ਨੂੰ ਦੁਬਾਰਾ ਫੇਰ ਪੈਰਾਂ ਤੇ ਲਿਆਂਦਾ ਹੈ ਨਾ। ਬਹੁਤ ਉਤਰਾਅ ਚੜ੍ਹਾਅ ਆਉਂਦੇ ਜ਼ਿੰਦਗੀ ਦੇ ਵਿੱਚ, ਇਹ ਨਹੀਂ ਹੋਣਾ ਚਾਹੀਦਾ ਏਦਾਂ। ਇਹਨੂੰ ਕਵਰ ਕਰਨੇ ਲਈ ਤਾਂ ਕੁਝ ਨਾ ਕੁਝ ਤਾਂ ਚਾਹੇ ਧਾਰਮਿਕ ਅਦਾਰੇ ਆ, ਹੁਣ ਧਾਰਮਿਕ ਅਦਾਰਿਆਂ ਦੀ ਮੇਰੇ ਮੂੰਹ 'ਚ ਗੱਲ ਆ ਗਈ ਆ, ਜਾਂ ਧਾਰਮਿਕ ਅਦਾਰਿਆਂ 'ਚ ਕਿੱਥੇ ਬੰਦਾ ਜਾਵੇ। ਬਹੁਤੇ ਅਦਾਰਿਆਂ 'ਚ ਤਾਂ ਉਹ ਜਾਤੀ ਕਰਕੇ ਉਹਨਾਂ ਨੂੰ ਅੰਦਰੇ ਨਹੀਂ ਜਾਣ ਦਿੱਤਾ, ਜੇ ਤੁਸੀਂ ਕੀ ਸਿੱਖ ਮਤਲਬ ਕਿੱਦਾਂ ਦੇ ਧਰਮ ਬਣੇ ਆ ਦੁਨੀਆ ਦੇ, ਕਿੱਦਾਂ ਦੇ ਲੋਕ ਆ ਜੀ। ਹੈਲੋ, ਤੁਹਾਡੀ ਆਵਾਜ਼ ਕੱਟੀ, ਆਵਾਜ਼ ਨਹੀਂ ਆ ਰਹੀ ਵੀਰ ਜੀ। ਹੈਲੋ, ਸ਼ਾਇਦ ਤੁਹਾਡੀ ਜਿਹੜੀ ਲਾਈਨ ਜਿਹੜੀ ਕੱਟੀ ਗਈ ਆ ਵੀਰ, ਤੇ ਦੁਬਾਰਾ ਕਾਲ ਕਰ ਲਿਓ। ਵਾਕਿਆ ਜਿੱਦਾਂ ਤੁਸੀਂ ਕਿਹਾ ਜੀ ਜਿਹੜਾ ਸੁਸਾਈਡ ਆ ਉਹ ਬਹੁਤ ਜ਼ਿਆਦਾ ਹੋ ਰਿਹਾ। ਜਦੋਂ ਅਸੀਂ ਇਦਾਂ ਦੀ ਗੱਲਬਾਤ ਹੁੰਦੀ ਆ ਜੀ ਤਾਂ ਅਸੀਂ ਕੋਈ ਗੱਲਬਾਤ ਨਹੀਂ ਕਰਦੇ, ਸਾਡੇ ਨਾਲ ਭਾਣਾ ਵਾਪਰਦਾ ਫਿਰ ਅਸੀਂ ਕਹਿੰਦੇ ਆ। ਹੁਣ ਕੁਛ ਖਬਰਾਂ ਆ ਰਹੀਆਂ ਜੀ ਜਿਹੜੀ ਮੰਦਰਾਂ ਦੇ ਵਿੱਚ ਭਾਰਤ ਦੇ ਵਿੱਚ ਬੋਰਡ ਲਾਏ ਜਾ ਰਹੇ ਆ ਵੀ ਸਿਰਫ ਇਹਨਾਂ ਜਿਹੜੇ ਧਾਰਮਿਕ ਮੰਦਰ ਆ ਪਵਿੱਤਰ ਆ ਤੇ ਇਹਨਾਂ ਦੇ ਵਿੱਚ ਸਿਰਫ ਹਿੰਦੂ ਹੀ ਐਂਟਰ ਕਰ ਸਕਦੇ ਆ। ਹਿੰਦੂਆਂ ਨੂੰ ਆਉਣ ਦੇ ਵਾਸਤੇ ਸਿਰਫ ਹੈਗਾ, ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਉਹਨਾਂ ਨੂੰ ਵੀ ਇੱਕ ਮੰਦਰ ਦੇ ਵਿੱਚ ਨਹੀਂ ਸੀ ਜਾਣ ਦਿੱਤਾ ਗਿਆ। ਕਿੱਡੀ ਸ਼ਰਮ ਵਾਲੀ ਗੱਲ ਜੀ, ਇੱਕ ਰਾਸ਼ਟਰਪਤੀ ਉਹ ਕਹਿੰਦੇ ਜੀ ਤੂੰ ਸ਼ੂਦਰ ਆ, ਤੂੰ ਮੰਦਰ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਹੁਣ ਇਹ ਮੰਦਰਾਂ ਦੇ ਵਿੱਚ ਇਹ ਲਿਖਿਆ ਜਾ ਰਿਹਾ, ਇਹ ਕੀ ਹੋਊਗਾ? ਤੁਸੀਂ ਆਪਾਂ ਇਸ ਨੂੰ ਕਿੱਦਾਂ ਸੋਚਦੇ ਆ? ਆਪਣੀ ਵੀਰ ਦੀ ਕਾਲ ਕੱਟੀ ਗਈ ਸੀ, ਦੁਬਾਰਾ ਜੁੜ ਗਏ। ਹਾਂਜੀ ਵੀਰ ਜੀ ਤੁਹਾਡੀ ਕਾਲ ਕੱਟੀ ਗਈ ਸੀ ਜੀ। ਹਾਂਜੀ ਵੀਰ ਜੀ, ਮੈਂ ਸੌਰੀ ਮੈਂ ਡਰਾਈਵ ਕਰ ਰਿਹਾ ਸੀਗਾ ਤਾਂ ਕੱਟੀ ਕਾਲ ਜੀ। ਦੇਖੋ ਇਹ ਨਾ ਇਦਾਂ ਦੇ ਧਰਮ ਕੋਲੋਂ ਨਾ ਹੀ ਧਰਤੀ ਦੇ ਧਰਮ ਹੋਵੇ ਤਾਂ ਚੰਗਾ ਆ ਨਾ ਜੀ। ਦੇਖੋ ਜਿੱਦਾਂ ਮੰਦਿਰਾਂ ਦੇ ਵਿੱਚ ਪਹਿਲਾਂ ਵੀ ਬਹੁਤ ਸਾਰਾ ਸੀਗਾ ਇਦਾਂ ਦਾ ਕੁਝ ਲਿਖਿਆ, ਕੁਝ ਕੁ ਜਾਗਰਤੀ ਆਈ ਸੀਗੀ। ਆਪਾਂ ਕਹਿ ਸਕਦੇ ਆ ਵੀ ਜਿਹੜੇ ਸੰਵਿਧਾਨ ਨੇ ਹੱਕ ਦਿੱਤੇ ਸੀ ਸਾਰਿਆਂ ਨੂੰ ਬਰਾਬਰ ਦਾ ਕੀਤਾ ਸੀਗਾ, ਕੁਝ ਕੁ ਜਾਗਰਤੀ ਸੀਗੀ ਲੋਕਾਂ ਦੇ ਵਿੱਚ। ਹੁਣ ਦੁਬਾਰਾ ਫੇਰ ਜਿੱਦਾਂ ਹਿੰਦੂਤਵ ਦਾ ਤੁਸੀਂ ਮੰਦਿਰ ਦੀ ਗੱਲ ਕਰਦੇ ਆ, ਹਿੰਦੂਤਵ ਦਾ ਮੁੱਦਾ ਹਟਾ ਕੇ ਨਾ ਨਹੀਂ ਹੁਣ ਦੁਬਾਰਾ ਤੋਂ ਫੇਰ ਮੰਦਿਰਾਂ ਦੇ ਵਿੱਚ ਜਿਹੜੇ ਇਹ ਲੈ ਕੇ ਲਾ ਰਹੇ ਆ ਜੀ ਇੱਥੇ ਛੋਟੀ ਜਾਤ ਦਾ ਆਉਣਾ ਮਨਾ, ਜਾਂ ਕਿਸੇ ਤਰ੍ਹਾਂ ਵੀ ਤੁਸੀਂ ਕਹਿ ਲਓ ਵੀ ਬੰਦਾ ਸੇ ਪੂਜਾ ਨਹੀਂ ਕਰਦਾ। ਹਾਂਜੀ ਹਿੰਦੂ ਲਿਖਿਆ ਜੀ, ਸਿਰਫ ਹਿੰਦੂ ਹੀ ਇਸ ਮੰਦਿਰ ਦੇ ਵਿੱਚ ਐਂਟਰ ਹੋ ਸਕਦੇ ਆ ਜੀ। ਹਿੰਦੂ ਹੀ, ਹਾਂਜੀ ਠੀਕ ਹੈ ਜੀ, ਹਨਾ। ਇਹ ਬਹੁਤ ਇਹ ਵਰਤਾਰਾ ਜਿਹੜੇ ਇਹ ਬਹੁਤ ਭੈੜਾ ਆ। ਇਹ ਜਿਹੜੀਆਂ ਥੋੜੀ ਵੰਡੀਆਂ ਅੱਗੇ ਖਤਮ ਹੋਣ ਵੱਲ ਨੂੰ ਸੀਗੀਆਂ, ਲੋਕ ਇੱਕ ਦੂਜੀ ਕਾਸਟ ਦੇ ਵਿੱਚ ਵਿਆਹ ਲਾਪੇ ਸੀ ਕਰਨ, ਮਿਲਣ ਗਿਲਣ ਲਾਪੇ ਸੀਗੇ, ਉਹਨੂੰ ਹੋਰ ਡੂੰਘਿਆ ਹੁਣ ਕਰਨ ਲੱਗੇ ਆ। ਇਦਾਂ ਦੇ ਜਿਹੜੇ ਲੋਕ ਆ ਨਾ, ਇਹ ਬਿਲਕੁਲ ਬੰਦ ਹੋਣਾ ਚਾਹੀਦਾ ਵਰਤਾਰਾ। ਮੰਦਿਰ ਹੀ ਬੰਦ ਹੋਣੇ ਚਾਹੀਦੇ ਜਿੱਥੇ ਇਦਾਂ ਦਾ ਲੈ ਕੇ ਲਾਇਆ ਜੀ। ਇੱਕ ਰਹੀ ਗੱਲ ਜਿਹੜੀ ਆਪਾਂ ਜਾਤੀ ਪਾਤੀ ਦੀ ਜਾਂ ਕਹਿ ਲਓ ਜਿਹੜੇ ਮੈਂਟਲੀ ਅਪਸੈਟ ਲੋਕ ਆ, ਜਾਂ ਕਹਿ ਲਓ ਜਿਹੜੇ ਡਿਪਰੈਸ਼ਨ ਦੇ ਵਿੱਚ ਆ। ਹੁਣ ਕੁੜੀਆਂ ਨੂੰ ਗੋਲੀ ਮਾਰ ਕੇ ਇੱਕ ਮੁੰਡੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਨਾ ਜੀ। ਦੇਖੋ ਜੇ ਉਹ ਇੱਕ ਪਾਸੜ ਪਿਆਰ ਆ ਜਾਂ ਕੁੜੀਆਂ ਦੀ ਰਜਾਮੰਦੀ ਨਹੀਂ ਹੈਗੀ, ਕੀ ਉਹਦਾ ਗੋਲੀ ਮਾਰ ਕੇ ਸੋਲੂਸ਼ਨ ਆ ਜੀ? ਉਹਨਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਉਹਨੇ। ਨਾ ਤੁਸੀਂ ਉਹਨਾਂ ਦਾ ਵਿਆਹ ਕਰਾਉਣਾ, ਸਿਰਫ ਯੂਜ਼ ਕਰਨ ਲਈ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਕਰ ਰਹੇ ਹੋ ਜੀ। ਇਹ ਵੀ ਇੱਕ ਜਿਹੜੀ ਇਹ ਮਾਨਸਿਕਤਾ ਜਿਹੜੀ ਆ, ਇਹ ਵੀ ਇੱਕ ਡਿਪਰੈਸ਼ਨ ਤੁਸੀਂ ਕਹਿ ਸਕਦੇ ਆ। ਬਿਲਕੁਲ ਜੀ, ਮਾਨਸਿਕਤਾ ਹੀ ਆ। ਜਿਹੜਾ ਉੱਥੇ ਤੇਜ਼ਾਬ ਪਾ ਦਿੰਦੇ ਜੀ ਕੁੜੀਆਂ ਦੇ ਉੱਪਰ, ਕਿੰਨੀਆਂ ਦੇ ਵਿਚਾਰੀਆਂ ਸਾੜ ਦਿੱਤੀਆਂ ਐਸਿਡ ਪਾ ਕੇ। ਹਾਂਜੀ ਹਾਂਜੀ। ਜਿਹੜਾ ਨਾ ਕੋਈ ਵੀ ਧਰਮ ਆ, ਜਿਹੜਾ ਖੈਰ ਧਰਮ ਤਾਂ ਸਾਰੇ ਚੰਗੇ ਆ, ਜਿਹੜੇ ਉਹਨਾਂ ਨੂੰ ਮੰਨਣ ਜਾਂ ਮਨਵਾਉਣ ਵਾਲੇ ਲੋਕ ਹੁੰਦੇ ਆ ਉਹ ਗਲਤ ਰੀਤਾਂ ਪਾਉਂਦੇ ਆ।
ਉਹਨਾਂ ਦਾ ਤਾਂ ਜੀ ਖਾਤਮੇ ਹੋ ਜਾਣਾ ਵਧੀਆ ਆ। ਧੰਨਵਾਦ ਜੀ, ਤੁਸੀਂ ਟਾਈਮ ਦਿੱਤਾ। ਧੰਨਵਾਦ ਜੀ, ਧੰਨਵਾਦ। ਵਾਕਿਆ ਗੱਲ ਸਹੀ ਹੈ ਜੀ। ਜਿੱਦਾਂ ਐਸਿਡ ਪਾਇਆ ਜਾਂਦਾ, ਹੁਣ ਆਪਾਂ ਗੱਲਬਾਤ ਕਰਦੇ ਜੀ, ਉੱਥੇ ਜਿਹੜੇ ਰਾਮ ਦੇ ਨਾਲ ਵਾਲੀਆਂ ਇੱਟਾਂ ਲਾਈਆਂ ਜਾ ਰਹੀਆਂ, ਹੋਰ 5-7 ਸਾਲਾਂ ਨੂੰ ਹੁਣ ਕੋਈ ਹਿੰਦੂ ਵੀਰ ਨਹੀਂ ਬੋਲ ਰਿਹਾ ਕਿ ਸਾਡੀਆਂ ਭਾਵਾਂ ਨੂੰ ਠੇਸ ਪਹੁੰਚ ਰਹੀ ਆ। ਲੱਗਦਾ ਇਹ ਆ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ RSS ਜਿਹੜੀ ਰਲ ਕੇ ਖੇਡ ਰਹੀ ਆ। 10-20-30 ਸਾਲਾਂ ਨੂੰ ਪੱਟ ਕੇ ਫਿਰ ਕਹਿਣਗੇ ਜੀ ਦੇਖੋ ਸਾਡੀਆਂ ਇੱਟਾਂ ਜਿਹੜੀਆਂ ਗਟਰ ਦੇ ਵਿੱਚ ਲਾਈਆਂ ਰਾਮ ਦੇ ਨਾਲ ਦੀਆਂ। ਸਾਡੇ ਏਕਮਕਾਰ ਦਾ ਕੋਈ ਲਿਖ ਕੇ ਪੈਰਾਂ ਦੇ ਥੱਲੇ ਲਾਵੇ ਤੇ ਸਾਨੂੰ ਗਟਰ 'ਚ ਲਾਵੇ, ਕਿੰਨਾ ਗੁੱਸਾ ਚੜ੍ਹਦਾ। ਇਹ ਸੋਚੀ ਸਮਝੀ ਸਾਜ਼ਿਸ਼ ਆ। ਤੁਹਾਡੇ ਵਿਚਾਰ ਆ ਜੀ, ਤੇ ਆਪਾਂ ਚੱਲਦੇ ਹਾਂ ਨੈਕਸਟ ਕਾਲ ਤੇ। ਹਾਂਜੀ 9806 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਦੇਖੋ ਜੀ, ਬਾਬਾ ਨਾਨਕ ਦਾ ਕਹਿੰਦਾ ਵੀ ਲੇਡੀ ਦੇ ਲਈ ਵੀ ਕਿੰਨਾ ਉਹਨਾਂ ਨੇ ਪੰਕਤੀ ਬੋਲੀ, ਮੈਂ ਬੋਲਣੀ ਨਹੀਂ, ਬੋਲ ਨਹੀਂ ਦੀ ਸਾਡੇ ਤੋਂ ਚੱਜਦਾ ਵੀ ਇੰਨਾ ਕੁਛ ਆ। ਉੱਥੇ ਤਾਂ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਦਰਬਾਰ ਸਾਹਿਬ ਜੀ। ਹਰੀ ਦਾ ਮੰਦਰ ਜਿਹੜੇ ਗ੍ਰੰਥ ਆ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰਪਲਾ ਪਾਤਸ਼ਾਹੀ 6ਵੇਂ, ਉਹ ਸਾਰੀਆਂ ਦੇ ਵਿੱਚ ਤਾਂ ਹਰੀ ਮੰਦਰ ਵਿਸ਼ਨੂੰ ਦਾ ਮੰਦਰ ਹੈ ਭਾਜੀ। ਉਹ ਜਿਹੜੇ ਜਥੇਦਾਰ ਬੈਠੇ ਉਹ ਕਾਹਦੇ ਨਹੀਂ ਕਲੀਅਰ ਕਰਦੇ ਇਹ ਚੀਜ਼ ਨੂੰ ਜੀ। ਉੱਤੋਂ ਪੈਸੇ ਬਣਾਈ ਜਾਂਦੇ ਕਥਾ ਕਰਕੇ, ਸਾਰਾ ਸਾਲ ਉਹਨਾਂ ਕੋਲ ਖਾਣ ਦਾ ਮਤਲਬ ਢੰਗ ਆ ਵਾ। ਗ੍ਰੰਥ ਦੀ ਕਥਾ ਕਰਨੀ ਆ, ਉਹ 'ਚ ਜੋ ਮਰਜ਼ੀ ਗੰਦ ਮੰਦ ਲਿਖਿਆ ਸੁਣਾਈ ਜਾਣਾ, ਕਿਤੇ ਪੰਨਾ ਪਲਟ ਦਿੰਦੇ ਆ। ਕਿਉਂ? ਉਹ ਵੀ ਦੱਸੋ ਨਾ। ਜਿਹੜੀ ਚੀਜ਼ਾਂ ਦੱਸਣ ਵਾਲੀਆਂ ਪਤਾ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ, ਉਸਨੇ ਦੱਸਦੇ ਨਹੀਂ ਹੈਗੇ। ਉਹ ਸਾਲ 2-2 ਸਾਲ ਕਥਾ ਕਰੀ ਜਾਂਦੇ, ਵਧਾ ਕੇ ਪੈਸੇ ਕਮਾਈ ਜਾਂਦੇ। ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ। ਸਾਡੇ ਭਾਜੀ ਕਿਹੜਾ ਕਰਮ ਕਾਂਡ ਨਹੀਂ ਹੁੰਦਾ ਉੱਥੇ? ਉਹ ਤਾਂ ਹੈ ਹੀ ਮੰਦਰ, ਉਹਨਾਂ ਨੂੰ ਕੋਈ ਮਤਲਬ ਲਾਤੀ ਇੱਟਾਂ, ਬਾਅਦ 'ਚ ਉਹਨਾਂ ਨੇ ਸਾਰੀ ਬਿਲਡਿੰਗ ਮੱਲਣੀ ਭਾਜੀ। ਇਹ ਪੱਕਾ ਸ਼ੋਰ ਆ। ਥੈਂਕ ਯੂ ਭਾਜੀ। ਹਾਂ ਧੰਨਵਾਦ। ਬਿਲਕੁਲ ਗੱਲ ਸਹੀ ਹੈ ਜੀ। ਗ੍ਰੰਥਾਂ ਦੇ ਵਿੱਚ ਇਦਾਂ ਦਾ ਲਿਖਿਆ ਹੋਇਆ ਜੀ, ਜਿਹੜੇ ਤੁਸੀਂ ਆਪਣੀਆਂ ਮਾਵਾਂ ਭੈਣਾਂ ਦੇ ਕੋਲ ਬੈਠ ਕੇ ਕਹਿ ਦਿੰਦੇ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਲਿਖਿਆ ਹੋਇਆ ਜੀ ਇਹ, ਤੇ ਉਹ ਤੁਸੀਂ ਉਹਦੀ ਕਥਾ ਵੀ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ। ਸਾਡੇ ਗੁਰੂ ਸਾਹਿਬ ਜਿਹੜੇ ਇਦਾਂ ਦੀ ਬਾਣੀ ਲਿਖ ਸਕਦੇ ਆ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਇੰਨੀ ਨਿਰਮੋਲ ਹੀਰਾ ਆ, ਪੂਰੀ ਦੁਨੀਆ ਦੇ ਵਿੱਚ ਜਿਹੜਾ ਹਰ ਬੰਦੇ ਦਾ ਸਿਰ ਝੁਕਦਾ ਸਤਿਕਾਰ ਦੇ ਨਾਲ, ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਇਦਾਂ ਦੇ ਸ਼ਬਦ ਲਿਖ ਸਕਦੇ ਆ। ਇਹ ਬੜਾ ਵੱਡਾ ਵਿਵਾਦ ਆ। ਸਾਡੇ ਪੜ੍ਹੇ ਲਿਖੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਇਹਦਾ ਬੈਠ ਕੇ ਹੱਲ ਕੱਢਣਾ ਚਾਹੀਦਾ। ਇਹ ਵਿਵਾਦਤ ਮੁੱਦਾ ਆ, ਵੈਸੇ ਇਹਨੂੰ ਛੇੜਨਾ ਨਹੀਂ ਚਾਹੀਦਾ, ਪਰ ਜੇ ਨਹੀਂ ਛੇੜਾਂਗੇ ਤੇ ਹੱਲ ਵੀ ਨਹੀਂ ਹੋਣਾ। ਜੇ ਆਵਾਜ਼ ਉੱਠੂਗੀ ਤਾਂ ਤਾਂ ਹੀ ਆ। ਜੇ ਆਜ਼ਾਦੀ ਦੀ ਲਹਿਰ ਸ਼ੁਰੂ ਹੁੰਦੀ ਆ ਤਾਂ ਆਜ਼ਾਦੀ ਮਿਲਦੀ ਆ। ਜੇ ਸਾਰੇ ਚੁੱਪ ਕਰਕੇ ਅੱਖਾਂ ਮੀਟ ਕੇ ਬੈਠੇ ਰਹਿਣ ਤੇ ਛਿੱਤਰੀ ਖਾਂਦੇ ਰਹਿੰਦੇ ਆ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0805 ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਸਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ, ਸੁਣਦਾ ਰੋਜ਼ ਹੀ। ਪਰ ਕਾਲ ਤੁਹਾਨੂੰ ਪਹਿਲੀ ਵਾਰੀ ਕਰਨ ਲੱਗੇ। ਥੈਂਕ ਯੂ ਵੀਰ ਜੀ, ਵੈਲਕਮ ਆ ਜੀ। ਹਾਂਜੀ ਭਾਜੀ, ਮੈਨੂੰ ਐਨੀ ਨੌਲੇਜ ਤਾਂ ਹੈ ਨਹੀਂ ਜੀ, ਨਾ ਹੀ ਮੈਂ ਨਾ ਗਿਆਨੀ ਧਿਆਨੀ ਆ, ਨਾ ਪੜ੍ਹਿਆ ਆ ਬਾਲਾ ਜੀ। ਮੈਂ ਸਿਰਫ ਇੱਕ ਤੁਹਾਡੇ ਕੋਲ ਛੋਟਾ ਜਿਹਾ ਕੁਐਸਚਨ ਹੈ ਜੀ। ਹੈਗਾ ਤਾਂ ਮੈਂ ਵੀ ਇੱਕ ਸਿੱਖ ਪਰਿਵਾਰ ਵਿੱਚੋਂ ਹੀ ਆ ਜੀ। ਤੇ ਪਹਿਲਾ ਕੁਐਸਚਨ ਮੇਰਾ ਇਹ ਹੈ ਜੀ ਵੀ ਹਿੰਦੂ ਧਰਮ ਬਣਾਉਣੇ ਵਾਲਾ ਕੌਣ ਆ ਜੀ? ਰਾਮ ਆ, ਕ੍ਰਿਸ਼ਨ ਆ, ਸ਼ਿਵ ਜੀ ਆ, ਕੋਈ ਵੀ ਆ ਜੀ? ਇਹਨਾਂ ਵਿੱਚੋਂ ਕਿਹਨੇ ਕਿਹਾ ਵੀ ਮੇਰਾ ਇਹ ਹਿੰਦੂ ਧਰਮ ਆ, ਵੀ ਮੈਂ ਇਹਨੂੰ ਸਥਾਪਿਤ ਕਰਦਾ ਜੀ? ਦੂਜਾ ਜੀ, ਮੁਸਲਮਾਨ ਧਰਮ ਆ, ਉਹਦੇ ਵਿੱਚ ਵੀ ਮੈਨੂੰ ਦੱਸ ਦਿਓ ਵੀ ਕਿਹਨੇ ਆ ਕੇ ਕਿਹਾ ਵੀ ਇਹ ਮੇਰਾ ਮੁਸਲਮਾਨ ਧਰਮ ਆ, ਵੀ ਮੈਂ ਇਹਨੂੰ ਸਥਾਪਿਤ ਕਰਦਾ। ਫਿਰ ਸਾਡਾ ਜੀ ਇੱਕ ਸਿੱਖ ਧਰਮ ਹੈ ਜੀ, ਅਸੀਂ ਇਹਨੂੰ ਕਹਿ ਦਿੰਦੇ ਹਾਂ ਜੀ ਸਾਡੇ ਪਾਤਸ਼ਾਹ ਸਾਨੂੰ ਸਿੱਖ ਧਰਮ ਦੇਗਾ ਜੀ। ਜਿੱਥੇ ਤੱਕ ਜੀ ਮੇਰੀ ਸੋਚਣੀ ਹੈ, ਪਰ ਮੈਂ ਇੰਨਾ ਸੋਚਣ ਵਾਲਾ ਤਾਂ ਹੀ ਮੇਰੀ ਇੰਨੀ ਬੁੱਧੀ ਆ ਜੀ। ਪਾਤਸ਼ਾਹ ਸਿੱਖ ਧਰਮ ਤਾਂ ਸਾਜਿਆ ਨਹੀਂ ਜੀ, ਉਹਨਾਂ ਨੇ ਖਾਲਸਾ ਪੰਥ ਸਾਜਿਆ ਸੀਗਾ ਜੀ। ਨਹੀਂ, ਸਿੱਖ ਧਰਮ ਵੀ ਸਾਜਿਆ ਜੀ। ਬਾਬੇ ਨਾਨਕ ਨੇ ਕਿਹਾ ਸੀ ਮਾਰਿਆ ਸਿੱਕਾ ਸਿੱਖਾ ਜੀ। ਫਿਰ ਜੇ ਬਾਬੇ ਨਾਨਕ ਦੀ ਤੁਸੀਂ ਇੰਨੀ ਗੱਲ ਸੁਣਦੇ ਆ ਵੀ ਮਾਰਿਆ ਸਿੱਖਾ ਤਾਂ ਕਹਿਤਾ ਜੀ, ਜਿਹੜੀ ਉਹਨਾਂ ਨੇ ਤੁਹਾਨੂੰ ਸਿੱਖਣ ਵਾਸਤੇ ਗੱਲ ਕਹੀ ਆ ਉੱਥੇ ਤੱਕ ਤੁਸੀਂ ਪਹੁੰਚਦੇ ਹੀ ਨਹੀਂ ਜੀ ਸਿੱਖਣ ਵਾਸਤੇ ਜੀ। ਉਹਨਾਂ ਨੇ ਤੁਹਾਨੂੰ ਸਿੱਖਣ ਵਾਸਤੇ ਇਹ ਕਿਹਾ ਵੀ ਤੁਸੀਂ ਦੂਜੇ ਦਾ ਕਰੋ ਜੀ, ਆਪਣੇ ਵਾਸਤੇ ਨਹੀਂ ਜੀ। ਜੇ ਤੁਸੀਂ ਦੂਜੇ ਵਾਸਤੇ, ਜਿਹੜਾ ਬੰਦਾ ਰੱਬ ਨਾਲ ਜੁੜਿਆ ਹੈ ਨਾ ਜੀ, ਉਹ ਦੂਜੇ ਵਾਸਤੇ ਕਰਦਾ ਤੇ ਉਹ ਅਸਲੀ ਸਿੱਖ ਆ ਜੀ। ਜੇ ਤੁਸੀਂ ਆਪਣੇ ਵਾਸਤੇ ਕਰੀ ਜਾਂਦੇ, ਆਪਣੀ ਇੱਕ ਢਿੱਡ ਭਰਨ ਦੀ ਖਾਤਰ ਜੀ ਝੂਠ ਬੋਲ ਕੇ ਲੋਕੀ ਇੱਥੇ ਐਡਾਂ ਕਰਦੇ ਆ ਜੀ, ਹਨਾ। ਕੋਈ ਰੀਅਲ ਏਸਟੇਟ ਦੀ ਕਰਦਾ ਜੀ, ਕੋਈ ਡਾਕਟਰ ਦੀ ਕਰਦਾ ਜੀ। ਮੈਂ ਕਈ ਰੇਡੀਓ ਸੁਣਦਾ ਜੀ, ਉਹ ਕਹਿਣਗੇ ਜੀ ਅਸੀਂ 10ਵੇਂ ਪਾਤਸ਼ਾਹ ਦੇ ਪੋਤੇ ਆ ਜੀ। ਜਿਹੜੀਆਂ ਤੁਸੀਂ ਇੱਥੇ ਕਰਤੂਤਾਂ ਕਰਦੇ ਆ ਜੀ 10ਵੇਂ ਪਾਤਸ਼ਾਹ ਦੇ ਪੁੱਤ ਬਣਨ ਦੀ ਖਾਤਰ, ਜੇ ਤੁਹਾਡਾ ਇੱਕ ਪੁੱਤ ਗਲਤੀ ਕਰਦਾ ਤੇ ਤੁਸੀਂ ਕਿੰਨੇ ਔਖੇ ਹੋ ਜਾਂਦੇ ਆ ਜੀ। ਸਾਡੇ ਪੁੱਤ ਨੇ ਆਹ ਚੰਦ ਚੜਾਤਾ ਜੀ, ਅਸੀਂ ਬੜੇ ਦੁਖੀ ਆ ਜੀ। ਜਿਹਦੇ ਪੁੱਤ ਜੀ ਦੁਨੀਆ ਜਿਹਨੂੰ ਕਹਿੰਦਾ ਵੀ ਅਸੀਂ 10ਵੇਂ ਪਾਤਸ਼ਾਹ ਦੇ ਪੁੱਤ ਆ ਜੀ, ਜਿਹਦਾ ਹਰ ਪੁੱਤ ਹੀ ਕਰਮ ਕਰਦਾ ਜੀ, ਉਹਦਾ ਪਿਓ ਕਿੰਨਾ ਦੁਖੀ ਹੋਊਗਾ ਜੀ। ਜੀ ਬੜਾ ਵੱਡਾ ਸਵਾਲ ਆ ਵੀਰ ਇਹ। ਤੁਸੀਂ ਪਹਿਲੀ ਵਾਰੀ ਕਾਲ ਕੀਤੀ ਪਰ ਸਵਾਲ ਬੜੇ ਵੱਡੇ ਖੜੇ ਕਰਤੇ ਆ। ਇਹ ਤਾਂ ਕੋਈ ਵਿਦਵਾਨ ਨਹੀਂ ਦੱਸ ਸਕਦਾ ਵੀਰ ਜੀ। ਵਿਦਵਾਨ ਨਹੀਂ ਜੀ। ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣੀ ਹੈ ਜੀ, ਛੋਟੀ ਜਿਹੀ ਆ ਜੀ। ਸਿੱਖ ਧਰਮ ਜੇ ਮੈਂ ਮੁਸਲਿਮ ਧਰਮ ਤੋਂ ਸ਼ੁਰੂ ਕਰਦਾ ਜੀ, ਪਰ ਮੈਂ ਕਿਸੇ ਧਰਮ ਬਾਰੇ ਪੜ੍ਹਿਆ ਨਹੀਂ ਜੀ, ਨਾ ਹੀ ਮੈਂ ਆਪਣੇ ਧਰਮ ਬਾਰੇ ਕਦੇ ਮੈਂ ਤੁਹਾਨੂੰ ਕਹਿ ਦਵਾਂ ਵੀ ਮੈਂ ਇੰਨੀ ਕੁ ਬੇਨਤੀ ਵੀਰ, ਗਲਤ ਨਾ ਬੋਲਿਓ। ਨਹੀਂ ਭਾਜੀ, ਮੈਂ ਗਲਤ ਨਹੀਂ, ਜਿਹੜੀ ਸਹੀ ਗੱਲ ਹੈ ਨਾ ਮੈਂ ਉਹੀ ਬੋਲਦਾ, ਗਲਤ ਨਹੀਂ ਬੋਲਦਾ ਜੀ। ਮੁਸਲਿਮ ਧਰਮ ਆ ਜੀ,
ਮੁਹੰਮਦ ਸਾਹਿਬ ਹੋਏ ਜੀ, ਉਹਨਾਂ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਜੀ ਕਿ ਮੈਨੂੰ ਮੁਸਲਮ ਧਰਮ ਕਿੰਨੇ ਸਾਲਾਂ ਲਈ ਚਾਹੀਦਾ ਜਾਂ ਕੁਝ ਵੀ ਹੈ ਜੀ, ਪਰ ਮੈਨੂੰ ਕਿਸੇ ਨੇ ਅੱਜ ਤੱਕ ਦੱਸਿਆ ਨਹੀਂ ਵੀ ਉਹਨਾਂ ਨੇ ਮੁਸਲਮ ਧਰਮ ਮੰਗਿਆ ਜਾਂ ਇਨਸਾਨੀਅਤ ਧਰਮ ਮੰਗਿਆ ਜਾਂ ਕੀ ਮੰਗਿਆ ਜੀ। ਹਰ ਕੋਈ ਜਿਹੜਾ ਵੀ ਚਰਚ ਵਿੱਚ ਬੈਠਾ ਆ, ਕਿਤੇ ਮਸਜਿਦ ਵਿੱਚ ਬੈਠਾ ਜੀ, ਉਹ ਕਹਿੰਦਾ ਜੀ ਮੁਸਲਮ ਧਰਮ ਆ, ਮੇਰਾ ਮੁਹੰਮਦ ਉਹ ਤੋਂ ਉੱਚਾ ਕੋਈ ਹੈ ਹੀ ਨਹੀਂ ਜੀ। ਜਿੱਦਣ ਉਹਨਾਂ ਕੋਲੋਂ ਕਿਹਾ ਸੀ ਮੈਨੂੰ ਜੇ ਤੂੰ ਮੇਰੇ ਕੋਲ ਕੋਈ ਧਰਮ ਲੈਣਾ ਜਾਂ ਮੇਰੇ ਕੋਲ ਇਨਸਾਨੀਅਤ ਲੈਣੀ ਆ ਤੇ ਮੈਨੂੰ ਤੇਰਾ ਇੱਕ ਮੈਨੂੰ ਬਲੀ ਚਾਹੀਦੀ ਹੈ ਜੀ ਤੇਰੇ ਪੁੱਤ ਦੀ। ਉਹ ਆਪਣੇ ਪੁੱਤ, ਉਹਨਾਂ ਦਾ ਇੰਨਾ ਦਿਲ ਕੋਮਲ ਸੀਗਾ ਜੀ, ਉਹ ਆਪਣੇ ਪੁੱਤ ਦੀ ਬਲੀ ਨਹੀਂ ਦੇ ਸਕੇ। ਉਹ ਪੁੱਤ ਦਾ ਬੱਕਰਾ ਬਣਾ ਕੇ ਉਹਨੇ ਬਲੀ ਦਿੱਤੀ ਸੀ। ਅੱਜ ਕੱਲ੍ਹ ਮੁਸਲਮਾਨ ਬਕਰੀਦ ਉਹਨੂੰ ਕਹਿੰਦੇ ਆ ਜੀ, ਉਹ ਬੱਕਰੇ ਦੀਆਂ ਬਲੀਆਂ ਦਿੰਦੇ ਸਾਰੇ। ਫਿਰ ਆ ਜਾਂਦੇ ਆ ਜੀ ਕ੍ਰਿਸਚਨ ਧਰਮ ਜੀ, ਉੱਥੇ ਜਜੂ ਨੂੰ ਕਿਹਾ ਵੀ ਤੂੰ ਕੀ ਦੇਣਾ ਜੀ ਕ੍ਰਿਸਚਨ ਵਾਸਤੇ, ਉਹ ਕਹਿੰਦਾ ਜੀ ਮੇਰਾ ਕੋਈ ਹੈ ਹੀ ਨਹੀਂ ਅੱਗੇ ਨਾ ਪਿੱਛੇ, ਮੈਂ ਹੈਗਾ, ਮੈਂ ਆਪਣਾ ਆਪ ਤੁਹਾਨੂੰ ਸਮਰਪਿਤ ਕਰਦਾ ਹਾਂ, ਆਪਣਾ ਆਪ ਦੇ ਕੇ ਆਪਣਾ ਧਰਮ ਲੈ ਕੇ ਚਲੇ ਗਏ ਜੀ। ਫਿਰ ਸਾਡੇ ਪਾਤਸ਼ਾਹ ਨੂੰ ਹੁਕਮ ਹੋਇਆ ਜੀ, ਹਾਂਜੀ ਤੂੰ ਤਾਂ ਸਰਬੱਤ ਦਾ ਭਲਾ ਮੰਗਣ ਲੱਗੇ ਆ, ਤੈਨੂੰ ਪਤਾ ਤੇ ਇਹਦੇ ਵਾਸਤੇ ਦੇਣਾ ਕੀ ਕੁਛ ਪੈਂਦਾ। ਕਹਿੰਦਾ ਮੈਨੂੰ ਸਰਬੱਤ ਦਾ ਭਲਾ ਚਾਹੀਦਾ ਹੈ, ਤੇਰਾ ਹੀ ਦਿੱਤਾ ਆ, ਤੇਰਾ ਹੀ ਵਾਪਸ ਤੈਨੂੰ ਕਰ ਦੇਣਾ, ਮੇਰੇ ਕੁਛ ਹੈ ਹੀ ਨਹੀਂਗਾ ਜੀ। ਸਾਡੇ ਬਾਣੀ ਵਿੱਚ ਐਡ ਹੈ ਜੀ। ਪਰ ਮੈਨੂੰ ਇਹ ਸਮਝ ਅਜੇ ਤੱਕ ਹਿੰਦੂ ਧਰਮ ਦੇ ਸਾਡੇ ਜੇ ਕਹਿ ਦਿਓ ਤੁਸੀਂ ਵੀ ਆਪਾਂ ਸਿੱਖ ਧਰਮ ਜਾਂ ਖਾਲਸਾ ਪੰਥ ਨੂੰ 10ਵੇਂ ਪਾਤਸ਼ਾਹ ਸਾਜਿਆ, ਸਾਡਾ ਬਰਥਡੇ ਹੈਗਾ ਜੀ ਸਿਰਫ ਖਾਲਸਾ ਪੰਥ ਦਾ ਕਿ ਇਸ ਦਿਨ ਇਹਦਾ ਜਨਮ ਹੋਇਆ ਜੀ। ਜਿੱਦਣ ਖਾਲਸਾ ਪੰਥ ਦਾ ਜਨਮ ਹੋਇਆ ਸੀਗਾ ਜੀ, ਉਦਣ ਹਿੰਦੂ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਨੂੰ ਹਿੰਦੂ ਹਾਂ ਜੀ, ਪਾਤਸ਼ਾਹ ਉਹਦਾ ਖਾਤਮਾ ਕੀਤਾ ਸੀ। ਸਾਰੇ ਹਿੰਦੂ ਲੈ ਕੇ ਉਹਨਾਂ ਨੂੰ ਖਾਲਸਾ ਪੰਥ ਵਿੱਚ ਐਡ ਕੀਤਾ ਜੀ। ਬਾਕੀ ਇਸ ਤੋਂ ਬਾਅਦ ਮੈਨੂੰ ਪਤਾ ਨਹੀਂ, ਜੇ ਕਿਸੇ ਨੂੰ ਜ਼ਿਆਦਾ ਕੁਝ ਪਤਾ ਹੋਵੇ ਤਾਂ ਮੈਨੂੰ ਦੱਸ ਦੇ ਜੀ, ਪਰ ਮੈਂ ਨਾ ਕੋਈ ਪੜ੍ਹਿਆ ਹੈ ਜੀ, ਨਾ ਮੈਂ ਪੜ੍ਹਦਾ ਹਾਂ ਜੀ, ਮੈਂ ਅਨਪੜ੍ਹ ਬੰਦਾ ਹਾਂ ਜੀ। ਤੁਹਾਨੂੰ ਛੋਟੀ ਜਿਹੀ ਗੱਲ ਕੀਤੀ ਤੁਹਾਡਾ ਮੈਨੂੰ ਧੰਨਵਾਦ ਵੀਰ, ਧੰਨਵਾਦ ਜੀ। ਨਹੀਂ, ਸ਼ਬਦਾਵਲੀ ਤੁਹਾਡੀ ਵਧੀਆ ਸੀਗੀ, ਜਿੰਨੀ ਕੁ ਨੌਲੇਜ ਆ ਤੁਸੀਂ ਦੱਸੀ ਆ। ਓਪਨ ਟਾਕ ਸ਼ੋ ਆ ਜੀ, ਤੁਹਾਡੇ ਵਿਚਾਰ ਆ। ਆਪਾਂ ਹੋਰ ਕੋਈ ਵਿਦਵਾਨ ਜਿਹੜੇ ਨੂੰ ਇਹਦੇ ਬਾਰੇ ਨੌਲੇਜ ਹੋਵੇ ਜ਼ਰੂਰ ਸਟੂਡੀਓ ਦੇ ਵਿੱਚ ਕਾਲ ਕਰੇ। ਵਾਕਿਆ ਸਾਡਾ ਜਿਹੜੀ ਧਰਮ ਆ ਜੀ, ਸਿੱਖ ਧਰਮ ਆ, ਉਹਨੂੰ ਆਪਣੇ ਬਰਥਡੇ ਦਾ ਪਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਸੀਗਾ। ਉਹਨਾਂ ਨੇ ਆਪ ਕੁਛ ਵੀ ਨਹੀਂ ਰੱਖਿਆ, ਉਹਨਾਂ ਸਭ ਕੁਛ ਕਹਿਤਾ ਜੋ ਕੁਛ ਹੈ ਸੋ ਤੇਰਾ, ਮੇਰਾ ਮੁਝ ਮੇਂ ਕੁਛ ਨਹੀਂ। ਵਾਕਿਆ ਗੱਲ ਸਹੀ ਆ, ਸਾਰਾ ਕੁਛ ਹੀ ਉਹਦਾ ਆ। ਤੇ ਬਾਬੇ ਨਾਨਕ ਨੇ ਵੀ ਤੇਰਾ ਤੇਰਾ ਕਿਹਾ ਸੀ, 13 ਨਹੀਂ ਕਿਹਾ। 13 ਆਪਾਂ 13 13 ਉਦਾਂ ਕਹਿ ਦਿੰਦੇ ਆ, ਉਹਨੇ ਸਭ ਕੇ ਕਰਤਾ ਪੁਰਖ ਵਾਹਿਗੁਰੂ ਸਭ ਕੁਛ ਤੇਰਾ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2831 ਸਵਾਗਤ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਵੀਰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਤਾਂ ਜੀ ਮੈਂ ਤੁਸੀਂ ਤਾਂ ਦੇਤੀਆਂ ਹੋਣੀਆਂ ਖੈਰ, ਆਪਣੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਸ਼ਹੀਦੀ ਦਿਵਸ ਹੈ ਅੱਜ ਜੀ, ਤੇ ਮੈਂ ਕਾਫੀ ਦਿਨ ਬਾਅਦ ਕਾਲ ਕੀਤੀ ਹੈ। ਤੇ ਪਹਿਲਾਂ ਤਾਂ ਉਹਨਾਂ ਦੇ ਜੋ ਉਹਨਾਂ ਨੇ ਸ਼ਹਾਦਤ ਪਾਈ ਆ ਉਹਦੇ ਲਈ ਸਾਨੂੰ ਮਤਲਬ ਉਹਨੂੰ ਯਾਦ ਰੱਖਣਾ ਚਾਹੀਦਾ ਹਮੇਸ਼ਾ। ਬਿਲਕੁਲ ਜੀ ਬਿਲਕੁਲ। ਤੇ ਦੂਸਰੀ ਗੱਲ ਬਾਈ ਜੀ ਜਿਹੜੀ ਆਪਾਂ ਤੁਸੀਂ ਕਰ ਰਹੇ ਆ ਧਰਮ ਦੀ, ਪਿਛਲੇ ਵੀਰ ਜੀ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਮਤਲਬ ਕੋਈ ਗੱਲ ਉਹਨਾਂ ਦੀ ਗਲਤ ਨਹੀਂ ਸੀਗੀ, ਮੈਨੂੰ ਲੱਗਿਆ ਵੀ ਕਾਫੀ ਚੀਜ਼ਾਂ ਵਧੀਆ ਕਹਿ ਕੇ ਗਏ ਨੇ। ਤੇ ਬਾਕੀ ਚੰਦੀ ਸਾਹਿਬ ਜਿਹੜਾ ਅੱਜ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਚਾਹੀਦਾ ਕੀ ਹੈ ਵੀ ਜਿਹੜੇ ਭਵਿੱਖ ਚ ਪਹਿਲਾਂ ਕੰਡੇ ਬੀਜੇ ਗਏ ਨੇ, ਸਾਨੂੰ ਕਿੰਨੇ ਸਾਲ ਲੱਗ ਗਏ ਨੇ ਉਹ ਕੰਡੇ ਚੁਗਣ ਨੂੰ, ਹਲੇ ਵੀ ਮਤਲਬ ਅਸੀਂ ਕਲੈਰੀਫਾਈ ਨਹੀਂ ਕਰ ਸਕੇ ਕਈ ਚੀਜ਼ਾਂ ਨਾ ਜੀ ਜੀ ਜੀ, ਚਾਹੇ ਕੋਈ ਗ੍ਰੰਥਾਂ ਦੇ ਵਿੱਚ ਜਾਂ ਕੋਈ ਕਈ ਗੁਰਦੁਆਰੇ ਇਹੋ ਜਿਹੇ ਬਣਾਏ ਗਏ ਜਿਹੜੇ ਕੰਟਰੋਵਰਸ਼ਲ ਸੀਗੇ, ਜਿੱਥੇ ਕੋਈ ਧਰਮ ਦੇ ਬੰਦੇ ਨਹੀਂ ਜਾ ਸਕਦੇ ਹਨਾ, ਕੋਈ ਕੁਛ ਡੇਰੇ ਏਦਾਂ ਦੇ ਬਣਾਏ ਗਏ ਜੀ। ਤੇ ਹੁਣ ਜਿਹੜੀਆਂ ਤੁਸੀਂ ਟੈਲਾਂ ਦੀ ਗੱਲ ਕਰਦੇ ਆ ਵੀ ਅੱਜ ਇਹ ਟੈਲਾਂ ਲਾ ਕੇ ਕੱਲ ਨੂੰ ਮਤਲਬ ਇਹ ਕੱਲ ਵਾਸਤੇ ਕੰਡੇ ਬੀਜ ਰਹੇ ਨੇ, ਤੇ ਕੱਲ ਨੂੰ ਪਤਾ ਨਹੀਂ ਕਿੰਨੇ 100 ਸਾਲ ਅੱਗੇ ਸਾਡੀ ਲੜਾਈ ਇਹਨਾਂ ਦੇ ਨਾਲ ਚੱਲੀ ਜਾਣੀ ਆ। ਬਿਲਕੁਲ ਜੀ। ਤੇ ਇਹਦੇ ਬਾਰੇ ਹੁਣ ਕਿਹਨੂੰ ਕਹਿ ਸਕਦੇ ਆ, ਕਿਉਂਕਿ ਜਿਹੜੀ ਸਾਡੀ ਕੌਮ ਆ ਉਹ ਇੱਕ ਜਦੋਂ ਅਸੀਂ ਕਿਸੇ ਅਹੁਦੇ ਤੋਂ ਸਤਿਕਾਰ ਕਰਦੇ ਆ, ਅਸੀਂ ਉਹਨਾਂ ਦੇ ਬਰਖਲਾਫ ਵੀ ਮਤਲਬ ਜਦੋਂ ਬੋਲਦੇ ਆ ਫਿਰ ਕਿਉਂਕਿ ਜੋ ਮਰਿਆਦਾ ਹੈ ਉਹ ਵੀ ਭੰਗ ਹੁੰਦੀ ਆ ਵੀ ਤੁਸੀਂ ਆਪਣੇ ਲੀਡਰਾਂ ਨੂੰ ਜਾਂ ਜਥੇਦਾਰਾਂ ਨੂੰ ਕਹਿੰਦੇ ਆ। ਤੇ ਪਰ ਉਹਨਾਂ ਤੋਂ ਇਲਾਵਾ ਹੁਣ ਕੋਈ ਡਿਸੀਜ਼ਨ ਲੈ ਵੀ ਨਹੀਂ ਸਕਦਾ ਉਸ ਜੋ ਜਿਹਨੂੰ ਸਰਵਉੱਚ ਆਪਾਂ ਮੰਨਦੇ ਆ ਵੀ ਜਿਹੜੀ ਸਾਡੀ ਜਗ੍ਹਾ ਜਿੱਥੇ ਸਿੱਖ ਜਾ ਕੇ ਇੱਕ ਸੈਂਟਰਲਾਈਜ਼ਡ ਜਗ੍ਹਾ ਹੈਗੀ ਜਿੱਥੇ ਸਿੱਖ ਜਾ ਕੇ ਨਤਮਸਤਕ ਹੁੰਦਾ ਜੀ, ਉੱਥੇ ਤਾਂ ਇਹਨਾਂ ਨੂੰ ਬਹੁਤ ਪਾਰਦਰਸ਼ਤਾ ਤੇ ਕਲੈਰਿਟੀ ਰੱਖਣੀ ਚਾਹੀਦੀ ਹੈ ਵੀ ਜੇ ਕੋਈ ਧਰਮ ਚ ਕ੍ਰਿਤੀਆਂ ਨੇ ਪਹਿਲਾਂ ਉੱਥੋਂ ਲਾਗੂ ਹੋਣ। ਜਿਵੇਂ ਪਿੱਛੇ ਵੀ ਵੀਰ ਕਰਕੇ ਗਏ ਨੇ ਵੀ ਕੀਰਤਨ ਕਰਨ ਦੀ ਆਜ਼ਾਦੀ, ਹੁਣ ਤਾਂ ਚੰਦੀ ਸਾਹਿਬ ਦੁਨੀਆ ਬਹੁਤ ਅੱਗੇ ਲੰਘ ਗਈ ਆ, ਇਹ ਚੀਜ਼ਾਂ ਲਾਗੂ ਕਰ ਜਾਣਗੇ ਤਾਂ ਧਰਮ ਦੀ ਮੈਨੂੰ ਲੱਗਦਾ ਹੋਰ ਜਿਹੜੇ ਗੋਰੇ ਵੀ ਆਪਣਾ ਧਰਮ ਅਪਣਾ ਰਹੇ ਨੇ ਬੜੇ, ਆਪਾਂ ਇੱਥੇ ਚਲੋ ਉਹਨਾਂ ਦਾ ਕੰਸੈਪਟ ਦੂਜਾ ਹੋ ਸਕਦਾ ਜਿਹੜੇ ਹਰਭਜਨ ਸਿੰਘ ਯੋਗੀ ਨੇ ਚਲਾਇਆ ਸੀ, ਪਰ ਉਹ ਲੋਕਾਂ ਨੂੰ ਪਿਆਰ ਬੜਾ ਧਰਮ ਦੇ ਨਾਲ ਜਦੋਂ ਮਤਲਬ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਲੱਖਾ ਕਰਕੇ ਪੂਰੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਵੀ ਜਿਹੜੀ ਬਾਣੀ ਦੀ, ਤਾਂ ਉਹ ਬੜੀ ਪ੍ਰਭਾਵਿਤ ਹੁੰਦੇ ਨੇ। ਮੈਨੂੰ ਲੱਗਦਾ ਜੇ ਅਸੀਂ ਥੋੜਾ ਬਹੁਤਾ ਮਾਡਰਨਾਈਜ਼ ਹੋਣਾ ਵੀ ਟਾਈਮ ਦੇ ਨਾਲ, ਤੇ ਆਹ ਤਾਂ ਗੱਲ ਗਲਤ ਹੈ ਜੀ, ਤੁਸੀਂ ਅੱਜ ਟੈਲਾਂ ਲਾਓਗੇ ਕੱਲ ਨੂੰ ਕਿਸੇ ਨਾ ਕਿਸੇ ਨੇ ਆ ਕੇ ਪਟਾਉਣੀਆਂ ਤੇ ਫਿਰ ਲੜਾਈ ਹੋਣੀ ਹੈ। ਬਿਲਕੁਲ। ਤੇ ਇਹਨਾਂ ਦੇ ਬਾਰੇ ਜ਼ਰੂਰ ਤੁਸੀਂ ਵਧੀਆ ਕੀਤਾ ਗੱਲ ਕੀਤੀ ਹੈ, ਐਟਲੀਸਟ ਪਤਾ ਲੱਗਦਾ ਰਹਿੰਦਾ ਲੋਕਾਂ ਨੂੰ, ਤਾਂ ਲੋਕ ਗੱਲ ਕਰਨਗੇ ਵੀ। ਸਾਨੂੰ ਕਰਨੀ ਚਾਹੀਦੀ ਹੈ, ਚਾਹੇ ਪੋਸਟਾਂ ਪਾ ਕੇ, ਹੁਣ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ, ਉਹਨਾਂ ਤੱਕ ਗੱਲ ਪਹੁੰਚ ਜਾਂਦੀ ਹੈ। ਜੇ ਕੋਈ ਵੀਰ ਸੁਹਿਰਦਾ
ਉਹਨੂੰ ਜ਼ਰੂਰ ਇਸ ਤੇ, ਕਿਉਂਕਿ ਅਸੀਂ ਇੰਨੇ ਧਾਰਮਿਕ ਨਹੀਂ ਹੈਗੇ ਜੰਦੀ ਸਾਹਿਬ। ਜਦੋਂ ਅਸੀਂ ਕਿੰਤੂ ਪਰੰਤੂ ਕਰਦੇ ਆ ਤਾਂ ਸਾਨੂੰ ਲੋਕ ਕਹਿੰਦੇ ਨੇ ਵੀ ਤੁਸੀਂ ਭੋਨੇ ਮੋਨੇ, ਤੁਸੀਂ ਨਹੀਂ ਗੱਲ ਕਰ ਸਕਦੇ ਜੀ। ਸੋ ਅਸੀਂ ਵਧੀਆ, ਤੁਸੀਂ ਆਪਣਾ ਇੱਕ ਪਲੇਟਫਾਰਮ ਆ, ਉਸ ਦੀ ਗੱਲ ਕਰ ਸਕਦੇ ਹਾਂ। ਬਾਈ ਜੀ ਧੰਨਵਾਦ, ਥੈਂਕ ਯੂ। ਧੰਨਵਾਦ ਟਵਾਣਾ ਸਾਹਿਬ, ਬੜੇ ਚਿਰ ਬਾਅਦ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ। ਵਿਚਾਰ ਤੁਹਾਡੇ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਆ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਵਾਕਿਆ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਜਿੱਦਾਂ ਵੀਰ ਨੇ ਪਹਿਲਾਂ ਵੀ ਕਿਹਾ ਜੀ, ਮੈਨੂੰ ਧਰਮ ਬਾਰੇ ਨੌਲੇਜ ਨਹੀਂ, ਪਰ ਉਹ 4-5 ਜਿਹੜੀਆਂ ਗੱਲਾਂ ਬਹੁਤ ਹੀ ਵਧੀਆ ਕਹਿ ਗਈਆਂ ਵੀ ਖਾਲਸੇ ਨੂੰ ਜਿਹੜੇ ਆਪਣੇ ਜਨਮ ਦਿਨ ਦਾ ਪਤਾ ਜੀ, ਆਪਣੇ ਦਿਹਾੜੇ ਦਾ ਪਤਾ ਵੀ ਮੇਰਾ ਪ੍ਰਕਾਸ਼ ਉਦੋਂ ਹੋਇਆ ਸੀਗਾ। ਤੇ ਗੱਲ ਬਹੁਤ ਵਧੀਆ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 1313, ਸਵਾਗਤ ਹੈ ਵੀਰ ਜੀ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਆਪਦੀ ਨੌਲੇਜ ਅਨੁਸਾਰ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ, ਵੀ ਜੋ ਕ੍ਰਿਟੀਸਾਈਜ਼ ਕਰਦੇ ਆ ਅਸੀਂ ਉਹਨਾਂ ਨੂੰ ਮਤਲਬ ਬੁੱਝੀ ਜੀ ਦੀ ਕਹਿੰਦੇ ਆ। ਹੁਣ ਮੈਂ ਤੁਹਾਨੂੰ ਕੱਲ ਜਿਹੜਾ ਬੰਦਾ ਬਡਾਲਾ ਸਾਹਿਬ ਆਏ ਸੀ, ਉਹਦੀ ਜਿਹੜਾ ਉਹਨੇ ਰੌਲਾ ਪਾਇਆ, ਉਹਦੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਰਿਹਾ ਭਾਜੀ ਜੀ। ਤੁਸੀਂ ਇੱਥੇ ਕੈਨੇਡਾ 'ਚ ਕੋਈ ਵੀ ਟਰਾਂਸਪੋਰਟ, ਕੋਈ ਵੀ ਕੰਮ ਖੋਲਦੇ ਹੋ, ਉਹਦਾ ਨਾਂ ਰੱਖਣਾ ਪੈਂਦਾ ਭਾਜੀ। ਬਿਲਕੁਲ ਜੀ। ਜਿਹੜੇ ਤੁਸੀਂ ਪੱਠੇ ਸਾਡੇ ਹੈਗੇ ਭਾਜੀ, ਤੁਹਾਨੂੰ ਇੱਕ ਲੋਗੋ ਦੇਣਾ ਪੈਂਦਾ ਵੀ ਸਾਡਾ ਮਤਲਬ ਚਾਹੇ ਪਾਸੀ ਆ, ਚਾਹੇ 83 ਆ, ਚਾਹੇ ਗਰੇ ਵਾਲਾ, ਚਾਹੇ ਕੋਈ ਨਾਂ ਰੱਖਦੇ ਹੋ ਤੁਸੀਂ। ਉਹ ਭਾਜੀ ਸੰਚਾ ਜਿਹੜਾ ਬਣਦਾ ਨਾ ਇੱਟ ਦਾ ਸਾਈਜ਼ ਦਾ, ਉਹ ਤੇ ਉਹ ਉਤਾਰਿਆ ਹੋਣਾ ਚਾਹੀਦਾ। ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਣੇ ਹੋ, ਤੁਹਾਨੂੰ ਇੱਕ ਸੰਚਾ ਉੱਥੇ ਦੇਣਾ ਪਊਗਾ। ਕਦੇ ਵੀ ਤੁਹਾਡੀਆਂ ਇੱਟਾਂ ਦੀ ਭਾਜੀ ਭਾਰ ਘਟ ਜੇ ਕੇਸ ਅਦਾਲਤ 'ਚ ਵਗ ਜੇ, ਉਹਦੇ ਵਿੱਚ ਪਾ ਕੇ ਦੇਖਿਆ ਜਾਂਦਾ ਵੀ ਤੁਸੀਂ ਭਾਈ ਇੱਟ ਦਿਨ ਕਹਿੰਦੇ ਤੋਂ ਅਸੀਂ ਮਤਲਬ ਕਿਲੋ ਦੀ ਬਣਾਉਨੇ ਆ, ਬਣਾਉਨੇ ਤੁਸੀਂ 800 ਗ੍ਰਾਮ ਦੀ ਆ। ਜੀ ਜੀ। ਉਹ ਜਿਹੜਾ ਰਾਮ ਲਿਖਿਆ ਹੋਇਆ ਉਹ ਆਹੀ ਚੀਜ਼ ਆ ਭਾਜੀ। ਬਹੁਤ ਭੱਠੇ ਨੇ ਜਿਹੜੇ ਦੇਖੋ ਆਪਣੇ ਸਰਦਾਰਾਂ ਦੀਆਂ ਟਰਾਂਸਪੋਰਟਾਂ ਕੀ ਨਵਾਂ, ਜੇ ਆਪਾਂ ਗੁਰੂ ਨਾਨਕ ਟਰਾਂਸਪੋਰਟ ਰੱਖ ਲੈ, ਇਹਦੇ ਨਾਲ ਗੁਰੂ ਨਾਨਕ ਦੇਵ ਜੀ ਤਾਂ ਨਹੀਂ ਉਹਦੇ ਵਿੱਚ ਆ ਜਾਂਦੇ ਜੀ। ਗੱਲ ਤੁਹਾਡੀ ਭਾਜੀ ਇੱਕ ਮਿੰਟ, ਮੈਂ ਗੱਲ ਖਤਮ ਕਰ ਦੇਣੀ ਆ, ਤੁਸੀਂ ਮਗਰੋਂ ਬੋਲਿਓ। ਜਿਹੜੀ ਬਾਣੀ ਦੀ ਗੱਲ ਆ ਭਾਜੀ, ਦੇਖੋ ਕਿੰਨੇ ਸਾਲ ਦਾ ਰੌਲਾ ਪੈਂਦਾ 10 ਗ੍ਰਾਮ ਤੇ ਜੀ। ਪ੍ਰੋਫੈਸਰ ਦਰਸ਼ਨ ਸਿੰਘ ਖੁਦ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਿਆ ਸੀ ਉਸ ਟਾਈਮ ਤੇ, ਖੜਕੂ ਸਿੰਘਾਂ ਦੀ ਪੂਰੀ ਚੱਲਦੀ ਸੀ ਉਸ ਟਾਈਮ ਤੇ, ਇਹ ਸੋਧ ਕਰ ਸਕਦਾ। ਜਿਹੜੀ ਬਾਣੀ ਭਾਜੀ ਗੁਰੂ ਗ੍ਰੰਥ ਸਾਹਿਬ ਆ, ਉਹ ਸਾਡੀ ਉਹ ਜਗਤ ਵਾਸਤੇ ਆ। ਜਿਹੜੀ ਬਾਣੀ ਜੇ ਹੁਣ ਆਪਾਂ ਭਾਜੀ ਕਹਿ ਦਈਏ ਵੀ 10 ਗ੍ਰੰਥ ਨੂੰ ਟੋਟਲੀ ਆਪਾਂ ਇਗਨੋਰ ਕਰ ਦਈਏ, ਫਿਰ ਅੰਮ੍ਰਿਤ ਕਿਹੜੇ ਹਿਸਾਬ ਨਾਲ ਸਿਖਾਵਾਂਗੇ ਆਪਾਂ। ਤੇ ਜਦੋਂ ਕਿਤੇ ਲੜਨਾ ਹੁੰਦਾ ਭਾਜੀ, ਸਿੱਖ ਕੌਮ ਨੂੰ ਮਰਨ ਵਾਸਤੇ ਤਿਆਰ ਹੁੰਦਾ, ਫਿਰ ਤਾਂ ਉਹਦੇ ਵਿੱਚੋਂ ਸ਼ਬਦ ਪੜ੍ਹੇ ਜਾਂਦੇ ਆ 10 ਗ੍ਰੰਥ ਜੀ। ਤੁਸੀਂ ਦੇਖ ਲਓ ਗਗਨਦਮਾਮਾ ਕਿੱਥੇ ਲਿਖਿਆ ਹੋਇਆ ਭਾਜੀ, ਦੇਸ਼ ਸੇਵਾ ਬਰਮੋਹੇ ਕਿੱਥੋਂ ਲਿਖਿਆ। ਸਾਡੇ ਕਿੰਨੇ ਭਾਜੀ ਕੀਰਤਨੀਏ ਸਾਥੋਂ ਬਾਹਰਲੇ ਦੇਸ਼ਾਂ ਜਾ ਕੇ ਬੋਰੀਆਂ ਨੋਟਾਂ ਦੀਆਂ ਇਕੱਠੀਆਂ ਕਰ ਜਾਂਦੇ ਆ, ਉਸੇ ਚੋਂ ਹੀ ਪੜ੍ਹਦੇ ਆ ਸ਼ਬਦ। ਉਦੋਂ ਇਹ ਬੁਰਾ ਲੱਗਦਾ ਇਹਨਾਂ ਨੂੰ। ਤੇ ਬਾਕੀ ਭਾਜੀ ਜੇ ਉਹ ਵਿੱਚ ਮਾੜਾ, ਉਹਨੂੰ ਮਾੜੇ ਨੂੰ ਪਾਸੇ ਕਰਕੇ ਚੰਗਾ ਬਣਾ ਦਿਓ। ਕਾਹਤੋਂ ਅਸੀਂ ਕਿਸੇ ਹੋਰ ਤੇ ਇਹਨੂੰ ਦੋਸ਼ ਦੇਈ ਜਾਂਦੇ ਆ। ਇੰਨਾ ਕੀ ਕਹਿਣਾ ਮੈਂ। ਧੰਨਵਾਦ ਵੀਰ ਜੀ। ਗੱਲ ਰਾਮ ਲਿਖਣ ਦੀ ਨਹੀਂ ਗੀ, ਗੱਲ ਰਾਮ ਲਿਖ ਕੇ ਟਾਈਲਾਂ ਜਿਹੜੀਆਂ ਗਟਰ ਚ ਲਾਈਆਂ ਜਾ ਰਹੀਆਂ। ਸਭ ਤੋਂ ਵੱਡਾ ਸਵਾਲ ਇੱਥੇ ਆ। ਮੈਂ ਤੁਹਾਨੂੰ ਜਿਹੜੀ ਮੇਨ ਕੁੰਡੀ ਅੜੀ ਆ ਨਾ, ਜਿਹੜਾ ਤੁਸੀਂ ਗਟਰ ਚ ਲਾ ਰਹੇ ਆ ਜੀ। ਦੇਖੋ ਜਿਹੜੇ ਬੰਦੇ ਨੇ ਨਾ ਭਾਜੀ, ਆਹੀ ਤਾਂ ਹੁਣ ਸਾਡੇ ਵੀ ਇਹੀ ਕੁਝ ਕਿਹਾ ਜਾਂਦਾ ਵੀ ਬਾਣੀ ਨੂੰ ਭਾਈ ਤੁਸੀਂ ਮਤਲਬ ਆਮ ਅਖਬਾਰ ਤੇ ਲਿਖੋ ਨਾ, ਉਹਦੀ ਪਤਾ ਨਹੀਂ ਕਿੱਥੇ ਪਰ ਜਿਹੜੀਆਂ ਇੱਟਾਂ ਨੇ ਭਾਜੀ, ਇਹ ਤਾਂ ਹੁਣ ਉਹਨੇ ਉੱਥੋਂ ਪੱਠੇ ਤੋਂ ਖਰੀਦ ਲੀਆਂ, ਚਾਹੇ ਉਹ 7 ਨੂੰ ਲਾਵੇ, ਚਾਹੇ ਉਹ 9 ਚ ਲਾਵੇ। ਨਹੀਂ ਭਾਜੀ ਇਹਦੇ ਚ ਕੁਛ ਇਹੋ ਹੀ ਤਾਂ ਆਪਾਂ ਗੱਲਬਾਤ ਕਰ ਰਹੇ ਹਾਂ, ਤਾਂ ਹੀ ਤਾਂ ਤੁਹਾਡੇ ਵਿਚਾਰ ਲੈ ਰਹੇ ਹਾਂ ਭਾਜੀ ਵੀ ਕੋਈ ਤੇ ਗੜਬੜ ਤਾਂ ਨਹੀਂ, ਇਹ ਨਾ ਹੋਵੇ ਆਉਣ ਵਾਲਾ ਖਮਿਆਜਾ ਜਿਹੜਾ ਉਹਨੂੰ ਜ਼ਿਆਦਾ ਉਲਟ ਭੁਗਤਣਾ ਪਵੇ। ਤਾਂ ਹੀ ਤਾਂ ਤੁਹਾਡੇ ਵਿਚਾਰ ਲੈ ਰਹੇ ਹਾਂ ਵੀ ਕਿਤੇ ਸ਼ਰਾਰਤੀ ਵਾਲਾ ਕੰਮ ਤਾਂ ਨਹੀਂ ਹੈਗਾ ਭਾਜੀ। ਇਹਦੇ ਵਿੱਚ ਕਿਸੇ ਚੀਜ਼ ਦੀ ਸ਼ਰਾਰਤ ਨਹੀਂ, ਪਰ ਜਿਸ ਬੰਦੇ ਨੇ ਇਹਨੂੰ ਸ਼ਰਾਰਤ ਦੇ ਤੌਰ ਤੇ ਪੇਸ਼ ਕਰਨਾ, ਉਹਨੂੰ ਇਹੀ ਚੀਜ਼ ਹੀ ਦਿੰਦੀ। ਬਿਲਕੁਲ ਜੀ, ਬਿਲਕੁਲ। ਧੰਨਵਾਦ ਵੀਰ ਜੀ। ਇੰਨਾ ਹੀ ਮੈਂ ਕਹਿਣਾ। ਦੇਖੋ ਭਾਜੀ, ਜਿਸ ਨੇ ਪੋਜ਼ਿਟਿਵ ਸੋਚਣਾ ਨਾ, ਉਹਨੇ ਨੈਗੇਟਿਵ ਇਸ਼ੂ ਨਹੀਂ ਸੋਚਣਾ। ਬਾਕੀ ਹੁਣ ਤੁਸੀਂ, ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ, ਉਹ ਕਹਿੰਦੇ ਕੁਛ ਨਹੀਂ ਬਣਾਇਆ। 12 ਕਰੋੜ ਰੁਪਈਆ ਸਾਲ ਦੀ ਭਾਜੀ ਪੈਨਸ਼ਨ ਦਿੰਦੀ ਆ ਫੌਜੀਆਂ ਨੂੰ ਸ਼੍ਰੋਮਣੀ ਕਮੇਟੀ ਜੀ। ਜਿੰਨੇ ਫੌਜੀ ਨੇ, ਜਿਨ੍ਹਾਂ ਨੂੰ ਭਾਜੀ ਇਹ ਮਤਲਬ ਗੁੰਡੇ ਕਹਿੰਦੇ ਸੀ, ਆਹ ਮਤਲਬ ਦੂਜੇ ਉਹਨਾਂ ਨਾਲ ਲੜਦੇ ਸੀ ਮਹੀਨਾ ਕੁ ਪਹਿਲਾਂ, ਉਹ ਭਾਜੀ ਸਾਰੇ ਸ਼ਹੀਦ ਪਰਿਵਾਰਾਂ ਦੇ ਬੰਦੇ ਆ। ਜਿੰਨੇ ਬੰਦੇ ਭਾਜੀ ਜੋਧਪੁਰ ਜੇਲ੍ਹ 'ਚ ਸੀ, ਉਹਨਾਂ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਬੰਦੇ ਨੂੰ ਨੌਕਰੀ ਦੇਵਾਂਗੇ, ਜਿੰਗੋ ਚਾਹੇ ਤਾਂ ਤੁਸੀਂ ਲੱਗ ਜਾਓ, ਚਾਹੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਲੈ ਆਓ ਜੀ। ਅੱਧੋਂ ਵੱਧ ਸ਼ਹੀਦਾਂ ਦੇ ਪਰਿਵਾਰ ਦੇ ਆ, ਜਿਨ੍ਹਾਂ ਨੂੰ ਡਾਂਗਾ ਨਾਲ ਕੁੱਟਦੇ ਸੀ ਇਹ ਜਾ ਕੇ ਸਾਡੇ ਬੰਦੇ। ਹਾਂ ਦੇਖੋ, ਮੈਂ ਸ਼੍ਰੋਮਣੀ ਕਮੇਟੀ ਦਾ ਨਾਮ ਹੈ, ਮੈਂਬਰ ਆ। ਮੈਂ ਤਾਂ ਇੱਕ ਦਾੜੀ ਕੇਸ ਮੇਰੇ ਰੱਖੇ ਹੋਏ, ਅੰਮ੍ਰਿਤ ਛਕਿਆ ਹੋਇਆ। ਮੈਂ ਕਹਿੰਦਾ ਵੀ ਥੋੜਾ ਜਿਹਾ ਦੇਖ ਲਿਆ ਕਰੋ ਵੀ ਆਪਾਂ ਉਹਨੂੰ ਅੱਜ ਅਸੀਂ ਬਾਹਰ ਬੈਠੇ ਆ ਭਾਜੀ, ਅਸੀਂ ਤੁਸੀਂ ਦੇਖ ਲਓ
ਟੋਰਾਂਟੋ ਦੇ ਗੁਰਦੁਆਰਿਆਂ ਦਾ ਇਕੱਠ ਕਰਕੇ ਦਿਖਾ ਦਿਓ, ਤੁਸੀਂ ਲੈ ਕੇ ਕਮੇਟੀ ਬਣਾ ਕੇ ਦਿਖਾ ਦਿਓ। ਖਬਰਾਂ ਉਹ ਸਿੰਘਾਂ ਨੇ ਕਿੰਨੇ ਸਿਰੜਨਾ ਬਣਾਇਆ। ਹੁਣ ਤੁਸੀਂ ਦੇਖ ਲਓ ਸਾਡਾ ਬਰਨਾਲਾ ਏਰੀਆ ਭਾਜੀ, ਤੁਸੀਂ ਜਾ ਕੇ ਪੁੱਛ ਲਓ ਜਿੰਨੇ ਸਿੰਘ ਸ਼ਹੀਦ ਹੋਇਆ ਨਾ, ਸਾਡੇ ਪਿੰਡ ਮੁੰਡਾ ਮਤਲਬ ਉਹਦੇ ਵਿੱਚ ਆਪਣਾ ਗੁਜ਼ਰ ਗਿਆ ਸੀ ਕਿਸਾਨ ਸੰਘਰਸ਼ 'ਚ, ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਕੇ ਆਈ ਆ ਜੀ। ਜੇ ਕਿਸੇ ਨੂੰ ਲੋੜ ਆ ਉਹ ਬੰਦੇ ਨੂੰ ਮੈਂ ਕਾਲ ਤੇ ਲਿਆ ਦੂੰ ਤੁਹਾਨੂੰ ਜੀ, ਪਰ ਤੁਹਾਡਾ ਜਿਹੜਾ ਬੰਦਾ ਭਾਜੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰੋ ਵੀ ਇਹ ਬੰਦਾ ਇਸ ਤਰ੍ਹਾਂ ਹੋ ਗਿਆ, ਉਹਨੂੰ ਦਿੰਦੇ ਆ ਸਾਰਾ ਕੁਝ ਜੀ। ਧੰਨਵਾਦ ਵੀਰ ਜੀ। ਗੱਲ ਤਾਂ ਭਾਜੀ ਜਿਹੜਾ ਕਾਬਜ ਆ ਨਾ ਸ਼੍ਰੋਮਣੀ ਕਮੇਟੀ ਦੇ ਕਾਬਜ ਗਲਤ ਬੰਦੇ ਹੋ ਗਏ। ਸ਼੍ਰੋਮਣੀ ਕਮੇਟੀ ਮਾੜੀ ਨਹੀਂ, ਸ਼੍ਰੋਮਣੀ ਕਮੇਟੀ ਕਦੇ ਮਾੜੀ ਨਹੀਂ ਹੁੰਦੀ, ਨਾ ਦਮਦਮੀ ਟਕਸਾਲ ਮਾੜੀ ਆ, ਨਾ ਸ਼੍ਰੋਮਣੀ ਕਮੇਟੀ। ਗਲਤ ਹੱਥਾਂ 'ਚ ਆਉਣ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ। ਧੰਨਵਾਦ ਵੀਰ। ਭਾਈ ਜੀ ਦੇਖੋ ਜਿਹੜੇ ਗਲਤ ਬੰਦਿਆਂ ਨੂੰ ਚੁਣਦੇ ਕੌਣ? ਅਸੀਂ ਚੁਣਦੇ, ਬਿਲਕੁਲ ਜੀ ਬਣਾਉਂਦੇ ਜੀ। ਧੰਨਵਾਦ ਵੀਰ ਜੀ, ਧੰਨਵਾਦ। ਚੱਲਦੇ ਨੈਕਸਟ ਕਾਲ ਤੇ। ਹਾਂਜੀ 8782 ਸਵਾਗਤ ਹੈ ਜੀ। ਚੰਨੀ ਵੀਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਗੱਲ ਕਰਕੇ ਵੀ ਭੱਠੇ ਦੀਆਂ ਇੱਟਾਂ ਛੱਤ ਤੇ ਲੱਗਣ, ਕੰਧ ਤੇ ਲੱਗਣ, ਇਹੀ ਤਾਂ ਗੱਲ ਫਿਰ ਉਹ ਨੇਕੀ ਸਾਹਿਬ ਕਹਿੰਦੇ ਸੀ ਕਿ ਬਿਲਡਿੰਗ ਆਇਆ ਫਿਰ ਤਾਂ ਪਿੰਡ ਵਾਲੇ ਗੁਰੂ ਘਰਾਂ ਦੇ ਵਿੱਚ ਵੀ ਇੱਟਾਂ ਹੀ ਲੱਗੀਆਂ ਵੀ, ਇੱਥੇ ਵੀ ਇੱਟਾਂ ਲੱਗੀਆਂ, ਫਿਰ ਤਾਂ ਸੇਮ ਥਿੰਗ ਹੀ ਆ ਜੀ। ਇਹ ਚੀਜ਼ ਆ ਵੀ ਇੱਥੇ ਮਹਾਨਤਾ ਕਰਕੇ ਤਾਂ ਵੀ ਇਹ ਜਿਹੜੀਆਂ ਆਰਾਮ ਦੀਆਂ ਲੱਗ ਰਹੀਆਂ ਟੈਲਾਂ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਾੜਾ ਕੰਮ ਹੋਊਗਾ। ਆਹ ਤਾਂ ਖਦਸ਼ਾ ਵੀਰ, ਸਭ ਤੋਂ ਵੱਡੀ ਪ੍ਰੋਬਲਮ ਇੱਥੇ ਕੁੰਡੀ ਇੱਥੇ ਅੜੀ ਹੋਈ ਆ ਨਾ। ਉਹ ਬਾਈ ਦੀ ਗੱਲ ਕਹੇ ਨੂੰ ਭੱਠੇ ਦੀਆਂ ਇੱਟਾਂ ਤਾਂ ਫਿਰ ਸਰਸੇ ਵਾਲੇ ਦੇ ਡੇਰੇ ਨੂੰ ਵੀ ਲੱਗੀਆਂ ਵੀ, ਫਿਰ ਲੱਗੀਆਂ ਰਹਿਣ ਤੋਂ ਕਿਉਂ ਤੜਫਦੇ ਆਪਾਂ ਆ। ਇਹੀ ਚੀਜ਼ਾਂ ਦੇ ਆਪਾਂ ਨੂੰ ਕਸਮ ਲੱਗੇ ਆਪਾਂ ਤੋੜ ਲੈਂਦੇ ਆ ਇੱਥੇ, ਪਰ ਇੰਡੀਆ ਵਾ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਉਹ ਕਹਿੰਦਾ ਯਾਰ ਤੁਸੀਂ ਆ ਇੱਥੇ ਆ ਕੇ ਵੀ ਗੁਰਦੁਆਰੇ ਨੂੰ ਜਾਂਦੇ ਆ, ਸਵੇਰੇ ਉੱਠ ਕੇ ਭੱਜਦੇ ਆ, ਤੁਸੀਂ ਪਤਾ ਨਹੀਂ ਕੀ ਕਰਦੇ ਆ ਵੀ ਇੰਨਾ ਆ। ਤੇ ਕਹਿੰਦਾ ਇੱਥੇ ਮੈਂ ਖੁਦ ਪ੍ਰਧਾਨ ਦੇ ਘਰੇ ਗਿਆ ਗੁਰਦੁਆਰੇ ਦੇ, ਤੇ ਉਹਦੇ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਯਾਰ ਉੱਥੇ ਕੋਈ ਸਪੀਕਰ ਨਹੀਂ ਲੱਗਿਆ ਵਾ? ਕਹਿੰਦਾ ਭਾਈ ਅੱਜ ਕੱਲ ਕਿਹੜਾ ਦਿੰਦਾ, ਕਹਿੰਦਾ PTG ਸੀ ਤੇ ਸਿੱਧਾ ਕਹਿੰਦਾ ਆਉਂਦਾ ਅੰਮ੍ਰਿਤਸਰ ਤੋਂ, ਤੇ ਕਹਿੰਦਾ ਉਹ ਬੰਦਾ ਘਰੇ ਬੈਠਿਆ ਰਜਾਈ ਜੀ ਦੇਖੀ ਜਾਂਦਾ, ਭਾਵੇਂ ਬੁਰਸ਼ਮਾ ਕੀਤਾ ਹੋਵੇ ਤਾਂ ਵੀ ਨਹੀਂ ਜਾਂਦੇ ਉੱਥੇ ਬੈਠੇ ਘਰੇ ਅੰਦਰ ਜੀ। ਆਹ ਗੱਲ ਉੱਥੇ ਕੋਈ ਨਹੀਂ, ਇੰਨਾ ਕੋਈ ਹੈ ਨਹੀਂ ਗਾ ਸਿੱਖੀ ਬਾਰੇ ਜਿੰਨਾ ਆਪਾਂ ਬਾਹਰ ਸੋਚਦੇ ਆ। ਹਾਂ ਬਿਲਕੁਲ ਜੀ, ਬਿਲਕੁਲ। ਧੰਨਵਾਦ ਵੀਰ ਜੀ। ਓਕੇ ਜੀ, ਧੰਨਵਾਦ। ਬਿਲਕੁਲ ਜੀ, ਆਪੋ ਆਪਣੇ ਵਿਚਾਰ ਆ ਤਾਂ ਅਸੀਂ ਤੇ ਇਹੀ ਕਹਿ ਰਹੇ ਹਾਂ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਮਾੜਾ ਨਾ ਹੋਵੇ, ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਇਆ ਨਾ ਜਾਵੇ, ਰਾਮ ਦੀਆਂ ਇੱਟਾਂ ਬਣਨ ਅਸੀਂ ਉਹਦੇ ਖਿਲਾਫ ਨਹੀਂ ਹੈਗੇ। ਜੇ ਉਹ ਮੰਦਰ ਨੂੰ ਲੱਗਣ, ਮਸਜਿਦ ਨੂੰ ਲੱਗਣ, ਗੁਰਦੁਆਰੇ ਨੂੰ ਲੱਗਣ, ਡਜ਼ਨ ਮੈਟਰ ਹੈ, ਪਰ ਜਦੋਂ ਉਹ ਗਟਰ ਦੇ ਵਿੱਚ ਲੱਗਣੀਆਂ, ਹੁਣ ਇੱਕ ਮਕਾਰ ਲਿਖ ਕੇ ਤੇ ਤੁਸੀਂ ਟੈਲਾਂ ਜਿਹੜੀਆਂ ਉਹ ਪੈਰਾਂ ਦੇ ਹੇਠਾਂ ਲਾ ਦਿਓ ਤੇ ਕਿਹੜਾ ਲੱਗਣ ਦੇਊਗਾ? ਇਹ ਸਾਰਿਆਂ ਨੂੰ ਪਤਾ ਆ। ਜੇ ਹੁਣ ਰਾਮ ਲਿਖਿਆ ਗਟਰ 'ਚ ਲਾਈਆਂ, ਉਹ ਕਿਤੇ ਨਾ ਕਿਤੇ ਮੁੱਦਾ ਤਾਂ ਖੜਾ ਹੋਣਾ ਹੀ ਆ। ਹੁਣ ਨਾ ਹੋਵੇ 10 ਨੂੰ 20 ਨੂੰ 50 ਸਾਲਾਂ ਨੂੰ ਖੜਾ ਹੋ ਜਾਵੇ, ਬਹੁਤ ਜ਼ਿਆਦਾ ਵੱਡਾ ਖੱਲਰ ਪੈਣਾ। ਜਿਹੜਾ ਬਾਬਰੀ ਮਸਜਿਦ ਦੇ ਵਿੱਚ ਮੂਰਤੀਆਂ ਰੱਖੀਆਂ ਗਈਆਂ ਸੀਗੀਆਂ, ਉਹ ਵੀ ਇਹੀ ਖਮਿਆਜਾ ਭੁਗਤਣਾ ਪਿਆ ਤਾਂ ਇਸ ਟਾਈਮ ਉੱਥੇ ਮੰਦਰ ਬਣ ਰਿਹਾ ਜੀ। ਸਾਵਧਾਨ ਹੋ ਜਾਓ, ਸਮਝੋ, ਜਾਗਦੀ ਜ਼ਮੀਰ ਰੱਖਿਆ ਕਰੋ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਜੀ ਸਾਡਾ GTA ਐਮਪਲਾਈਮੈਂਟ ਏਜੰਸੀ ਵਾਲੇ। ਜੇ ਤੁਸੀਂ ਜੌਬ ਇਨ GTA ਵਾਲੇ ਤੁਸੀਂ ਜੌਬ ਦੀ ਭਾਲ ਵਿੱਚ ਹੋ ਤਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਜੀ। ਜੌਬ ਇਨ GTA 416 213 0092 905 614 0300 ਤੇ ਅਗਰ ਤੁਸੀਂ CVR ਇਫਤਾ US ਡਾਟ ਲੈਣਾ ਚਾਹੁੰਦੇ ਹੋ ਜਾਂ ਡਰੱਗ ਟੈਸਟ ਕਰਾਉਣਾ ਚਾਹੁੰਦੇ ਹੋ, ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਇੱਕੋ ਛੱਤ ਦੇ ਹੇਠਾਂ G&G ਟਰੱਕਿੰਗ ਸੋਲਿਊਸ਼ਨ, ਤਨਵੀਰ ਢੱਡਾ ਉਹਨਾਂ ਨੂੰ ਫੋਨ ਕਰ ਲਓ 905 461 2525 ਤੇ ਮੌਂਟਰੀਅਲ ਦੇ ਵਿੱਚ IP-TV ਬਾਕਸ ਲਵਾਉਣਾ 514 566 0055। ਕਾਰ ਖਰੀਦਣਾ ਜਾਂ ਵੇਚਣਾ ਜਾਂ ਤੁਸੀਂ ਉਹਨਾਂ ਬਰੈਂਪਟਨ ਦੇ ਵਿੱਚ 3-4 ਘਰਾਂ ਦੀ ਲੋੜ ਹੈ ਜੀ। ਪੰਕਜ ਸਪਰਾ ਹੋਣਾ ਨੂੰ, ਉਹਨਾਂ ਦੇ ਕੋਲ ਬਾਇਰ ਜਿਹੜੇ ਬਿਲਕੁਲ ਰੈਡੀ ਬੈਠੇ ਆ। 416 722 2385 ਤੇ ਕਾਲ ਕਰ ਸਕਦੇ ਹੋ। ਇੰਡੀਆ ਪੈਸੇ ਭੇਜਣੇ ਆ, ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਹ ਹੋਣਾ ਨੂੰ ਫੋਨ ਕਰ ਲਓ, ਬਹੁਤ ਵਧੀਆ ਰੇਟ ਦਿੰਦੇ ਜੀ। ਕੈਨੇਡੀਅਨ ਡਾਲਰ, US ਡਾਲਰ ਕੋਈ ਵੀ ਹੋਵੇ, ਜਾਂ ਇੰਡੀਆ ਤੋਂ ਪੈਸੇ ਮੰਗਾਉਣੇ ਆ 905 794 32 33 ਤੇ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ 0507। ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਭਾਈ ਜੀ, ਆਪਣੇ ਜਿਹੜਾ ਬੰਦਾ ਇਹ ਸ਼੍ਰੋਮਣੀ ਕਮੇਟੀ ਦਾ ਬੰਦਾ ਗਿਆ ਉਹ ਭੱਠੇ ਵਾਲੇ ਨਾਲ ਕੰਟਰੈਕਟ ਕਰਿਆ ਉਹ ਜੀ, ਉਹਦੇ ਅੱਖਾਂ ਸੀਗੀਆਂ ਜੀ ਕੀ ਸੀਗਾ ਉਹਦੇ, ਮੈਨੂੰ ਉਹਨੂੰ ਸਮਝ ਨਹੀਂ ਆਉਂਦੀ ਸੀ ਵੀ ਇਹ ਇੱਟਾਂ ਦੇ ਰਾਮ ਲਿਖਿਆ ਵੀ ਇਹ ਜਾਇਜ਼ ਨਹੀਂ ਹੈਗੀਆਂ। ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਵੀਰ ਜੀ। ਬਿਲਕੁਲ ਹਾਂਜੀ, ਉਹ ਬੁੱਧੀ ਤਾਂ ਉਹ। ਬਾਕੀ ਜਿਹੜਾ ਬਾਈ ਜੀ ਗੱਲ ਕਰਦੇ ਹੁਣੇ ਗਏ ਸੀ ਨਾ ਵੀ ਉੱਥੇ ਲੋਕੀ ਟੀਵੀਆਂ ਦੀ ਦੇਖ ਲੈਂਦੇ ਜੀ, ਏਦਾਂ ਨਹੀਂ ਹੈਗਾ। ਡਿਪੈਂਡ ਕਰਦਾ ਜੀ ਮਾਂ-ਬਾਪ ਤੇ ਬੱਚੇ ਦੀ, ਪਿੰਡ ਦੀ ਸੰਸਥਾ ਤੇ ਸਿੱਖਿਆ ਤੇ ਜੀ। ਕਈ ਪਿੰਡਾਂ ਦੇ ਵਿੱਚ ਮੈਂ ਖੁਦ ਮੇਰੇ ਪਿੰਡ 'ਚ ਨਾ ਜੀ ਤੜਕੇ 4 ਵਜੇ ਲੋਕੀ ਗੁਰੂ ਘਰ ਨੂੰ ਜਾਣ ਲੱਗ ਜਾਂਦੇ ਆ, 7 ਵਜੇ ਤੱਕ ਬੱਚੇ ਸਾਰੇ ਚਲੇ ਜਾਂਦੇ ਪਰਿਵਾਰ ਉੱਥੇ। ਜੀ ਬਿਲਕੁਲ ਜੀ। ਉੱਥੇ ਕੀਰਤਨ ਹੁੰਦਾ, ਪਾਠ ਹੁੰਦਾ ਜੀ, ਛੋਟੇ ਬੱਚੇ ਵੀ ਰੋਜ਼ ਉੱਥੇ ਆਪਣੇ ਮਤਲਬ ਦੇ ਆਪਣੇ ਚਾਹ ਪਾਣੀ ਵਰਤਾਉਂਦੇ ਆ ਜੀ। ਹਰੇਕ ਕੋਈ ਨਾ ਕੋਈ ਘਰ ਦਾ ਉੱਥੇ ਮੈਂਬਰ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਲੰਗਰ ਲਾਇਆ ਹੀ ਹੁੰਦਾ ਜੀ। ਚਾਹ ਪਾਣੀ ਦਾ ਲਾਇਆ ਹੁੰਦਾ, ਕੋਈ ਨਾ ਕੋਈ ਲਾਇਆ ਹੀ ਹੁੰਦਾ ਜੀ ਉੱਥੇ ਜੀ।
ਆਏ ਨਹੀਂ ਹੈਗਾ ਜੀ, ਮਤਲਬ ਹਰੇਕ ਪਿੰਡ ਤੇ ਆ ਜੀ। ਹੁਣ ਜੇ ਹੁਣ ਪਿੰਡ ਦੀਆਂ ਮਿਲੀਆਂ ਦਾ ਜੀ, ਉੱਥੇ ਤਾਂ ਫਿਰ ਇਹੋ ਜੀ ਕੋਈ ਸੋਚ ਹੋਣੀ ਆ, ਉਹਨਾਂ ਤਾਂ ਬੁਰਸ਼ ਕਰੇ ਤਾਂ ਬਿਨਾਂ ਹੀ ਚਾਹ ਵੀ ਲੈਣੀ ਆ ਨਾ ਜੀ ਜੀ ਜੀ। ਹਾਂ, ਹੁਣ ਜੇ ਪਹਿਲਾਂ ਤੁਹਾਡੇ ਆਪ ਦੇ ਘਰ ਤੋਂ ਆ ਜੀ, ਤੁਸੀਂ ਕਿਵੇਂ ਆਪਦੇ ਆਪ ਨੂੰ ਬਣਾਉਣਾ। ਹੁਣ ਇੱਕ ਬੰਦਾ ਉਹ ਇੱਥੇ ਵੀ ਤੁਸੀਂ ਦੇਖ ਲਓ, ਜੋ ਖਾ ਪੀ ਕੇ ਲੇਜੀ ਹੋਈ ਰਹਿੰਦਾ ਸਾਰੀ ਉਮਰ, ਨਾ ਕੰਮ ਹੀ ਨਹੀਂ ਕਰਦਾ ਹੈਗਾ। ਜੀ ਜੀ। ਇੱਕ ਬੰਦਾ ਜੀ ਵਿਚਾਰਾ ਸਾਰੀ ਉਮਰ ਕੰਮ 'ਚ ਹੀ ਕੱਢ ਦਿੰਦਾ ਹਨਾ। ਜੀ ਜੀ। ਇਹ ਡਿਪੈਂਡ ਕਰਦਾ ਵੀ ਤੁਹਾਡੇ ਹੱਦ ਤੇ ਜਾਂ ਤੁਸੀਂ ਆਪਦੀ ਸੋਚ ਤੇ ਤੁਸੀਂ ਕਿਵੇਂ ਆਪਦੇ ਆਪ ਨੂੰ ਬਣਾਉਣਾ ਵਾ, ਵੀ ਸਿੱਖੀ ਵਾਲਾ ਬਣਾਉਣਾ ਕਿ ਨਹੀਂ ਬਣਾਉਣਾ ਨਾ ਜੀ। ਹਾਂਜੀ, ਬਾਕੀ ਨਾ ਇਹ ਹੈ ਤਾਂ ਹੁਣ ਜਿਹੜਾ ਪੱਠਾ ਇੱਟਾਂ ਵਾਲੇ ਦਾ ਉਹਦਾ ਕਸੂਰ ਹੈ ਜੀ, ਸ਼੍ਰੋਮਣੀ ਕਮੇਟੀ ਦਾ ਬੰਦਾ ਮੇਰੇ ਹਿਸਾਬ ਨਾਲ ਉਹਨੂੰ ਫਾਇਰ ਕਰ ਦੇਣਾ ਚਾਹੀਦਾ, ਜਿਹੜੇ ਬੰਦੇ ਨੇ ਜਾ ਕੇ ਕੰਟਰੈਕਟ ਕਰਿਆ ਉਹਦੇ ਨਾਲ। ਹਾਂ ਬਿਲਕੁਲ ਜੀ, ਭੱਠੇ ਵਾਲੇ ਦਾ ਤਾਂ ਕੋਈ ਕਸੂਰ ਨਹੀਂ, ਨਾਂ ਰੱਖਿਆ ਭੱਠੇ ਦਾ ਨਾਂ ਰੱਖਿਆ, ਡਜ਼ਨ ਮੈਟਰ ਆ, ਉਹਦੇ ਤੇ ਕੋਈ ਕਿੰਤੂ ਪਰੰਤੂ ਹੈ ਨਹੀਂ, ਪਰ ਜਿਹੜਾ ਲਿਆਇਆ ਸ਼ਰਾਰਤ ਦੇ ਨਾਲ ਲਿਆਂਦਾ ਗਿਆ ਸਾਰਾ ਕੁਝ, ਪੰਗਾ ਤਾਂ ਆ। ਹਾਂਜੀ ਹਾਂਜੀ, ਉਹਨੂੰ ਕਰ ਦੇਣਾ ਚਾਹੀਦਾ। ਬਾਕੀ ਮੈਂ ਹੈਰਾਨ ਆ ਜੀ, ਜਿਹੜੀਆਂ ਹਿੰਦੂ ਧਾਰਮਿਕ ਜਥੇਬੰਦੀਆਂ ਉਦਾਂ ਕੋਈ ਮਾੜਾ ਜਾਂ ਕੋਈ ਖਾਲਿਸਤਾਨੀ ਨਾਰਾ ਲਾ ਦੇਵੇ ਜੀ, ਉਹ ਗੰਜੇ ਮੰਜੇ ਜੇ ਲੁਧਿਆਣੇ ਦੇ ਵਿੱਚ 3-4 ਹੈਗਾ, ਦੇਖਣ ਨੂੰ ਨਾ ਸ਼ਕਲ ਜੀ ਨਹੀਂ ਕਰਦਾ ਜੀ, ਮੂੰਹ ਐ ਉਗਲੇ ਜੇ ਪਏ ਆ ਉਹਨਾਂ ਦੇ, ਉਹ ਜਵਾਦਾਵਾ ਆ ਜਾਂਦੇ ਆ ਜੀ, ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਹੁਣ ਤੁਸੀਂ ਕੀ ਕਰਦੇ ਆ, ਤੁਹਾਡੇ ਰਾਮ ਦੀਆਂ ਇੱਟਾਂ ਦਾ ਗੱਟਰ ਚਲਾਈਆਂ ਪਈਆਂ ਨੇ ਹਨਾ ਜੀ। ਹੁਣ ਉਹਨਾਂ ਨੂੰ ਆਉਣਾ ਚਾਹੀਦਾ ਨਾ ਜੀ, ਬੋਲਣਾ ਚਾਹੀਦਾ, ਉਦਾਂ ਬਿਨਾਂ ਮਤਲਬ ਤੋਂ ਬੋਲੀ ਜਾਣਗੇ। ਬਿਲਕੁਲ ਜੀ ਬਿਲਕੁਲ, ਇਹ ਤਾਂ ਹੀ ਤਾਂ ਆਪਾਂ ਗੱਲਬਾਤ ਕਰ ਰਹੇ ਵੀ ਇਹਦੇ ਪਿੱਛੇ ਬੜਾ ਵੱਡਾ ਛੜਯੰਤਰ ਹੋ ਸਕਦਾ। ਧੰਨਵਾਦ ਵੀਰ। ਹਾਂਜੀ ਓਕੇ ਜੀ, ਓਕੇ, ਧੰਨਵਾਦ ਜੀ। ਆਪਾਂ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈ ਕੇ ਤੁਹਾਡੇ ਨਾਲ ਫਿਰ ਇਦਾਂ ਜੁੜਦੇ ਹਾਂ ਜੀ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। ਐਡਰੈਸ 350 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ, ਯੂਨਿਟ 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, CN ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ ਜੀ। ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ, ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ, ਦੁਪਹਿਰ, ਸ਼ਾਮ, 24 ਘੰਟੇ ਸਰਵਿਸ। ਕਾਲ 5145606613। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰੰਪਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ, ਬ੍ਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਬਿਲਕੁਲ ਜੀ, ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਤੇ ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਸੰਦੀਪ ਸਿੰਘ ਪੱਟੀ ਹੁਣੀ ਸਟੂਡੀਓ 'ਚ ਪਹੁੰਚ ਚੁੱਕੇ ਆ ਤੇ ਤੁਸੀਂ ਮੇਰੇ ਨਾਲ ਕੋਈ ਸੰਪਰਕ ਕਰਨਾ ਜੀ, ਕੋਈ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਕਾਲ ਕਰ ਸਕਦੇ ਹੋ 5149169593 ਤੇ 514 916 9593 ਤੇ। ਇੱਥੇ ਦਿਓ ਇਜਾਜ਼ਤ ਜੀ, ਪ੍ਰਮਾਤਮਾ ਨੇ ਚਾਹਿਆ ਤੇ ਕੱਲ ਨੂੰ ਫੇਰ ਤੁਹਾਡੇ ਨਾਲ ਜੁੜਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆ